ਕੀ ਅਮਰੀਕਾ ਦੇ ਨਾਲ ਸਾਡੇ ਵੱਧਦੇ ਸੰਬੰਧ ਚੀਨ ਦੇ ਨਾਲ ਸਾਡੀ ਹੋਰ ਜ਼ਿਆਦਾ ਕੁੜੱਤਣ ਤਾਂ ਨਹੀਂ ਕਿਤੇ ਪੈਦਾ ਕਰ ਦੇਣਗੇ ਇਸ ਖਿੱਤੇ ਦੇ ਵਿੱਚ? ਅਮਰੀਕਾ ਇੰਡੀਆ ਟ੍ਰੇਡ ਇਹਦਾ ਆਲਮੋਸਟ ਫਲੈਟ ਲਾਈਕ ਇਹ ਚਪਾਤੀ, ਬਿਲਕੁਲ ਫਲੈਟ ਆ, ਬੜਾ ਵੱਧ ਨਹੀਂ ਰਿਹਾ। ਹੁਣ ਤਕਰੀਬਨ ਪਿਛਲੇ 10-15 ਸਾਲਾਂ 'ਚ ਇੰਨਾ ਵੱਧ ਗਿਆ ਵੀ ਹੁਣ ਤਕਰੀਬਨ ਸਾਲ 2 ਸਾਲ 'ਚ $200 ਬਿਲੀਅਨ ਟੱਚ ਕਰਨਾ। ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰਾਈਮ ਮਿਨਿਸਟਰ ਮੋਦੀ ਜੀ 2.5 ਮਹੀਨਿਆਂ ਦੇ ਵਿੱਚ ਕੱਲ ਨੂੰ ਮਿਲ ਰਹੇ ਆ। ਇਹਦਾ ਮਤਲਬ ਹੈ ਵੀ ਦੇਅਰ ਬੋਥ ਕੰਟਰੀਜ਼ ਆਰ ਵੈਰੀ ਸਿੰਸੀਅਰ ਟੂ ਗਿਵ ਇਟ ਅ ਪੁਸ਼। ਕੀ ਹਰੀ ਕ੍ਰਾਂਤੀ ਦਾ ਕਾਰਨ ਵੀ ਅਮਰੀਕਾ ਦੁਆਰਾ ਦਿੱਤੀ ਗਈ ਸਹਾਇਤਾ ਸੀ? ਇਸ ਟਾਈਮ ਦੇ ਵਿੱਚ 800 ਲੱਖ ਟਨ ਕਣਕ ਅਮਰੀਕਾ ਨੇ ਬਹੁਤ ਸਸਤੇ ਭਾਅ ਦੇ ਵਿੱਚ ਰੁਪਈਆਂ ਵਿੱਚ ਸਾਨੂੰ ਦਿੱਤੀ। ਅੱਜ ਹਰੀ ਕ੍ਰਾਂਤੀ ਨੂੰ ਤਾਂ ਪੰਜਾਬ ਦੇ ਵਿੱਚ ਐ ਮੰਨਿਆ ਜਾਂਦਾ ਕਿ ਭਾਈ ਇਹਦੇ ਕਰਕੇ ਸਾਡੇ ਪੱਲੇ ਕੱਖ ਨਹੀਂ ਰਿਹਾ, ਸਾਡੀ ਭੂਮੀ ਜ਼ਹਿਰੀਲੀ ਹੋ ਗਈ ਤੇ ਸਾਡਾ ਪਾਣੀ ਵੀ ਚਲੇ ਗਿਆ। ਜੇ ਤੁਹਾਡੇ ਕੋਲ ਸਫੀਸ਼ੀਐਂਟ ਫੂਡ ਗ੍ਰੇਨ ਹੈ ਨਹੀਂ, ਤੁਸੀਂ ਬੜੇ ਵੀਕ ਕੰਟਰੀ ਹੋ। ਸੋ ਇਹ ਗ੍ਰੀਨ ਰੈਵੋਲੂਸ਼ਨ ਤੋਂ ਬਿਨਾਂ ਨਹੀਂ ਪੋਸੀਬਲ ਸੀ। ਇਹ ਜਿਹੜੇ ਮੁਲਕ ਹੈਗੇ 20 ਇਹਦੇ ਮੈਂਬਰ, ਉਹ ਤਕਰੀਬਨ ਜਿਹੜੀ ਦੁਨੀਆ ਦੀ GDP ਜਿਹਨੂੰ ਆਪਾਂ ਕਹਿੰਦੇ ਹਾਂ ਟੋਟਲ ਪੈਦਾਵਾਰ ਜਿੰਨਾ ਪੈਸਾ ਦੁਨੀਆ ਬਣਾਉਂਦੀ ਹੈ, 85% ਉਹ ਇਹਨਾਂ 20 ਕੰਟਰੀਜ਼ ਵਿੱਚ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਕੱਲ੍ਹ ਗਹਿਮਾ ਗਹਿਮੀ ਬਹੁਤ ਹੈ ਤੇ ਉਸ ਗਹਿਮਾ ਗਹਿਮੀ ਦਾ ਮੁੱਖ ਕਾਰਨ ਇਹ ਹੈ ਕਿ G20 ਸੰਮੇਲਨ ਹੋ ਰਿਹਾ। ਬਹੁਤ ਸਾਰੇ ਦੇਸ਼ਾਂ ਦੇ ਮੁਖੀ ਜਿਹੜੇ ਨੇ ਉਹ ਭਾਰਤ ਆ ਰਹੇ ਆ ਜਾਂ ਆ ਚੁੱਕੇ ਵੀ ਹੈ। ਹੁਣ G20 ਸੰਮੇਲਨ ਕੀ ਹੈ? ਅਸੀਂ ਪੰਜਾਬੀ ਜਿਹੜੇ ਆ ਉਹ ਕਈ ਵਾਰੀ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਤੇ, ਅੰਤਰਰਾਸ਼ਟਰੀ ਸੰਬੰਧਾਂ ਦੇ ਉੱਤੇ, ਵਿਸ਼ਵ ਵਿਆਪੀ ਮੁੱਦਿਆਂ ਦੇ ਉੱਤੇ ਸਾਡਾ ਧਿਆਨ ਘੱਟ ਹੀ ਹੁੰਦਾ, ਕਿਉਂਕਿ ਪੰਚੀ ਸਰਪੰਚੀ ਦੀਆਂ ਚੋਣਾਂ ਆ ਰਹੀਆਂ ਭਾਈ। ਆਪਾਂ ਤਾਂ ਪਿੰਡ ਦੀ ਗਲੀ ਨਾਲੀ ਦੇਖਣੀ ਹੈ। ਨਗਰ ਪੰਚਾਇਤ, ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਰਹੀਆਂ, ਪਰ ਨਹੀਂ, ਕਿਉਂਕਿ ਪੰਜਾਬੀ ਸਾਰੀ ਦੁਨੀਆ ਦੇ ਵਿੱਚ ਫੈਲੇ ਆ। ਤੇ ਜਦੋਂ ਦੁਨੀਆ ਦੇ ਵਿੱਚ ਫੈਲੇ ਆ, ਅਮਰੀਕਾ 'ਚ ਵੀ ਨੇ, ਆਸਟ੍ਰੇਲੀਆ 'ਚ ਵੀ ਨੇ, ਨਿਊਜ਼ੀਲੈਂਡ ਦੇ ਵਿੱਚ ਵੀ ਨੇ, ਤਾਂ ਬਹੁਤ ਜ਼ਰੂਰੀ ਹੋ ਜਾਂਦਾ ਇਸ ਮੌਕੇ ਦੇ ਉੱਤੇ ਕਿ ਅਸੀਂ ਦੁਨੀਆ ਦੇ ਨਾਲ ਕਦਮ ਮਿਲਾ ਕੇ ਤੁਰੀਏ। G20 ਸੰਮੇਲਨ ਕੀ ਸ਼ੈ ਆ? ਵੱਖ-ਵੱਖ ਦੇਸ਼ਾਂ ਦੇ ਮੁਖੀ ਜੇ ਭਾਰਤ ਆ ਰਹੇ ਨੇ ਤਾਂ ਉਹਦਾ ਭਾਰਤ ਦੇ ਉੱਤੇ ਅਸਰ ਕੀ ਹੋਏਗਾ? ਵਪਾਰਕ ਸੰਬੰਧ, ਵਿੱਤੀ ਸੰਬੰਧ ਸਾਡੇ ਮਜ਼ਬੂਤ ਹੋਣੇ ਕਿੰਨੇ ਕੁ ਜ਼ਰੂਰੀ ਆ ਤੇ ਕਿਹੜੇ ਦੇਸ਼ ਦੇ ਨਾਲ ਕਿੱਦਾਂ ਦੇ ਸੰਬੰਧ ਨੇ? ਅੱਜ ਆਪਾਂ ਖਾਸ ਤੌਰ ਦੇ ਉੱਤੇ ਅਮਰੀਕਾ ਦੀ ਗੱਲ ਕਰਾਂਗੇ, USA ਦੀ, ਕਿਉਂਕਿ USA ਦੁਨੀਆ ਦੀ ਬਹੁਤ ਵੱਡੀ ਮਹਾਸ਼ਕਤੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ। ਹਾਲਾਂਕਿ ਚੀਨ ਵਿੱਚ ਵਿਚਾਲੇ ਟੱਕਰ ਦਿੰਦਾ ਨਜ਼ਰ ਆਉਂਦਾ, ਪਰ ਭਾਰਤ ਦੇ ਅਮਰੀਕਾ ਦੇ ਨਾਲ ਸੰਬੰਧ ਕਿਹੋ ਜਿਹੇ ਨੇ? G20 ਸੰਮੇਲਨ ਦਾ ਖਾਸ ਤੌਰ ਦੇ ਉੱਤੇ ਭਾਰਤ ਦੇ ਉੱਤੇ ਅਸਰ ਕੀ ਹੋਏਗਾ? ਤੇ ਹੋਰ ਬਹੁਤ ਸਾਰੇ ਸਵਾਲ ਨੇ ਜਿਹੜੇ ਸਾਡੇ ਤੁਹਾਡੇ ਸਾਰਿਆਂ ਦੇ ਲਈ ਜਾਣਨੇ ਜ਼ਰੂਰੀ ਨੇ। ਤੇ ਅਸੀਂ ਉਹਦੇ ਲਈ ਡਾਕਟਰ ਪਾਲ ਸਿੰਘ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਭਾਈ ਇਹਦੇ ਉੱਤੇ ਪੂਰੀ ਪਕੜ ਜਿਹੜੀ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਡਾਕਟਰ ਪਾਲ ਸਿੰਘ ਸਿੱਧੂ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮ ਏਸ਼ੀਆ ਟੀਵੀ ਤੇ। ਸਤਿ ਸ਼੍ਰੀ ਅਕਾਲ ਬਾਠ ਸਾਹਿਬ ਤੇ ਪ੍ਰਾਈਮ ਏਸ਼ੀਆ ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਦੱਸਦਾ ਜਾਵਾਂ ਕਿ ਡਾਕਟਰ ਪਾਲ ਸਿੰਘ ਸਿੱਧੂ ਹਰੀ ਪਹਿਲਾਂ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਸਾਡਾ ਸਾਥ ਜਿਹੜਾ ਉਹ ਦੇ ਚੁੱਕੇ ਆ। ਖਾਸ ਤੌਰ ਦੇ ਉੱਤੇ ਉਹ ਮਹੱਤਵਪੂਰਨ ਮਸਲੇ ਜਿਹੜੇ ਸਾਡੇ ਵਰਗੇ ਸਧਾਰਨ ਲੋਕਾਂ ਦੀ ਪਕੜ ਤੋਂ ਬਾਹਰ ਹੁੰਦੇ ਆ। ਤੇ ਡਾਕਟਰ ਪਾਲ ਸਿੰਘ ਸਿੱਧੂ ਹੋਰਾਂ ਦਾ ਤਜਰਬਾ ਉਨਾ ਹੀ ਹੈ ਜਿੰਨਾ ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਸਾਡੇ ਦੇਸ਼ ਦਾ ਤਜਰਬਾ, ਕਿਉਂਕਿ 1950 ਦਾ ਉਹਨਾਂ ਦਾ ਜਨਮ ਹੈ, ਉਦੋਂ ਕੀ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀ। ਸੋ ਕਨਸਟੀਟਿਊਸ਼ਨ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਭਾਰਤ ਨੇ ਜਿੰਨਾ ਵੀ ਸਫ਼ਰ ਤੈਅ ਕੀਤਾ ਹੈ, ਉਨਾ ਹੀ ਉਮਰ ਦਾ ਪੰਥ ਜਿਹੜਾ ਉਹ ਡਾਕਟਰ ਸਿੱਧੂ ਹੋਰਾਂ ਨੇ ਜਿਹੜਾ ਉਹ ਤੈਅ ਕਰ ਲਿਆ। BSc ਐਗਰੀਕਲਚਰ ਗੋਲਡ ਮੈਡਲਿਸਟ ਨੇ ਉਹ। MSc ਐਗਰੀਕਲਚਰ ਦੀ ਫੈਲੋਸ਼ਿਪ ਦੇ ਇਮਤਿਹਾਨ ਦੇ ਵਿੱਚ ਭਾਰਤ ਦੇ ਵਿੱਚ ਉਹਨਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ। ਆਸਟ੍ਰੇਲੀਆ ਤੋਂ ਫਿਰ PhD ਨੇ। ਇਸੇ ਤਰੀਕੇ ਅਨੇਕਾਂ ਮਾਣ ਸਨਮਾਨ ਜਿਹੜੇ ਮਿਲ ਚੁੱਕੇ ਆ। ਸਹਾਇਕ ਪ੍ਰੋਫੈਸਰ ਦੇ ਅਹੁਦੇ ਤੋਂ ਲੈ ਕੇ ਯੂਨੀਵਰਸਿਟੀ ਦੇ ਡੀਨ ਤੱਕ ਦੇ ਅਹੁਦੇ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ। ਅਵਾਰਡਾਂ ਦੇ ਨਾਲ ਬਹੁਤ ਸਾਰੇ ਖੋਜ ਕਾਰਜ ਤੇ ਵਿਸ਼ਵ ਪੱਧਰੀ ਜਿਹੜੀਆਂ ਵਰਲਡ ਬੈਂਕ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਸਿਰਕਰਦਾ ਸੰਸਥਾਵਾਂ ਨੇ ਸਾਡੀ ਦੁਨੀਆ ਨੂੰ ਚਲਾਉਣ ਵਾਲੀਆਂ, ਉਹਦੇ ਨਾਲ ਭੂਮੀ ਮਾਹਿਰ ਦੇ ਤੌਰ ਦੇ ਉੱਤੇ ਇਹਨਾਂ ਦੀ ਜਿਹੜੀ ਹੈ ਲੰਬੇ ਸਮੇਂ ਦੀ ਜਿਹੜੀ ਹੈ ਉਹ ਕਾਰਜਸ਼ਾਲਾ ਜਿਹੜੀ ਉਹ ਰਹੀ ਹੈ। ਤੇ ਖਾਸ ਤੌਰ ਦੇ ਉੱਤੇ ਗਰੀਬੀ ਹਟਾਉਣ ਦੇ ਮਸਲੇ ਦੇ ਉੱਤੇ ਇਹਨਾਂ ਦੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਭਾਰਤ ਦੇ ਵਿੱਚ ਚੱਲਦੇ ਰਹੇ। ਮੈਂ ਬਹੁਤ ਸਾਰੀਆਂ ਚੀਜ਼ਾਂ ਇਸ ਕਰਕੇ ਸਕਿਪ ਕਰ ਰਿਹਾ ਇਹਨਾਂ ਦੇ ਬਾਬਤ ਦੱਸਣ ਤੋਂ ਕਿ ਅਸੀਂ ਸਿੱਧਾ ਮੁੱਦੇ ਤੇ ਆਉਂਦੇ ਹਾਂ। ਡਾਕਟਰ ਸਾਹਿਬ, ਮੈਂ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਕਿ ਇਦਾਂ ਅਸੀਂ ਕਦੇ ਨਹੀਂ ਸੀ ਦੇਖਿਆ। ਨਵੀਂ ਦਿੱਲੀ ਦਾ ਇੱਕ ਬਹੁਤ ਵੱਡਾ ਹਿੱਸਾ 2-3 ਦਿਨ ਬੰਦ ਰਹਿਣਾ, 2-3 ਦਿਨ ਟਰੱਕਾਂ ਦੀ ਐਂਟਰੀ ਦਿੱਲੀ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ।
ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਕਿ ਦਿੱਲੀ ਦੇ ਵਿੱਚ ਦੀ ਹੋ ਕੇ ਜਾਣੀਆਂ ਸੀ, ਉਹਨਾਂ ਨੂੰ ਸਿੱਧਾ ਕੱਢ ਦਿੱਤਾ ਗਿਆ ਜਾਂ ਉਹ 2-3 ਦਿਨ ਦੇ ਲਈ ਰੱਦ ਕਰ ਦਿੱਤੀਆਂ ਗਈਆਂ। ਮਿਜ਼ਾਈਲਾਂ ਬੀੜੀਆਂ, ਬਹੁਤ ਸਾਰੇ ਸੇਫ ਜ਼ੋਨ ਬਣਾਏ ਗਏ ਆ। ਜਾਣੀ G20 ਸੰਮੇਲਨ ਆਖਰਕਾਰ ਕੀ ਸ਼ੈ ਆ, ਇੰਨਾ ਇੰਪੋਰਟੈਂਟ ਕਿਉਂ ਆ, ਇਹਦੀ ਲੋੜ ਕਿਉਂ ਪਈ, ਬਣਿਆ ਕਿਉਂ ਸੀ, ਸਾਡੇ ਦੇਸ਼ ਦਾ ਇਹਦੇ ਨਾਲ ਸੰਬੰਧ ਕੀ ਹੈ, ਸਾਡੇ ਤੇ ਅਸਰ ਪ੍ਰਭਾਵ ਕੀ ਹੈ, ਥੋੜੀ ਜਿਹੀ ਗੱਲ ਖੋਲ ਕੇ ਦੱਸਿਓ। ਬਾਟ ਸਾਹਿਬ, G20 ਜਿਹੜਾ ਸਿਖਰ ਸੰਮੇਲਨ ਹੋ ਰਿਹਾ ਹੈ, ਇਹਦੇ 'ਚ 20 ਕੰਟਰੀਆਂ ਦੇ ਹੈਡਸ ਆਫ ਸਟੇਟ ਪਾਰਟੀਸਪੇਟ ਕਰ ਰਹੇ ਹਨ। ਤੇ ਇਹ ਕੰਟਰੀ ਹਨ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚੋਂ ਇੰਗਲੈਂਡ, ਜਰਮਨੀ, ਫਰਾਂਸ, ਇਟਲੀ, ਇੰਡੀਆ ਜੀ, ਚਾਈਨਾ, ਰਸ਼ੀਆ ਤੇ ਹੋਰ ਬਹੁਤ ਸਾਰੇ ਤਕਰੀਬਨ 20 ਕੰਟਰੀ ਹੈਗੇ ਜਿਹੜੇ ਪਾਰਟੀਸਪੇਟ ਕਰ ਰਹੇ ਹਨ। ਤੇ ਇਹਨਾਂ ਤੋਂ ਇਲਾਵਾ ਤਕਰੀਬਨ 10-15 ਸਪੈਸ਼ਲ ਇਨਵਾਈਟੀ ਕੰਟਰੀਜ਼ ਹਨ ਜਿਹੜੇ ਕਿ ਇੰਡੀਆ ਨੇ ਬੀਇੰਗ ਪ੍ਰੈਜ਼ੀਡੈਂਟ ਇਨਵਾਈਟ ਕੀਤੇ ਹਨ। ਇਹ ਜਿਹੜਾ G20 ਹੈ ਇਹ ਹੋਂਦ ਵਿੱਚ 1999 ਵਿੱਚ ਆਇਆ ਸੀ। ਹੋਇਆ ਕੀ ਕਿ 1997 ਤੇ 1998 ਦੇ ਵਿੱਚ ਈਸਟ ਏਸ਼ੀਆ ਦੀਆਂ ਜਿਹੜੀਆਂ ਥੋੜ੍ਹੇ ਸਾਲ ਪਹਿਲਾਂ 1994-95 'ਚ ਟਾਈਗਰ ਇਕੋਨਮੀਜ਼ ਕਹੀਆਂ ਜਾਂਦੀਆਂ ਸੀ, ਉਹਨਾਂ ਵਿੱਚ ਬਹੁਤ ਵੱਡੀ ਕ੍ਰਾਈਸਿਸ ਆ ਗਈ। ਉਹ ਕ੍ਰਾਈਸਿਸ ਇਸ ਤਰ੍ਹਾਂ ਦੀ ਆਈ ਵੀ ਉਹਨਾਂ ਨੇ ਆਪਦੀ ਇਕਨੋਮਿਕ ਗਰੋਥ ਲਈ ਜਾਂ ਐਕਸਪੋਰਟ ਕਰਨ ਲਈ ਬਹੁਤ ਲੋਨ ਲੈ ਲਏ। ਉਹ ਇਕਨੋਮਿਕ ਗਰੋਥ ਉਸ ਲੈਵਲ ਤੇ ਨਾ ਹੋਇਆ ਤੇ ਉਹਦੇ ਫਲਸਰੂਪ ਉਹਨਾਂ ਦੀਆਂ ਜਿਹੜੀਆਂ ਫੋਰਨ ਕਰੰਸੀ ਸੀ ਉਹਨਾਂ ਦੀ ਬਹੁਤ ਹੀ ਜ਼ਿਆਦਾ ਡੀਵੈਲੂਏਸ਼ਨ ਹੋਣ ਲੱਗੀ। ਉਹ ਇੱਕ ਕੰਟਰੀ ਸੀਗੇ ਇੰਡੋਨੇਸ਼ੀਆ ਦੀ ਤਕਰੀਬਨ ਰਹਿ ਕੇ 20% ਤੋਂ ਵੀ ਘੱਟ ਗਈ। ਸਭ ਤੋਂ ਪਹਿਲਾਂ ਥਾਈਲੈਂਡ 'ਚ ਬਹੁਤ ਵੱਡੀ ਪ੍ਰੋਬਲਮ ਆਈ, ਇਸੇ ਤਰ੍ਹਾਂ ਹੀ ਫਿਲੀਪੀਨਸ, ਸਾਊਥ ਕੋਰੀਆ। ਤੇ ਇਹ ਜਦੋਂ ਬਹੁਤ ਵੱਡੀ ਕ੍ਰਾਈਸਿਸ ਆਈ, ਫਾਈਨੈਂਸ਼ੀਅਲ ਕ੍ਰਾਈਸਿਸ, ਤੇ ਕਿਉਂਕਿ ਸਾਰੇ ਮੁਲਕ ਇੱਕ ਦੂਜੇ ਨਾਲ ਇੰਟਰਕਨੈਕਟਡ ਹੁੰਦੇ ਹਨ, ਇਸ ਕਰਕੇ ਇਹ ਇਕੱਲੀ ਈਸਟ ਏਸ਼ੀਆ 'ਚ ਹੀ ਨਹੀਂ ਰਹਿਣੀ ਸੀ, ਇਹਨੇ ਅੱਗੇ ਵੀ ਸਪਰੈਡ ਕਰਨਾ ਸੀ। ਇਸ ਕਰਕੇ ਉਹਨੂੰ ਰੋਕਣ ਲਈ ਬੜੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਇਹ G ਗਰੁੱਪ ਬਣਾਇਆ, G20 ਗਰੁੱਪ ਬਣਾਇਆ ਗਿਆ ਇਹ 1999 ਦੇ ਵਿੱਚ। ਜਦੋਂ ਇਹ ਓਰੀਜਨਲੀ ਬਣਿਆ ਉਦੋਂ ਇਹਦੇ ਵਿੱਚ ਸਿਰਫ ਫਾਈਨਾਂਸ ਮਿਨਿਸਟਰ ਹੁੰਦੇ ਸੀ, ਜਿਹੜੇ ਵਿੱਤ ਮੰਤਰੀ ਇਹਨਾਂ 20 ਮੁਲਕਾਂ ਦੇ, ਤੇ ਜਾਂ ਜਿਹੜੀਆਂ ਹੈਗੀਆਂ ਉਹਨਾਂ 20 ਕੰਟਰੀਆਂ ਦੀਆਂ ਜਿਹੜੀਆਂ ਹੈਗੀਆਂ ਨਾ ਸੈਂਟਰਲ ਬੈਂਕਸ, ਜਿਵੇਂ ਬੈਂਕ ਆਫ ਕੈਨੇਡਾ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ, ਆਪਣੀ ਫੈਡਰਲ ਰਿਜ਼ਰਵ ਆਫ USA, ਉਹਨਾਂ ਦੇ ਹੈੱਡ ਹੁੰਦੇ ਸੀਗੇ। ਸੋ ਤਾਂ ਕਿ ਉਹ ਜਿਹੜੀ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਹਨੂੰ ਛੇਤੀ ਸੋਲਵ ਕੀਤਾ ਜਾ ਸਕੇ। ਤੇ ਦੂਸਰਾ ਇਹ ਹੈਗਾ ਵੀ ਜਿਹੜੀ ਇਕਨੋਮਿਕ ਕੋਆਪਰੇਸ਼ਨ ਹੈ ਮੁਲਕਾਂ ਦੀ ਆਪਸ ਵਿੱਚ, ਸਾਂਝੀਵਾਲਤਾ, ਭਾਈਚਾਰਾ, ਰਲ ਕੇ ਜਿਹੜੀਆਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਇਹੋ ਜਿਹੀਆਂ ਸਡਨਲੀ ਆ ਜਾਂਦੀਆਂ ਉਹਨਾਂ ਦਾ ਕਿਵੇਂ ਹੱਲ ਲੱਭਿਆ ਜਾਵੇ। ਤੇ ਇਸ ਤਰ੍ਹਾਂ ਇਹ ਸ਼ੁਰੂ ਹੋਇਆ। ਇਹ ਹਜੇ ਸ਼ੁਰੂ ਹੋਏ ਨੂੰ ਤਕਰੀਬਨ 8 ਸਾਲ ਹੋਏ ਸੀ ਤੇ 2007 ਦੇ ਵਿੱਚ ਬਹੁਤ ਵੱਡੀ ਕ੍ਰਾਈਸਿਸ ਆ ਗਈ ਜਿਹੜੀ ਸ਼ੁਰੂ ਅਮਰੀਕਾ ਤੋਂ ਹੋਈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜੋ ਲੀਮਨ ਬ੍ਰਦਰਸ ਫੇਲ ਹੋ ਗਏ। ਉਹ 2007 ਤੋਂ 2008 ਦੀ ਜਿਹੜੀ ਕ੍ਰਾਈਸਿਸ ਸੀ ਉਹ ਇੰਨੀ ਵੱਡੀ ਕ੍ਰਾਈਸਿਸ ਸੀ, ਉਦੋਂ ਲੱਗਦਾ ਸੀ ਵੀ ਸਾਰੀ ਦੁਨੀਆ ਦਾ ਜਿਹੜਾ ਇੰਟਰਨੈਸ਼ਨਲ ਬੈਂਕਿੰਗ ਸਿਸਟਮ ਹੈ ਉਹ ਬੜਾ ਡਾਵਾਂਡੋਲ ਹੋ ਗਿਆ ਤੇ ਕਿਤੇ ਬਿਲਕੁਲ ਖਿਲਰੀ ਨਾ ਜਾਵੇ। ਉਦੋਂ ਜਿਹੜਾ ਇਹਦਾ ਲੈਵਲ ਵਧਾ ਕੇ ਉਦੋਂ ਕਰ ਦਿੱਤਾ ਗਿਆ ਹੈਡ ਆਫ ਦੀ ਗਵਰਨਮੈਂਟ ਲੈਵਲ ਦਾ। ਸੋ ਉਸ ਤੋਂ ਬਾਅਦ ਅੱਜ ਤੱਕ ਹੁਣ ਜਿਹੜੇ ਇਹਦੀ G20 ਸਿਖਰ ਸੰਮੇਲਨ ਹੁੰਦਾ ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰਸ ਉਹ ਆਉਂਦੇ, ਅਫਕੋਰਸ ਉਹਨਾਂ ਦੇ ਨਾਲ ਜਿਹੜੇ ਆਪਣੇ ਉਹਨਾਂ ਦੇ ਵਿੱਤ ਮੰਤਰੀ ਜਾਂ ਹੋਰ ਅਫਸਰ ਹੁੰਦੇ ਆ ਉਹ ਵੀ ਆਉਂਦੇ ਹੈਗੇ। ਇਸ ਤੋਂ ਇਲਾਵਾ ਜਿਹੜੇ ਫੈਡਰਲ ਜਿਹੜੀਆਂ ਸੈਂਟਰਲ ਬੈਂਕਸ ਦੇ ਚੇਅਰਮੈਨ ਸਾਰੇ ਹੁੰਦੇ ਆ। ਉਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਗਲੋਬਲ ਜਿਹਨੂੰ ਕਹਿੰਦੇ ਮਲਟੀਲੇਟਰਲ ਡਿਵੈਲਪਮੈਂਟ ਬੈਂਕਸ, ਜਿਵੇਂ ਵਰਲਡ ਬੈਂਕ ਹੋ ਗਿਆ, ਏਸ਼ੀਅਨ ਡਿਵੈਲਪਮੈਂਟ ਬੈਂਕ, ਅਮਰੀਕਨ ਡਿਵੈਲਪਮੈਂਟ ਬੈਂਕ, ਉਹ ਸਾਰੀਆਂ ਵੀ ਇਹਦੇ ਵਿੱਚ ਰੈਗੂਲਰਲੀ ਪਾਰਟੀਸਪੇਟ ਕਰਦੀਆਂ। ਤੇ ਇਹਨਾਂ ਦੀ ਮੀਟਿੰਗ ਹਰ ਸਾਲ ਹੁੰਦੀ ਹੈਗੀ। ਤੇ ਜਿਹੜੀ ਇਹਦਾ ਪ੍ਰੈਜ਼ੀਡੈਂਟ ਹੁੰਦਾ ਇੱਕ ਜਿਹੜਾ ਹੁੰਦਾ ਪ੍ਰੈਜ਼ੀਡੈਂਟ ਅਗਲੇ ਸਾਲ ਬਣਨਾ ਉਹ ਪ੍ਰੈਜ਼ੀਡੈਂਟ ਇਲੈਕਟ ਹੁੰਦਾ ਹੈ, ਤੇ ਇੱਕ ਹੁੰਦਾ ਜਿਹੜਾ ਪ੍ਰੈਜ਼ੀਡੈਂਟ ਪਿਛਲੇ ਸਾਲ ਸੀ। ਸੋ ਤਿੰਨਾਂ ਬੰਦਿਆਂ ਦੀ ਲੀਡਰਸ਼ਿਪ ਹੁੰਦੀ ਹੈ। ਸੋ ਦਸੰਬਰ ਤੋਂ ਲੈ ਕੇ ਪਿਛਲਾ ਜਿਹੜਾ ਦਸੰਬਰ ਲੰਘਿਆ ਹੈਗਾ ਉਸ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀ ਇਹਦੀ ਪ੍ਰੈਜ਼ੀਡੈਂਟਸ਼ਿਪ ਇੰਡੀਆ ਕੋਲੇ ਹੈ। ਸੋ ਇਹਦਾ ਜਿਹੜਾ ਸਿਖਰ ਸੰਮੇਲਨ ਉਹ ਹੋ ਰਿਹਾ ਹੈਗਾ 9 ਤੇ 10 ਸਤੰਬਰ ਨੂੰ। ਇਸ ਕਰਕੇ ਬਹੁਤ ਸਾਰੇ ਮੁਲਕਾਂ ਤੋਂ ਹੈਡਸ ਆਫ ਦੀ ਸਟੇਟ ਆਏ ਹੈਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਦੂਜੇ ਕੰਟਰੀ ਹੈਗੇ ਉਹਨਾਂ ਦੇ ਹੈਡਸ ਵੀ ਆਏ ਹੈਗੇ। ਇਸ ਕਰਕੇ ਇਹਦੇ ਵਾਸਤੇ ਬਹੁਤ ਸਿਕਿਉਰਿਟੀ ਦੀ ਲੋੜ ਸੀ। ਇੱਕ ਵਾਰੀ ਇਹ ਦੋ ਤਰ੍ਹਾਂ ਨਾਲ ਜਿਹੜਾ ਇਸ ਵਾਰੀ ਦਾ ਸਿਖਰ ਸੰਮੇਲਨ ਪਹਿਲਾਂ ਵਾਲਿਆਂ ਨਾਲੋਂ ਡਿਫਰੈਂਟ ਆ। ਇੱਕ ਆਪਾਂ ਅੱਗੇ ਸੋਚਦੇ ਸੀ ਵੀ ਆਮ ਹੁੰਦੀ ਸੀ ਵੀ ਗਰੀਬ ਤੇ ਅਮੀਰ ਪਹਿਲਾਂ ਕਹਿੰਦੇ ਸੀ, ਹੁਣ ਹੋ ਗਏ ਡਿਵੈਲਪ ਤੇ ਡਿਵੈਲਪਿੰਗ ਕੰਟਰੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਈਸਟ ਤੇ ਵੈਸਟ।
ਇੱਕ ਹੁਣ ਵੱਡਾ ਗਰੁੱਪ ਅਮਰਜ ਹੋ ਰਿਹਾ ਜਿਹਨੂੰ ਆਪਾਂ ਕਹਿੰਦੇ ਗਲੋਬਲ ਸਾਊਥ, ਸਾਰੇ ਜਿਹੜੇ ਡਿਵੈਲਪਿੰਗ ਕੰਟਰੀ ਇਕੱਠੇ। ਸੋ ਇੰਡੀਆ ਦੀ ਪ੍ਰੈਜ਼ੀਡੈਂਟਸ਼ਿਪ ਥੱਲੇ, ਪ੍ਰਾਈਮ ਮਿਨਿਸਟਰ ਮੋਦੀ ਜੀ ਦੇ ਥੱਲੇ ਜਿਹੜਾ ਗਲੋਬਲ ਸਾਊਥ ਉਹਨੂੰ ਬਹੁਤ ਹੀ ਮਹੱਤਤਾ ਦਿੱਤੀ ਗਈ ਹੈ, ਤਾਂ ਕਿ ਜਿਹੜੇ ਕੁਝ ਮੈਂਬਰ G20 ਦੇ ਜਿਹੜੇ ਕੰਟਰੀ ਜਿਹੜੇ G20 ਦੇ ਮੈਂਬਰ ਨਹੀਂ ਵੀ, ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਵੀ ਆਪਣਾ ਹਾਈਲਾਈਟ ਕੀਤਾ ਜਾ ਸਕੇ, ਤਾਂ ਕਿ ਜਿਹੜੀ ਸਾਡੀ ਇਕਨੋਮਿਕ ਕੋਆਪਰੇਸ਼ਨ ਹੈ, ਸਾਡੀ ਆਰਥਿਕ ਭਾਈਚਾਰਾ ਹੈ, ਸਾਡਾ ਆਰਥਿਕ ਸਾਂਝੀਵਾਲਤਾ ਉਹਨੂੰ ਹੋਰ ਬਹੁਤ ਲੈਵਲ ਤੇ ਲਿਜਾਇਆ ਜਾ ਸਕੇ। ਇਸੇ ਤਰ੍ਹਾਂ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਉਹਦੀ ਸਟੇਬਿਲਿਟੀ ਨੂੰ ਹੋਰ ਵੀ ਇੰਪਰੂਵ ਕੀਤਾ ਜਾ ਸਕੇ। ਸੋ ਇਸ ਲਈ ਇਹਦੇ ਵਿੱਚ ਦੂਸਰਾ ਜਿਹੜਾ ਇੰਡੀਆ ਨੇ ਇਨੀਸ਼ੀਏਟਿਵ ਇਹ ਲਿਆ ਹੈਗਾ ਕਿ ਤਕਰੀਬਨ ਇਸ ਸਾਲ ਦੇ ਵਿੱਚ ਭਾਰਤ ਦੇ 60 ਸ਼ਹਿਰਾਂ ਵਿੱਚ ਤਕਰੀਬਨ 100 ਮੀਟਿੰਗਸ ਹੋਈਆਂ ਪਿਛਲੇ ਜਨਵਰੀ ਤੋਂ ਸ਼ੁਰੂ ਲੈ ਕੇ ਹੁਣ ਤੱਕ। ਉਹਨਾਂ ਵਿੱਚ ਤਕਰੀਬਨ 1 ਲੱਖ ਤੋਂ ਜ਼ਿਆਦਾ ਐਕਸਪਰਟਾਂ ਨੇ, ਪੋਲੀਟੀਸ਼ੀਅਨਾਂ ਨੇ, ਪੋਲੀਟੀਕਲ ਲੀਡਰਸ ਨੇ, ਮਿਨਿਸਟਰਾਂ ਨੇ ਹਿੱਸਾ ਲਿਆ ਹੈ। ਉਹ ਸਾਰੇ 125 ਕੰਟਰੀਜ਼ ਤੋਂ ਆਏ ਹਨ। ਸੋ ਇਸ ਕਰਕੇ ਇਸ ਵਾਰ ਇੰਡੀਆ ਦੀ ਲੀਡਰਸ਼ਿਪ ਥੱਲੇ ਜਿਹੜਾ G20 ਦੀ ਪ੍ਰੋਫਾਈਲ ਬਹੁਤ ਹੀ ਰੇਜ਼ ਕੀਤੀ ਗਈ ਹੈ, ਤੇ ਕਿਉਂਕਿ ਬੜੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਆ ਰਹੇ ਆ, ਇਸ ਲਈ ਇਸ ਤਰ੍ਹਾਂ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਐਂਡ ਜਿਹੜੀ ਦਿੱਲੀ ਦੀ ਪਾਪੂਲੇਸ਼ਨ ਹੈ, ਮੇਰਾ ਜਿਸ ਦਾ ਖਿਆਲ ਹੈ, ਕਿਉਂਕਿ ਮੈਂ ਵੀ ਦਿੱਲੀ ਦੀ ਸਪਰ ਵਿੱਚ ਹੀ ਰਿਹਾ ਜ਼ਿਆਦਾ ਟਾਈਮ, ਗੁੜਗਾਉਂ, ਉਹ ਅੰਡਰਸਟੈਂਡ ਕਰਦੇ ਆ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਕੰਟਰੀ ਨੇ ਆਪਦਾ ਇੰਟਰਨੈਸ਼ਨਲ ਲੈਵਲ ਤੇ ਨਾਮ ਬਹੁਤ ਉੱਚਾ ਚੱਕਣਾ ਹੁੰਦਾ, ਥੋੜ੍ਹੀ ਘਣੀ ਤਕਲੀਫ ਆਉਂਦੀ ਹੈ। ਮੇਰਾ ਖਿਆਲ ਹੈ ਲੋਕੀ ਉਹ 3-4 ਦਿਨ ਦੀ ਗੱਲ ਹੈ ਤੇ ਉਹਨੂੰ ਮਤਲਬ ਆਪੇ ਲੰਘ ਜਾਏਗਾ। ਪਰ ਇੰਡੀਆ ਲਈ ਇਹ ਬਹੁਤ ਵੱਡਾ ਮੌਕਾ ਹੈ ਤੇ ਇੰਡੀਆ ਨੇ ਇਹਦੇ ਲਈ ਤਿਆਰੀ ਬਹੁਤ ਕੀਤੀ ਹੈ। ਐਂਡ ਸਾਲ ਭਰ ਐਕਟੀਵਿਟੀਜ਼ ਰਹੀਆਂ ਜਿਹੜੀਆਂ ਕਿ ਅੱਗੇ ਕਦੇ ਨਹੀਂ ਹੁੰਦੀਆਂ। ਤੇ ਜਿਹੜਾ ਪ੍ਰੈਜ਼ੀਡੈਂਟ ਹੁੰਦਾ, ਜਿਸ ਤਰ੍ਹਾਂ ਇਸ ਤਰ੍ਹਾਂ ਉਹ ਚੂਜ਼ ਕਰਦਾ ਵੀ ਥੀਮ ਕੀ ਹੈ। ਹੁਣ ਇਸ ਏਰੀ ਦਾ ਥੀਮ ਹੈ 1 ਅਰਥ, 1 ਫੈਮਿਲੀ ਐਂਡ 1 ਫਿਊਚਰ। ਬਈ ਅਸੀਂ ਜਿੰਨੇ ਲੋਕ ਇਸ ਦੁਨੀਆ ਤੇ ਰਹਿੰਦੇ ਹਾਂ, ਧਰਤੀ ਤੇ ਅਸੀਂ ਸਾਰੇ ਇਕੱਠੇ ਹਾਂ, ਇੱਕੋ ਹੀ ਸਾਡਾ ਪਰਿਵਾਰ ਹੈ ਤੇ ਸਾਡਾ ਫਿਊਚਰ ਵੀ ਸਾਂਝਾ। ਕਿਉਂਕਿ ਜਿਹੜੀਆਂ ਹੁਣ ਵੱਡੀਆਂ ਗਲੋਬਲ ਲੈਵਲ ਤੇ ਪ੍ਰੋਬਲਮ ਆ ਰਹੀਆਂ, ਅਸੀਂ ਰਲ ਕੇ ਸੋਲਵ ਕਰਨੀਆਂ, ਜਿਵੇਂ ਕਲਾਈਮੇਟ ਚੇਂਜ ਹੈ, ਆਫਕੋਰਸ ਫਾਈਨੈਂਸ਼ੀਅਲ ਕ੍ਰਾਈਸਿਸ ਜਾਂ ਜਿਹੜੇ ਇਕਨੋਮਿਕ ਕ੍ਰਾਈਸਿਸ, ਉਹ ਤੱਕ ਮੈਂ ਕਵਰ ਕਰ ਹੀ ਚੁੱਕਿਆ। ਇੱਕ ਜਿਹੜੀ ਐਸੀ ਵੇਰੀਏਸ਼ਨ, ਜਿਹੜੀ ਥੋੜ੍ਹੀ ਜਿਹੀ ਵੇਰੀਏਸ਼ਨ ਇੰਡੀਆ ਨੇ ਕੀਤੀ ਹੈ, ਨਾਰਮਲੀ ਜਦੋਂ ਐਡਾ ਵੱਡਾ ਲੀਡਰਾਂ ਦਾ ਮਹਾਂ ਸੰਮੇਲਨ ਹੁੰਦਾ ਹੈ, ਉਹਦੇ ਵਿੱਚ ਬਾਈਲੇਟਰਲ ਮੀਟਿੰਗ ਨਹੀਂ ਰੱਖੀਆਂ ਜਾਂਦੀਆਂ। ਮਤਲਬ ਜਿਹੜੀਆਂ ਹੁੰਦੀਆਂ ਵੀ ਇੱਕ ਪ੍ਰਾਈਮ ਮਿਨਿਸਟਰ ਤੇ ਇੱਕ ਕੋਈ ਪ੍ਰੈਜ਼ੀਡੈਂਟ ਆਪਸ ਵਿੱਚ ਕਿਤੇ ਮਿਲ ਲਏ, ਕਿਸੇ ਵੀ ਕੰਟਰੀ ਦੇ ਹੋਣ। ਪਰ ਐਰਕੇ ਇੰਡੀਆ ਨੇ 2 ਬੜੀਆਂ ਹਾਈ ਬਾਈਲੇਟਰਲ ਮੀਟਿੰਗ ਰੱਖੀਆਂ। ਉਹਦੇ ਲਈ ਕੱਲ੍ਹ ਨੂੰ ਸਵੇਰੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਰਹੇ ਆ, ਤੇ ਕੱਲ੍ਹ ਨੂੰ ਸਾਰਾ ਦਿਨ ਜਿਹੜੀ ਇੰਡੀਆ ਤੇ USA ਦੀ ਬਾਈਲੇਟਰਲ ਮੀਟਿੰਗ ਹੋਣੀ ਹੈ ਅਮਰੀਕਾ ਤੇ ਹਿੰਦੁਸਤਾਨ ਦੇ ਵਿੱਚ। ਇਸੇ ਤਰ੍ਹਾਂ ਹੀ ਇੱਕ ਜਿਹੜਾ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ, ਉਹਨਾਂ ਨਾਲ ਵੀ ਬਾਈਲੇਟਰਲ ਮੀਟਿੰਗ ਰੱਖੀ ਹੈਗੀ। ਉਸ ਤੋਂ ਇਲਾਵਾ ਜਿਹੜੀਆਂ ਬਾਕੀ ਕੰਟਰੀਆਂ ਦੀਆਂ ਆਪਸ ਵਿੱਚ ਮੀਟਿੰਗ ਹੁੰਦੀਆਂ, ਉਹ ਤਾਂ ਹੁੰਦੀਆਂ ਹੀ ਰਹਿਣੀਆਂ। ਪਰ ਜਿਹੜਾ ਮੇਨ ਥੀਮ ਹੈ ਵੀ ਸਾਨੂੰ ਇਹ G20 ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਕਿਵੇਂ ਹੱਲ ਕਰਨਾ। ਦੂਸਰਾ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਇਹ ਜਿਹੜੇ ਮੁਲਕ ਹੈਗੇ 20 ਇਹਦੇ ਮੈਂਬਰ, ਉਹ ਤਕਰੀਬਨ ਜਿਹੜੀ ਦੁਨੀਆ ਦੀ GDP ਜਿਹਨੂੰ ਆਪਾਂ ਕਹਿੰਦੇ ਹਾਂ ਟੋਟਲ ਪੈਦਾਵਾਰ, ਜਿੰਨਾ ਪੈਸਾ ਦੁਨੀਆ ਬਣਾਉਂਦੀ ਹੈ, 85% ਉਹ ਇਹਨਾਂ 20 ਕੰਟਰੀਜ਼ ਵਿੱਚ ਹੈ। ਇਸੇ ਤਰ੍ਹਾਂ ਜਿਹੜੇ ਇਹਨਾਂ ਕੰਟਰੀਆਂ ਦਾ ਆਪਸ ਵਿੱਚ ਵਪਾਰ ਹੁੰਦਾ ਹੈਗਾ, ਜਿਹੜੇ G20 ਦੇ ਮੈਂਬਰ ਹੈਗੇ, ਉਹ ਵਪਾਰ ਵੀ ਤਕਰੀਬਨ ਜਿੰਨਾ ਸਾਰੀ ਦੁਨੀਆ ਦਾ ਵਪਾਰ ਹੁੰਦਾ, ਉਹਦਾ 75% ਤੋਂ ਜ਼ਿਆਦਾ ਇਹ 20 ਕੰਟਰੀ ਕਰਦੇ ਹਨ। ਸੋ ਇਸ ਕੰਟੈਕਸਟ ਦੇ ਵਿੱਚ ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਤੇ ਇਸ ਲਈ ਆਈ ਥਿੰਕ ਲੈਟਸ ਹੋਪ ਕਿ ਇਹਦੇ ਵਿੱਚੋਂ ਕੋਈ ਬਹੁਤ ਚੰਗੇ ਨਤੀਜੇ ਨਿਕਲਣ, ਜਿਹਦੇ ਤੇ ਮਾਨਵਤਾ ਦਾ, ਹਿਊਮੈਨਿਟੀ ਦਾ ਸੁਧਾਰ ਹੋਵੇ। ਜਿਹੜੀਆਂ ਸਾਨੂੰ ਸਮੱਸਿਆਵਾਂ ਕੋਈ ਆ ਰਹੀਆਂ ਬਹੁਤ ਵੱਡੀਆਂ, ਕਲਾਈਮੇਟ ਚੇਂਜ ਦੀਆਂ, ਰੀਨਿਊਏਬਲ ਐਨਰਜੀ ਦੀਆਂ, ਜਾਂ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਲੜਾਈ ਹੈਗੀ, ਉਹ ਬੰਦ ਹੋ ਸਕੇ, ਪੀਸ ਦੁਨੀਆ ਵਿੱਚ ਅਮਨ ਚੈਨ ਹੋਵੇ, ਕੰਟਰੀ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ, ਤਾਂ ਕਿ ਜਿਹੜੇ ਖਾਸ ਕਰ ਗਰੀਬ ਮੁਲਕ ਆ ਜਿਨ੍ਹਾਂ ਨੂੰ ਬਹੁਤ ਮੁਸ਼ਕਿਲ ਆ ਰਹੀਆਂ, ਉਹਨਾਂ ਦੀਆਂ ਮੁਸ਼ਕਿਲਾਂ ਘਟਣ। ਜੀ ਡਾਕਟਰ ਸਾਹਿਬ, ਬਿਲਕੁਲ ਇਹ G20 ਸੰਮੇਲਨ ਜਿੱਦਾਂ ਤੁਸੀਂ ਬੜੇ ਵਿਸਥਾਰ ਦੇ ਵਿੱਚ ਦੱਸਿਆ, ਕਿਉਂਕਿ ਬਹੁਤ ਸਾਰੀਆਂ ਸਮੱਸਿਆਵਾਂ ਇੱਦਾਂ ਦੀਆਂ ਕੋਈ ਵੀ ਮੁਲਕ ਇਕੱਲਿਆਂ ਹੱਲ ਨਹੀਂ ਕਰ ਸਕਦਾ। ਉੱਥੇ ਤਾਂ ਸਾਂਝੇ ਉੱਦਮ ਹੋਣਗੇ ਤਾਂ ਸ਼ਾਇਦ ਉਹਨਾਂ ਨੂੰ ਅਸੀਂ ਥੋੜ੍ਹਾ ਬਹੁਤ ਚੁਣੌਤੀ ਉਹਨਾਂ ਸਮੱਸਿਆਵਾਂ ਨੂੰ ਦੇ ਸਕਾਂਗੇ। ਸੋ ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇੱਕ ਤਾਂ ਸੁੱਖ ਸਬੀਲੀ ਸਾਰਾ ਕੰਮ ਲੰਘ ਜੇ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਜਦੋਂ ਵੱਡੇ ਲੀਡਰ ਆਏ ਹੁੰਦੇ ਆ ਤੇ ਉਦੋਂ ਸੁਰੱਖਿਆ ਦੇ ਪੱਖ ਤੋਂ ਸਾਰਾ ਕੁਝ ਠੀਕ ਰਹੇ। ਤੇ ਦੂਸਰਾ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਭਾਈ ਇਹਦੇ ਵਿੱਚ ਕੋਈ ਵਪਾਰਕ ਤੌਰ ਦੇ ਉੱਤੇ ਲਾਹਾ ਕਿਹਨੇ ਲੈਣਾ ਕਿਹਨੇ ਨਹੀਂ ਲੈਣਾ,
ਉਧਰਲੇ ਪਾਸੇ ਨੂੰ ਕਿਸੇ ਵੀ ਲੀਡਰ ਦੀ ਮਨਸ਼ਾ ਘੱਟ ਹੋਵੇ ਤੇ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਕੇ ਇਸ ਧਰਤੀ ਨੂੰ ਹੋਰ ਜ਼ਿਆਦਾ ਰਹਿਣਯੋਗ ਕਿਵੇਂ ਬਣਾਉਣਾ, ਉਹਦੇ ਤੇ ਜੇ ਇਮਾਨਦਾਰੀ ਦੇ ਨਾਲ ਵਿਚਾਰ ਵੱਧ ਹੋਣਗੇ ਤਾਂ ਚੰਗਾ। ਹੁਣ ਡਾਕਟਰ ਸਾਹਿਬ ਇਹਦੇ ਵਿੱਚ ਮੈਨੂੰ ਇੱਕ ਚੀਜ਼ ਦੱਸਿਓ, ਸਭ ਤੋਂ ਵੱਧ ਨਜ਼ਰਾਂ ਟਿਕੀਆਂ ਕਿ ਅਮਰੀਕਾ ਦੇ ਰਾਸ਼ਟਰਪਤੀ ਸਾਹਿਬ ਨੇ ਆਉਣਾ, ਉਹਨਾਂ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਮੀਟਿੰਗ ਹੋਣੀ ਹੈ, ਹੋਰ ਵੀ ਬਹੁਤ ਸਾਰੇ ਲੋਕ ਆਉਣਗੇ, ਪਰ ਇਸ ਮੀਟਿੰਗ ਦੇ ਉੱਤੇ ਨਜ਼ਰਾਂ ਟਿਕੀਆਂ ਕਿਉਂਕਿ ਦੁਨੀਆ ਦੇ ਦੋਏ ਵੱਡੇ ਲੋਕਤੰਤਰੀ ਮੁਲਕ ਨੇ, ਵੋਟਾਂ ਪਾ ਕੇ ਉੱਥੇ ਹੈੱਡ ਚੁਣੇ ਜਾਂਦੇ ਨੇ। ਦੋਏ ਮੁਲਕਾਂ ਦੇ ਵਿੱਚ ਆਪਸ ਦੇ ਵਿੱਚ ਸੰਬੰਧ ਵੀ ਹੁਣ ਚੰਗੇ ਆ, ਵਪਾਰ ਵੀ ਵੱਧ ਰਿਹਾ ਹੈ। ਭਾਰਤ ਤੇ ਅਮਰੀਕਾ ਦੇ ਆਪਸ ਦੇ ਵਿੱਚ ਸੰਬੰਧਾਂ ਦਾ ਦੌਰ ਕਿੱਦਾਂ ਦਾ ਰਿਹਾ ਹੈ? ਇਹ ਕਦੇ ਕਿਤੇ ਹੁੰਦੇ ਆ, ਕਦੇ ਕਿਤੇ ਹੁੰਦੇ ਆ। ਅੱਜ ਉਹ ਸੰਬੰਧ ਆਪਸ ਦੇ ਵਿੱਚ, ਚਾਹੇ ਉਹ ਆਰਥਿਕ ਤੌਰ ਤੇ ਹੈ, ਚਾਹੇ ਉਹ ਰਣਨੀਤਿਕ ਤੌਰ ਤੇ ਹੈ, ਚਾਹੇ ਉਹ ਫੌਜੀ ਤੌਰ ਤੇ ਹੈ, ਉਹ ਕਿੱਥੇ ਕੁ ਖਲੋਤੇ ਨੇ, ਖਾਸ ਤੌਰ ਤੇ ਵਿੱਤੀ ਸੰਬੰਧ। ਤੇ ਦੂਸਰਾ, ਮੇਰੇ 3 ਤੌਖਲੇ ਨੇ ਇਹਦੇ ਵਿੱਚ, ਉਹ ਨਾਲੋਂ ਨਾਲ ਨਿਵਾਰਨ ਕਰ ਦਿਓ। ਸਾਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਵੱਡੇ ਮੁਲਕ ਸਾਡੇ ਨਾਲ ਸ਼ਾਇਦ ਸੰਬੰਧ ਇਸ ਕਰਕੇ ਵੀ ਵਧਾਉਂਦੇ ਆ ਕਿ ਭਾਰਤ ਦੇ ਵਿੱਚ ਆਬਾਦੀ ਬੜੀ ਹੈ ਤੇ ਇਹ ਇੱਕ ਮੰਡੀ ਹੈ। ਉਹਨਾਂ ਨੇ ਚੀਜ਼ਾਂ ਵਸਤਾਂ ਜਿਹੜੀਆਂ ਇਸ ਮੰਡੀ ਦੇ ਵਿੱਚ ਵਸਦੇ ਲੋਕਾਂ ਨੂੰ ਵੇਚਣੀਆਂ, ਗਾਹਕ ਨੇ। ਦੂਸਰਾ ਇੱਕ ਇਹ ਵੀ ਦੱਸਿਓ ਕਿ ਜੇ ਸਾਡੇ ਅਮਰੀਕਾ ਦੇ ਨਾਲ ਸੰਬੰਧ ਚੰਗੇ ਹੋ ਰਹੇ ਆ ਤਾਂ ਸਾਡੇ ਮੋਢਿਆਂ ਦੇ ਉੱਤੇ ਚੀਨ ਬੈਠਾ। ਕੀ ਅਮਰੀਕਾ ਦੇ ਨਾਲ ਸਾਡੇ ਵੱਧਦੇ ਸੰਬੰਧ ਚੀਨ ਦੇ ਨਾਲ ਸਾਡੀ ਹੋਰ ਜ਼ਿਆਦਾ ਕੁੜੱਤਣ ਤਾਂ ਨਹੀਂ ਕਿਤੇ ਪੈਦਾ ਕਰ ਦੇਣਗੇ ਇਸ ਖਿੱਤੇ ਦੇ ਵਿੱਚ? ਤੀਸਰੀ ਗੱਲ, ਕਦੇ ਠੰਡੀ ਜੰਗ ਚੱਲਦੀ ਹੁੰਦੀ ਸੀ, ਰੂਸ ਭਾਰਤ ਦਾ ਮਿੱਤਰ ਹੁੰਦਾ ਸੀ, ਜਿੰਨਾ ਕੁ ਅਸੀਂ ਮਾੜਾ ਮੋਟਾ ਪੜ੍ਹਿਆ ਸੁਣਿਆ, ਉਦੋਂ ਅਮਰੀਕਾ ਵਾਲੇ ਕਦੇ ਕਦੇ ਅੱਖਾਂ ਵੀ ਵਿਖਾਉਂਦੇ ਹੁੰਦੇ ਸੀ। ਤੇ ਕੀ ਹੁਣ ਉਹ ਸਾਰੀਆਂ ਚੀਜ਼ਾਂ ਬੈਠ ਗਈਆਂ? ਕਿੱਥੇ ਕਿ ਨੇ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਦਾ ਸਫ਼ਰ ਅੱਜ ਕਿੱਥੇ ਕੁ ਪੁੱਜਿਆ ਜੀ? ਬਾਠ ਸਾਹਿਬ, ਤੁਸੀਂ ਬਹੁਤ ਸੋਹਣੇ ਸਵਾਲ ਕੀਤੇ ਹੈ, ਪਰ ਸਵਾਲ ਬਹੁਤ ਜ਼ਿਆਦਾ ਹੈ। ਮੈਂ ਹੌਲੀ ਇੱਕ ਇੱਕ ਕਰਕੇ ਕੋਸ਼ਿਸ਼ ਕਰੂੰਗਾ ਤੇ ਜੇ ਮੈਂ ਇਹਨਾਂ ਜਵਾਬ ਦੇਣ 'ਚ ਕੋਈ ਭੁੱਲ ਗਿਆ ਤੇ ਮੈਨੂੰ ਦੁਬਾਰਾ ਯਾਦ ਕਰਾ ਦਿਓ। ਆਪਾਂ ਸ਼ੁਰੂ ਇੱਥੋਂ ਕਰਦੇ ਹਾਂ ਵੀ ਜਿਹੜੇ ਅਮਰੀਕਾ ਨਾਲ ਭਾਰਤ ਦੇ ਸੰਬੰਧ ਸ਼ੁਰੂ ਕਿੱਥੋਂ ਹੋਏ। ਜਦੋਂ ਭਾਰਤ ਆਜ਼ਾਦ ਹੋਇਆ 1947 'ਚ, ਅਸੀਂ ਇੱਕ ਗਰੀਬ ਮੁਲਕ ਸੀ। ਸਾਡੀ ਤਕਰੀਬਨ 35 ਕਰੋੜ ਪਾਪੂਲੇਸ਼ਨ ਸੀ। ਸਾਡੇ ਕੋਲੇ ਆਪਣਾ ਪੇਟ ਭਰਨ ਲਈ ਕਣਕ ਹੈ ਨਹੀਂ ਸੀ। ਅੱਜ ਤੁਸੀਂ ਮੰਨੋਗੇ ਨਹੀਂ ਵੀ ਪੰਜਾਬ 'ਚ ਨੂੰ ਆਪਾਂ ਫੂਡ ਬਾਸਕਟ ਕਹਿੰਦੇ ਆ। 1947, 48, 50 'ਚ ਪੰਜਾਬ ਵੀ ਹਰ ਸਾਲ 37,000 ਟਨ ਬਾਹਰੋਂ ਹੋਰਨਾਂ ਥਾਵਾਂ ਤੋਂ ਫੂਡ ਗ੍ਰੇਨ ਇੰਪੋਰਟ ਕਰਦਾ ਸੀਗਾ। ਮਤਲਬ ਪੰਜਾਬ ਵੀ ਫੂਡ ਡੈਫੀਸਿਟ ਆਪਣੀ ਖਾਣ ਲਈ। ਮਤਲਬ ਉਦੋਂ ਪੰਜਾਬ ਦੀ ਆਪਣੀ ਜਿਹੜੀ ਹੁਣ ਨਾਲ ਦੀ ਪਾਪੂਲੇਸ਼ਨ ਆਪਣਾ ਤਕਰੀਬਨ ਚੌਥਾ ਹਿੱਸਾ ਪਾਪੂਲੇਸ਼ਨ ਹੋਊ। ਉਦੋਂ ਆਪਣਾ ਪੰਜਾਬੀਆਂ ਦਾ ਢਿੱਡ ਭਰਨ ਲਈ ਪੰਜਾਬ ਸਰਕਾਰ 37,000 ਟਨ ਕਣਕ ਹੀ ਖਾਂਦੇ ਸੀ ਆਪਾਂ ਜ਼ਿਆਦਾ। 37,000 ਟਨ ਬਾਹਰੋਂ ਕਣਕ ਮੰਗਵਾਉਂਦੀ ਸੀ। ਸੋ ਇਹ ਹਾਲ ਸੀ। ਸੋ ਫਿਰ ਕੀ ਹੋਇਆ, ਸਾਡੀ ਪਾਪੂਲੇਸ਼ਨ ਬਹੁਤ ਜਲਦੀ ਨਾਲ ਵਧਣ ਲੱਗ ਗਈ ਤੇ ਪਰ ਸਾਡੀ ਪੈਦਾਵਾਰ ਨਹੀਂ ਵੱਧ ਰਹੀ ਸੀ। ਉਸ ਔਖੇ ਮੌਕੇ ਅਮਰੀਕਾ ਨੇ ਸਾਡਾ ਹੱਥ ਫੜਿਆ। ਤੇ ਤੀਜੀ ਪ੍ਰੋਬਲਮ ਸਾਡੀ ਇਹ ਸੀ ਵੀ ਸਾਡੇ ਕੋਲੇ ਫੋਰਨ ਕਰੰਸੀ ਹੈ ਨਹੀਂ ਸੀ, ਡਾਲਰ ਹੈ ਨਹੀਂ ਸੀ ਕਣਕ ਖਰੀਦਣ ਨੂੰ ਅੰਤਰਰਾਸ਼ਟਰੀ ਮੰਡੀ ਦੇ ਵਿੱਚ। ਸੋ ਅਮਰੀਕਾ ਨੇ ਕਿਹਾ ਵੀ ਮੈਂ ਤੁਹਾਨੂੰ ਇੰਡੀਅਨ ਰੂਪੀਜ਼ ਦੇ ਵਿੱਚ ਤੁਸੀਂ ਕਣਕ ਖਰੀਦੋ ਤੇ ਮੈਂ ਤੁਹਾਨੂੰ ਸਸਤੇ ਭਾਅ ਤੇ ਇੰਡੀਅਨ ਰੂਪੀਜ਼ ਕਣਕ ਦੇਵਾਂਗਾ। ਇਹ 1955 'ਚ ਸ਼ੁਰੂ ਹੋਇਆ ਤੇ ਜਿਹੜਾ ਇੰਡੀਅਨ ਰੂਪੀਜ਼ ਸੀ ਉਹ ਮੁੜ ਕੇ ਅਮਰੀਕਾ ਨੇ ਯੂਜ਼ ਵੀ ਅਮਰੀਕਾ 'ਚ ਕੀਤਾ। ਉਹ ਬਾਅਦ 'ਚ ਉਹਨੂੰ ਡਾਲਰ ਕਨਵਰਟ ਕਰਕੇ ਬਾਹਰ ਨਹੀਂ ਲੈ ਕੇ ਗਏ। ਸੋ ਉਹਦੇ ਨਾਲ ਇਹ ਹੋਇਆ ਵੀ ਇੱਕ ਤਕਰੀਬਨ ਇਹ 1955 ਤੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ 1972-73 ਤੱਕ ਚੱਲਦਾ ਰਿਹਾ। ਤੁਸੀਂ ਯਕੀਨ ਨਹੀਂ ਕਰੋਗੇ, ਇਸ ਟਾਈਮ ਦੇ ਵਿੱਚ 800 ਲੱਖ ਟਨ ਕਣਕ ਅਮਰੀਕਾ ਨੇ ਬਹੁਤ ਸਸਤੇ ਭਾਅ ਦੇ ਵਿੱਚ ਰੁਪਈਆਂ ਵਿੱਚ ਸਾਨੂੰ ਦਿੱਤੀ। ਦੂਸਰਾ ਇਹ ਹੁੰਦਾ ਵੀ ਜੇ ਕੋਈ ਗਰੀਬ ਆ ਉਹਨੂੰ ਇਕੱਲੀ ਰੋਟੀ ਦੇਈ ਜਾਓ ਨਾ, ਉਹ ਪੇਟ ਤਾਂ ਭਰ ਜਾਂਦਾ, ਪਰ ਉਹਦੀ ਪ੍ਰੋਬਲਮ ਤੁਸੀਂ ਜਿਹਨੂੰ ਆਪਾਂ ਕਹਿੰਦੇ ਨਾ ਪੱਕੇ ਤੌਰ ਤੇ ਹੱਲ ਨਹੀਂ ਕਰ ਸਕਦੇ। ਇਸੇ ਲੜੀ ਦੇ ਵਿੱਚ ਅਮਰੀਕਾ ਨੇ ਸਾਡੀ ਬਹੁਤ ਮਦਦ ਕੀਤੀ ਉਸ ਵੇਲੇ ਕਿ ਸਾਡਾ ਜਿਹੜਾ ਫੂਡ ਪ੍ਰੋਡਕਸ਼ਨ ਦਾ ਸਿਸਟਮ ਹੈ ਉਹਨੂੰ ਇੰਪਰੂਵ ਕੀਤਾ ਜਾਵੇ। ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਵੀ ਉਹਦੇ ਜਦੋਂ 1955 'ਚ ਕਣਕ ਦੇਣੀ ਸ਼ੁਰੂ ਕੀਤੀ, ਹਿੰਦੁਸਤਾਨ ਦੇ ਲੀਡਰਾਂ ਨੇ ਬਹਿ ਕੇ ਜਾਂ ਸਾਇੰਟਿਸਟਾਂ ਨੇ ਬਹਿ ਕੇ ਤੇ ਅਮਰੀਕਾ ਦੇ ਸਾਇੰਟਿਸਟਾਂ ਨੇ ਬਹਿ ਕੇ ਹਿੰਦੁਸਤਾਨ ਨੂੰ 5 ਹਿੱਸਿਆਂ 'ਚ ਵੰਡ ਲਿਆ। ਉਹ 'ਚ ਜਿਹੜਾ ਦੂਜਾ ਹਿੱਸਾ, ਬੜੀ ਲੰਮੀ ਨਹੀਂ ਗੱਲ ਕਰਦੇ, ਦੂਜੇ ਹਿੱਸੇ ਸੀਗੇ ਪੰਜਾਬ, ਇੱਕ ਪੈਕਸੂ ਸਟੇਟ ਹੁੰਦੀ ਸੀ ਉਦੋਂ, ਹਰਿਆਣਾ ਹਜੇ ਬਣਿਆ ਨਹੀਂ ਸੀ, ਇੱਕ ਹਿਮਾਚਲ ਤੇ ਇੱਕ ਰਾਜਸਥਾਨ। ਤੇ ਇਸ ਹਿੱਸੇ ਲਈ ਜਿਹੜੀ ਓਹਾਇਓ ਸਟੇਟ ਯੂਨੀਵਰਸਿਟੀ ਸੀ, ਉਹਦਾ ਜਿਹੜਾ ਐਗਰੀਕਲਚਰ ਕਾਲਜ ਸੀ, ਉਹਦੀ ਡਿਊਟੀ ਲਾਤੀ ਵੀ ਤੁਸੀਂ ਇੱਥੇ ਜਿਹੜਾ ਐਗਰੀਕਲਚਰ ਕਾਲਜ ਲੁਧਿਆਣੇ ਹੈ ਉਹ ਸਾਰਿਆਂ ਨੂੰ ਕੇਟਰ ਕਰਦਾ ਸੀ ਵੀ ਇਹਨਾਂ ਦੀ ਐਗਰੀਕਲਚਰ ਐਜੂਕੇਸ਼ਨ, ਰਿਸਰਚ ਤੇ ਐਕਸਟੈਂਸ਼ਨ ਇੰਪਰੂਵ ਕਰਨੀ। ਸੋ ਨਾਲ ਦੇ ਨਾਲ 50 ਪ੍ਰੋਫੈਸਰ ਇੱਥੋਂ ਅਮਰੀਕਾ ਭੇਜੇ ਗਏ PhD ਕਰਨ
ਜਦੋਂ ਤੁਸੀਂ ਜਾਣੇ ਨਾ ਥੋੜੀ ਜਿਹੀ ਟ੍ਰੇਨਿੰਗ ਕਰਨ, ਉਦੋਂ ਤਾਂ ਮੌਜਾਂ ਕਰਕੇ ਆ ਜਾਣਾ। ਜੋ PhD ਦੀ ਡਿਗਰੀ ਕਰਨੀ ਪੈਂਦੀ ਹੈ ਨਾ, ਫਿਰ ਉੱਥੇ ਮਿਹਨਤ ਕਰਨੀ ਪੈਂਦੀ ਹੈ, ਤੇ ਪਰ ਉੱਥੋਂ ਜੋ ਤੁਸੀਂ ਸਿੱਖ ਕੇ ਆਉਣੇ ਆ ਉਹ ਮੁੜ ਕੇ ਕੰਮ ਵੀ ਬਹੁਤ ਆਉਂਦਾ। ਉਹ 50 ਦੇ ਵਿੱਚੋਂ ਤਕਰੀਬਨ 45 PhD ਕਰਕੇ ਆਏ, 4-5 ਸੀ ਜਿਨ੍ਹਾਂ ਤੋਂ ਹੋਈ ਨਹੀਂ। ਉਹਨਾਂ ਜੋ ਕੁਛ ਨੂੰ ਤਾਂ MSc ਦੇ ਕੇ ਵਾਪਸ ਕਰਦਾ, ਕੁਛ ਬਰਾਂਗੀ ਵਾਪਸ ਆ ਗਏ। ਨਾਲ ਦੀ ਨਾਲ ਕੀ ਹੋਇਆ ਬਈ ਉੱਥੋਂ 30 ਪ੍ਰੋਫੈਸਰ ਇੱਥੇ ਆਏ ਅਮਰੀਕਾ ਦੇ ਵਿੱਚ। 1955-56 ਤੋਂ ਲੈ ਕੇ 1973 ਤੱਕ ਪੰਜਾਬ ਦੇ ਵਿੱਚ ਪਹਿਲਾਂ ਐਗਰੀਕਲਚਰ ਕਾਲਜ ਸੀ, ਫਿਰ ਐਗਰੀਕਲਚਰ ਯੂਨੀਵਰਸਿਟੀ ਸੀ। ਉਹਨਾਂ ਨੇ ਨਵਾਂ ਸਿਸਟਮ ਬਣਾਇਆ ਐਗਰੀਕਲਚਰ ਰਿਸਰਚ ਕਰਨ ਦਾ, ਨਵਾਂ ਸਿਸਟਮ ਬਣਾਇਆ ਟੀਚਿੰਗ ਦਾ, ਜਿਵੇਂ ਅਮਰੀਕਾ 'ਚ ਜਿਹਨੂੰ ਲੈਂਡ ਗ੍ਰਾਂਟ ਮਾਡਲ ਕਹਿੰਦੇ ਆ, ਤੇ ਨਵਾਂ ਹੀ ਵੀ ਇਹ ਜਿਹੜੀ ਰਿਸਰਚ ਹੈ ਇਹਨੂੰ ਕਿਸਾਨਾਂ ਤੱਕ ਕਿਵੇਂ ਲੈ ਜਾਣਾ। ਤੇ ਉਸ ਚੀਜ਼ ਨੇ ਜਿਹੜਾ ਸਾਡਾ ਬਹੁਤ ਹੀ ਸਾਡੀ ਐਗਰੀਕਲਚਰ ਨੂੰ ਅੱਗੇ ਲੈ ਗਏ, ਤਾਂ ਕਿ ਬਾਅਦ ਦੇ ਵਿੱਚ ਅਸੀਂ ਸੈਲਫ ਸਫੀਸ਼ੀਐਂਟ ਹੋ ਗਏ। ਹੁਣ ਇਹੀ ਨਹੀਂ, ਹੁਣ ਪਿਛਲੇ 2-3 ਸਾਲਾਂ ਵਿੱਚ ਇੰਡੀਆ ਹੈਜ਼ ਬੀਨ ਅ ਮੇਜਰ ਐਕਸਪੋਰਟਰ, ਤੇ ਇਹ ਇਕੱਲਾ ਐਗਰੀਕਲਚਰ। ਡਾਕਟਰ ਸਾਹਿਬ, ਮੈਂ ਇੱਕ ਸਵਾਲ ਕਰਨਾ ਇੱਥੇ, ਕੀ ਹਰੀ ਕ੍ਰਾਂਤੀ ਦਾ ਕਾਰਨ ਵੀ ਅਮਰੀਕਾ ਦੁਆਰਾ ਦਿੱਤੀ ਗਈ ਸਹਾਇਤਾ ਸੀ? ਉਹਦੀ ਨੀਂਹ ਰੱਖਣ ਦਾ ਬਹੁਤ ਵੱਡਾ ਕਾਰਨ ਸੀ। ਇੱਕ ਤਾਂ ਇਹ ਹੋਈ ਜਿਹੜੀ ਐਗਰੀਕਲਚਰ ਐਜੂਕੇਸ਼ਨ ਰਿਸਰਚ ਐਕਸਟੈਂਸ਼ਨ, ਦੂਜੇ ਪਾਸੇ ਜਿਹੜੇ ਉਸ ਵੇਲੇ ਦੇ ਐਗਰੀਕਲਚਰ ਮਿਨਿਸਟਰ ਸੀ ਸੁਬਰਾਮਨੀਅਮ, ਬਹੁਤ ਹੀ ਲਾਇਕ ਤੇ ਕੰਪੀਟੈਂਟ ਆਦਮੀ ਸੀ, ਤੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਹਨਾਂ ਨੂੰ ਦਿੱਤੀ ਸੀ ਵੀ ਜੋ ਬਣਦਾ ਕਰੋ। ਤੇ ਅਮਰੀਕਾ ਦੇ ਸੀ ਐਗਰੀਕਲਚਰ ਸੈਕਟਰੀ ਔਰਵਲ ਫਰੀਮਨ, ਉਹਨਾਂ ਨੇ ਬਹਿ ਕੇ ਖਾਕਾ ਤਿਆਰ ਕੀਤਾ ਜਿਹਦੇ ਥੱਲੇ ਬਣਿਆ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ, ਤਾਂ ਕਿ ਫਾਰਮਰ ਨੂੰ ਜਿਹੜੀ ਵਾਜਬ ਭਾਅ ਮਿਲੇ, ਉਹਨਾਂ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਮਿਲੇ ਵੀ ਉਹ ਹੋਰ ਪੈਦਾਵਾਰ ਵਧਾਉਣ। ਉਸ ਤੋਂ ਪਹਿਲਾਂ ਇਹ ਹੁੰਦਾ ਸੀ ਜਦੋਂ ਕਣਕ ਵੱਢਦੇ ਸੀ, ਉਦੋਂ ਮੰਡੀ 'ਚ ਲੈ ਕੇ ਜਾਂਦੇ, ਉਦੋਂ ਭਾਅ ਬਹੁਤ ਗਿਰ ਜਾਂਦੇ ਸੀ। ਸੋ ਉਸ ਦੇ ਫਲਸਰੂਪ ਇਹ ਹੋਇਆ ਵੀ ਇਹ ਜਿਹੜਾ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਬਣਿਆ, ਤੇ ਉੱਥੇ ਇੱਕ ਫਰੈਂਕ ਪਾਰਕਰ ਨਾਂ ਦਾ ਬੰਦਾ ਸੀ ਜਿਹਨੇ ਕਨਸੈਪਟ ਬਣਾਈ। ਉਦੋਂ ਨੂੰ MSP ਨਹੀਂ ਕਹਿੰਦੇ ਸੀ, ਉਹਨੂੰ ਕਹਿੰਦੇ ਸੀ ਮਿਨੀਮਮ ਫਲੋਰ ਪ੍ਰਾਈਸ, ਕੋਈ ਕਣਕ ਦਾ ਭਾਅ ਕਦੇ ਵੀ ਇੱਥੋਂ ਨਹੀਂ ਡਿੱਗੂਗਾ। ਉਸ ਜਦੋਂ ਕਣਕ ਵੱਢੀ ਜਾਂਦੀ ਸੀ ਉਹਦਾ। ਸੋ ਇਹ ਜਿਹੜੇ ਤਾਂ ਐਗਰੀਕਲਚਰ ਐਜੂਕੇਸ਼ਨ ਤੇ ਰਿਸਰਚ ਦਾ ਲੀਡਰ ਸੀ ਉਹ ਸੀ ਸਟਨ, ਉਹਦੇ ਨਾਂ ਤੇ PAU ਵਿੱਚ ਇੱਕ VIP ਗੈਸਟ ਹਾਊਸ ਬਣਿਆ, ਸਟਨ ਹਾਊਸ, ਉਹਦੀ ਯਾਦਗਾਰ ਵਿੱਚ ਹੈ, ਉਹਦੀ ਕੰਟਰੀਬਿਊਸ਼ਨ ਹੈ। ਇਸੇ ਤਰ੍ਹਾਂ ਹੀ PAU ਦੇ ਵਿੱਚ ਇੱਕ ਹੋਰ ਗੈਸਟ ਹਾਊਸ, ਉਹਦਾ ਨਾਮ ਪਾਰਕਰ ਹਾਊਸ, ਉਹ ਫਰੈਂਕ ਪਾਰਕਰ ਦੇ ਨਾਂ ਤੇ ਹੈ, ਜਿਹਨੇ ਫਲੋਰ ਪ੍ਰਾਈਸ ਦੀ ਕੰਸੈਪਟ ਇੰਡੀਆ ਸ਼ੁਰੂ ਕੀਤੀ, ਜਿਹਨੂੰ ਅੱਜ ਕੱਲ੍ਹ ਅਸੀਂ MSP ਕਹਿੰਦੇ ਹਾਂ। ਤੀਜਾ ਕੀਤਾ ਗਿਆ ਵੀ ਜਿਹੜੀ ਸਾਡੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਬਣਾਈ ਗਈ, ਜੇ ਉਹ ਨਾ ਬਣਾਉਂਦੇ ਤਾਂ ਖੁਰਾਕ ਖਰੀਦਣ ਦਾ ਸਾਧਨ ਨਹੀਂ ਸੀ। ਪਰ FCI ਦਾ ਨੈਸ਼ਨਲ ਲੈਵਲ ਤੇ ਸੀ, ਜਿਹਦੇ ਫਾਰਮਰ ਨੇ ਜਿਹੜੀ ਕਣਕ ਸੀ ਉਹ ਤਾਂ ਮੰਡੀਆਂ 'ਚ ਲੈ ਕੇ ਆਉਣੀ ਸੀ, ਮੰਡੀਆਂ ਦੇ ਵਿੱਚ ਜਿਹੜੇ ਸੀਗੇ ਵਪਾਰੀ ਉਹ ਲੁੱਟਦੇ ਸੀ, ਪਿੰਡਾਂ 'ਚ ਵੀ ਖਰੀਦ ਲਿਆਉਂਦੇ ਸੀ। ਉਹਦੇ ਤਹਿਤ ਹੀ APMCs ਬਣੀਆਂ ਸੀ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। 1960 'ਚ ਐਕਟ ਬਣਿਆ ਸੀ, ਪੰਜਾਬ ਦਾ ਫਸਟ ਵਨ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਇਹਨਾਂ ਨੇ ਜਿਹੜਾ ਗ੍ਰੀਨ ਰੈਵੋਲੂਸ਼ਨ ਵਿੱਚ ਨੂੰ ਪੱਕੀਆਂ ਲੀਹਾਂ ਤੇ ਪਾਉਣ ਤੇ, ਪਲੱਸ ਜਿਹੜਾ ਭਾਰਤ ਨੂੰ ਖੁਰਾਕ ਦੇ ਵਿੱਚ ਨਿਰਭਰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਤਰ੍ਹਾਂ ਦੀ ਜਿਹੜੀ ਮਦਦ ਸੀ 3-4 ਹੋਰ ਥਾਵਾਂ ਤੇ ਵੀ ਦਿੱਤੀ ਗਈ, ਜਿਵੇਂ ਪੰਤਨਗਰ ਯੂਨੀਵਰਸਿਟੀ, ਇਸੇ ਤਰ੍ਹਾਂ ਕੋਇੰਬਟੂਰ ਸੀ ਤਾਮਿਲਨਾਡੂ ਵਿੱਚ, ਤੇ ਆਂਧਰਾ ਪ੍ਰਦੇਸ਼ ਵਿੱਚ ਤੇ ਉੜੀਸਾ ਵਿੱਚ। ਉੱਥੇ ਬਾਹਲੀ ਪੰਤਨਗਰ ਤੋਂ ਬਿਨਾਂ ਉੱਥੇ ਬਾਹਲੀ ਕਾਮਯਾਬੀ ਨਹੀਂ ਮਿਲੀ ਸੀ ਉਸ ਵੇਲੇ। ਹਾਲਾਂਕਿ ਬਾਅਦ ਦੇ ਵਿੱਚ ਖਾਸ ਕਰ ਜਿਵੇਂ ਹੁਣ ਕੋਇੰਬਟੂਰ ਵਾਲੀ ਯੂਨੀਵਰਸਿਟੀ ਤਾਮਿਲਨਾਡੂ 'ਚ ਬਹੁਤ ਸੋਹਣਾ ਕੰਮ ਕਰ ਰਹੀ ਹੈ। ਸੋ ਇਹ ਨਾਲ ਐਗਰੀਕਲਚਰ ਦੇ ਨਾਲ ਇੱਕ ਮੈਂ ਇੱਥੇ ਸਵਾਲ ਹੋਰ ਕਰਨਾ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਪਰ ਮੈਨੂੰ ਸੀ ਮੇਰੀ ਜਿਗਿਆਸਾ ਸ਼ਾਂਤ ਹੋ ਜਾਏ। ਹਾਂਜੀ, ਇਹ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਨਾ, ਤਾਂ ਅਸੀਂ ਬਾਰ-ਬਾਰ ਉੱਥੇ ਇੱਕ ਬਿਆਨ ਸੁਣਦੇ ਹੁੰਦੇ ਸੀ। ਮੈਂ ਤੁਹਾਡੇ ਤੋਂ ਪੁਸ਼ਟੀ ਚਾਹੁੰਦਾ ਜੇ ਤੁਸੀਂ ਦੱਸ ਸਕੋ ਕਿ ਪੰਜਾਬ ਨੇ ਤਾਂ ਉਦੋਂ ਢਿੱਡ ਭਰਿਆ ਦੇਸ਼ ਦੇ ਲੋਕਾਂ ਦਾ ਜਦੋਂ ਅਮਰੀਕਾ ਨੇ ਸਾਨੂੰ ਕਣਕ ਦੇਣ ਤੋਂ ਨਾਂਹ ਕਰ ਦਿੱਤੀ ਸੀ, ਉਦੋਂ ਦਾਬਾ ਮਾਰਿਆ ਸੀ ਇੱਕ ਵਾਰੀ ਅਮਰੀਕਾ ਨੇ। ਜੇ ਉਸ ਗੱਲ ਦੇ ਵਿੱਚ ਕੋਈ ਸੱਚਾਈ ਹੈ, ਕਿਉਂਕਿ ਤੁਹਾਡੀਆਂ ਗੱਲਾਂ ਸੁਣੀਆਂ ਤਾਂ ਅਮਰੀਕਾ ਨੇ ਸਾਡੀ ਬਾਂਹ ਬੜੇ ਔਖੇ ਸਮੇਂ ਤੇ ਫੜੀ। ਜਦੋਂ ਆਪਾਂ ਉਹ ਲੀਡਰਸ਼ਿਪ ਜਿਹੜੀ ਕਿਸਾਨ ਲੀਡਰਸ਼ਿਪ ਹੈ, ਜਦੋਂ ਉਹਦੀਆਂ ਗੱਲਾਂ ਸੁਣਦੇ ਆ ਜਾਂ ਕੁਝ ਆਰਟੀਕਲ ਅਸੀਂ ਪੜ੍ਹਦੇ ਸੀ, ਉਹਦੇ ਵਿੱਚ ਕਹਿੰਦੇ ਸੀ ਕਿ ਇੱਕ ਵਾਰੀ ਅਮਰੀਕਾ ਨੇ ਕੋਈ ਦਬਕਾ ਮਾਰਿਆ ਸੀ ਕਿ ਜਾਓ ਫਿਰ ਕਣਕ ਜੇ ਉੱਥੋਂ ਲੈਣੀ ਆ ਲੈ ਲਓ। ਇੱਕ ਤਾਂ ਉਹਦੀ ਚੀਜ਼ ਦੱਸ ਦਿਓ। ਦੂਸਰਾ, ਅੱਜ ਹਰੀ ਕ੍ਰਾਂਤੀ ਨੂੰ ਤਾਂ ਪੰਜਾਬ ਦੇ ਵਿੱਚ ਐ ਮੰਨਿਆ ਜਾਂਦਾ ਕਿ ਭਾਈ ਇਹਦੇ ਕਰਕੇ ਸਾਡੇ ਪੱਲੇ ਕੱਖ ਨਹੀਂ ਰਿਹਾ, ਸਾਡੀ ਭੂਮੀ ਜ਼ਹਿਰੀਲੀ ਹੋ ਗਈ ਤੇ ਸਾਡਾ ਪਾਣੀ ਵੀ ਚਲੇ ਗਿਆ। 2-2 ਮਿੰਟ ਵੀ ਭਾਵੇਂ ਲਾ ਕੇ ਕਲੀਅਰ ਕਰ ਦਿਓ ਚੀਜ਼ਾਂ। ਵਧੀਆ ਕੀਤਾ ਬਾਠ ਸਾਹਿਬ ਤੁਸੀਂ ਆਹ ਸਵਾਲ ਪੁੱਛ ਕੇ। ਇਹ ਸਾਡੇ ਅਮਰੀਕਾ ਨਾਲ ਸੰਬੰਧ ਚੰਗੇ ਰਹੇ ਤੇ ਕੰਮ ਠੀਕ ਚੱਲਦਾ ਰਿਹਾ 1965 ਤੱਕ। 1965 ਦੇ ਵਿੱਚ ਇੰਡੀਆ ਉਸ ਵੇਲੇ ਸੀ ਇੱਕ ਨਾਨ ਅਲਾਈਨਡ ਮੂਵਮੈਂਟ, ਤੇ ਇੰਡੀਆ ਉਹਦੇ 3 ਲੀਡਰ ਸੀ, ਇੱਕ ਇੰਡੀਆ, ਇੱਕ ਯੂਗੋਸਲਾਵੀਆ ਤੇ ਇੱਕ ਇੰਡੋਨੇਸ਼ੀਆ। ਜਦੋਂ ਅਮਰੀਕਾ ਨੇ ਵੀਅਤਨਾਮ ਦੇ ਵਿੱਚ ਬਹੁਤ ਬੰਬਿੰਗ ਕਰਨੀ ਸ਼ੁਰੂ ਕਰਤੀ, ਤੇ ਉਦੋਂ ਇੰਡੀਆ ਨੇ ਕ੍ਰਿਟੀਸਾਈਜ਼ ਕੀਤਾ ਅਮਰੀਕਾ। ਉਦੋਂ ਲਿੰਡਨ ਜੌਨਸਨ ਸੀਗੇ ਪ੍ਰੈਜ਼ੀਡੈਂਟ,
ਉਦੋਂ ਜਿਹੜੇ 1966 ਦੇ ਵਿੱਚ ਮੇਰੇ ਖਿਆਲ 500 ਸ਼ਿਪ ਆਏ ਸੀ, ਸ਼ਿਪ ਛੋਟੇ ਹੁੰਦੇ ਸੀ ਕਣਕ ਦੇ 1 ਸਾਲ 'ਚ ਇੰਡੀਆ ਲਈ। ਉਹਨੇ ਰਸਤੇ 'ਚ ਹੀ ਰੋਕਤੇ ਸ਼ਿਪ ਵੀ ਇਹ ਪ੍ਰੈਜ਼ੀਡੈਂਟ ਨੇ ਹੁਕਮ, ਹੀ ਹਿਮਸੈਲਫ ਵਾਜ਼ ਮੋਨੀਟਰਿੰਗ। ਦੋ ਚੀਜ਼ਾਂ, ਇੱਕ ਤਾਂ ਕਿਵੇਂ ਜਾ ਰਹੀ ਖੁਰਾਕ, ਨੰਬਰ 2 ਤੇ ਜਿਹੜੇ ਸੁਧਾਰ ਆਪਾਂ ਕਿਹਾ ਵੀ AP ਆ, ਦੂਸਰਾ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਬਣਨਾ, ਫੂਡ ਕਾਰਪੋਰੇਸ਼ਨ ਬਣਨੀ, ਵੀ ਉਹ ਪ੍ਰੈਜ਼ੀਡੈਂਟ ਲੈਵਲ ਤੇ ਮੋਨੀਟਰ ਕਰ ਰਿਹਾ ਸੀ। ਤੇ ਉਹਨੇ ਜਦੋਂ ਰੋਕਤੇ ਨੈਚੁਰਲੀ ਫਿਰ ਹਾਹਾਕਾਰ ਮਚ ਗਈ। ਤੇ ਉਦੋਂ ਆਪਣੇ ਇੰਡੀਆ ਦੇ ਪੋਲੀਟੀਸ਼ੀਅਨ ਵੀ ਰੌਲਾ ਪਾਉਂਦੇ ਸੀ। ਇਹ ਪੋਲੀਟੀਸ਼ੀਅਨ ਕਹਿੰਦੇ ਵੀ ਅਸੀਂ ਅਮਰੀਕਾ ਦੇ ਥੱਲੇ ਲੱਗ ਰਹੇ ਹਾਂ। ਇੰਦਰਾ ਗਾਂਧੀ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹ ਕਹਿੰਦੀ ਵੀ ਇਹ ਤਾਂ ਰੌਲਾ ਪਾਉਂਦੇ ਆ, ਜੇ ਬਿਲਕੁਲ ਕੰਮ ਬੰਦ ਹੋ ਗਿਆ ਭੁੱਖੇ ਤਾਂ ਗਰੀਬ ਮਰਨਗੇ, ਇਹਨਾਂ ਕੋਲੇ ਤਾਂ ਖਾਣ ਨੂੰ ਬਹੁਤ ਹੈਗਾ। ਦੂਜੇ ਪਾਸੇ ਜੌਨਸਨ ਦੀ ਬੇਟੀ ਨੇ ਉਹ ਸ਼ੀ ਪ੍ਰਵੇਲਡ ਔਨ ਹਿਮ ਵੀ ਆਮ ਹਿੰਦੁਸਤਾਨੀ ਗਰੀਬ ਜਿਹਦੇ ਲਈ ਕਣਕ ਜਾਰੀ, ਉਹਦਾ ਕੀ ਕਸੂਰ ਹੈ। ਤੇ ਫਿਰ ਉਹਨਾਂ ਨੇ ਛੱਡਤੇ ਸੀ। ਸੋ ਇਹ ਹੋਇਆ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਫਿਰ ਆਪਣਾ ਨਿਕਸਨ ਗਵਰਨਮੈਂਟ ਬਣ ਗਈ, ਨਿਕਸਨ ਕਿਸਿੰਗਰ, ਉਸ ਵੇਲੇ ਪਾਕਿਸਤਾਨ ਦੀ ਲੜਾਈ ਵੇਲੇ ਜਦੋਂ ਬੰਗਲਾਦੇਸ਼ ਵਾਲੇ, ਉਦੋਂ ਸਾਡੇ ਸੁਧਾਰ ਕਾਫੀ ਖਰਾਬ ਹੋ ਗਏ। ਤੇ ਜਿਹੜੀ ਇਹ ਕਣਕ ਸੀ ਉਦੋਂ 1972 ਤੱਕ ਤੋਂ ਆਈ ਹੈ, ਜਿਹੜੀ ਸਸਤੀ ਕਣਕ, ਉਸ ਤੋਂ ਬਾਅਦ ਨਹੀਂ ਆਈ। ਉਸ ਤੋਂ ਬਾਅਦ ਅਸੀਂ ਖਰੀਦੀ ਵੀ ਨਹੀਂ ਵਾਲੀ, ਪਰ ਉਸ ਤੋਂ ਬਾਅਦ ਜੋ ਖਰੀਦੀ ਅਸੀਂ ਨਾਰਮਲ ਪ੍ਰਾਈਸ ਤੇ ਖਰੀਦੀ ਹੈ। ਸੋ ਪਰ ਇਹ ਹੈ ਵੀ ਜਿਹੜੀ ਇਹ ਨੀਂਹ ਰੱਖੀ ਗਈ ਸੀ, ਜੇ ਨੀਂਹ ਨਾ ਰੱਖੀ ਹੁੰਦੀ, ਜਿਹੜੇ ਪੁਆਇੰਟ ਮੈਂ ਸ਼ੁਰੂ 'ਚ ਆਪਾਂ ਡਿਸਕਸ ਕੀਤੇ ਆ, ਤਾਂ ਅਸੀਂ ਸੈਲਫ ਸਫੀਸ਼ੀਐਂਟ ਨਹੀਂ ਹੋਣਾ ਸੀ। ਸਾਨੂੰ ਉਹ ਕਦੇ ਭੁੱਲਣਾ ਨਹੀਂ ਚਾਹੀਦਾ। ਦੂਜੇ ਪਾਸੇ ਇਹ ਵੀ ਹੈ ਵੀ ਜਦੋਂ ਸਾਨੂੰ ਚੈਲੰਜ ਕੀਤਾ, ਉਦੋਂ ਤੱਕ ਸਾਡੀ ਨੀਂਹ ਰੱਖੀ ਹੋਈ ਸੀ, ਅਸੀਂ ਉਸ ਨੂੰ ਅੱਗੇ ਬਹੁਤ ਅੱਗੇ ਲੈ ਗਏ। ਅਸੀਂ ਅੱਜ ਵੀ ਹੁਣ ਪਿਛਲੇ ਸਾਲ, ਹਾਲਾਂਕਿ ਪਿਛਲੇ ਸਾਲ ਮਈ 'ਚ ਇੰਡੀਆ ਨੇ ਰੈਸਟ੍ਰਿਕਸ਼ਨ ਲਾਤੀ ਸੀ ਵੀ ਅਸੀਂ ਕਣਕ ਦੀ ਐਕਸਪੋਰਟ ਨਹੀਂ ਕਰਨੀ, ਫਿਰ ਵੀ ਸਭ ਤੋਂ ਵੱਡੀ ਜਿਹੜੀ ਕਣਕ ਤੇ ਝੋਨੇ ਦੀ, ਖਾਸ ਕਰ ਚਾਵਲ ਦੀ ਐਕਸਪੋਰਟ ਵੀ ਇੰਡੀਆ 'ਚ ਹੋਈ ਹੈ। ਤਕਰੀਬਨ 40% ਜਿਹੜਾ ਰਾਈਸ ਐਕਸਪੋਰਟ ਹੁੰਦਾ ਉਹ ਇੰਡੀਆ 'ਚ ਹੋਇਆ ਪਿਛਲੇ ਸਾਲ। ਸੋ ਇੰਡੀਆ ਦਾ ਬਹੁਤ ਵੱਡਾ ਰੋਲ ਆ ਇਸ ਚੀਜ਼ ਦੇ ਵਿੱਚ। ਇਹਦੇ ਵਿੱਚ ਹੁੰਦਾ ਜਿਹੜੀ ਡਿਵੈਲਪਮੈਂਟ ਹੁੰਦੀ ਨਾ ਪਰਮਵੀਰ ਜੀ, ਡਿਵੈਲਪਮੈਂਟ ਦਾ ਅਸੂਲ ਹੁੰਦਾ ਵੀ ਤੁਸੀਂ ਐਵੇਂ ਨਾ ਭੁੱਖੇ ਦੇ ਮੂੰਹ 'ਚ ਰੋਟੀ ਪਾਉਣ ਦੇ ਨਾਲ ਨਾਲ ਉਹਨੂੰ ਇੰਨਾ ਤਕੜਾ ਬਣਾਓ, ਉਹਨੂੰ ਇਹ ਕੁਛ ਸਿਖਾਓ, ਉਹਨੂੰ ਇੰਨੇ ਕੁ ਰਿਸੋਰਸ ਦਿਓ ਕਿ ਆਪ ਆਪਦੀ ਰੋਟੀ ਪੈਦਾ ਕਰਨ ਲੱਗ ਜਾਏ। ਸੋ ਇੰਡੀਆ ਨੇ ਇੱਥੋਂ ਸ਼ੁਰੂ ਕੀਤਾ ਤੇ ਇੱਥੇ ਪਹੁੰਚਿਆ। ਸੋ ਤੁਹਾਡਾ ਹੋਰ ਕੋਈ ਸਵਾਲ? ਹਾਂ, ਦੂਜਾ ਹੁਣ ਜਿਹੜੀ ਹੁਣ ਹਰੀ ਕ੍ਰਾਂਤੀ, ਇਹ ਵਿਦ ਦੀ ਬੈਨੀਫਿਟ ਆਫ ਹੈਂਡਸਾਈਟ, ਇਹ ਕਹਿਣਾ ਬਹੁਤ ਸੌਖਾ ਬਈ ਹਰੀ ਕ੍ਰਾਂਤੀ ਕਰਕੇ ਸਾਡੀਆਂ ਸਮੱਸਿਆਵਾਂ ਆਈਆਂ। ਤੁਸੀਂ ਦੇਖੋ ਇਸ ਸਾਲ ਹੀ ਹੁਣ ਸਾਡੇ ਕੋਲੇ ਬਾਹਲੀ ਹੈ ਨਹੀਂ ਕਣਕ ਤੇ ਝੋਨਾ, ਮਤਲਬ ਸਫੀਸ਼ੀਐਂਟ ਹੈਗਾ, ਪ੍ਰਾਈਸਿਸ ਵਧਣ ਲੱਗ ਗਏ। ਸੋ ਸਭ ਤੋਂ ਪਹਿਲੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੁੰਦੀ ਹੈ ਨਾ, ਤੇ ਤੁਹਾਡੇ ਕੋਲੇ ਜਿੰਨਾ ਮਰਜ਼ੀ ਅਸਲਾ ਹੋਵੇ, ਜਿੰਨੇ ਮਰਜ਼ੀ ਤੁਹਾਡੇ ਕੋਲੇ ਪੈਸੇ ਹੋਣ, ਜੇ ਤੁਹਾਡੇ ਕੋਲ ਸਫੀਸ਼ੀਐਂਟ ਫੂਡ ਗ੍ਰੇਨ ਹੈ ਨਹੀਂ, ਤੁਸੀਂ ਬੜੇ ਵੀਕ ਕੰਟਰੀ ਹੁੰਦੇ ਆ। ਸੋ ਇਹ ਗ੍ਰੀਨ ਰੈਵੋਲੂਸ਼ਨ ਤੋਂ ਬਿਨਾਂ ਨਹੀਂ ਪੋਸੀਬਲ ਸੀ। ਪ੍ਰੋਬਲਮ ਇਹ ਹੈ ਵੀ ਗ੍ਰੀਨ ਰੈਵੋਲੂਸ਼ਨ, ਕੋਈ ਵੀ ਜਿਹੜੀ ਇਹੋ ਜਿਹੀ ਚੇਂਜ ਹੁੰਦੀ ਹੈ ਨਾ, 20 ਸਾਲ ਲਈ ਹੁੰਦੀ ਹੈ, ਉਸ ਤੋਂ ਬਾਅਦ ਚੇਂਜ ਹੋਣੀ ਚਾਹੀਦੀ ਹੈ। ਸਾਨੂੰ ਉਸ ਚੀਜ਼ ਨੂੰ ਹੋ ਗਏ 50 ਸਾਲ, ਅਸੀਂ ਉਹਦੇ 'ਚ ਕੋਈ ਬਦਲੀ ਨਹੀਂ ਕੀਤੀ, ਕਿਉਂਕਿ ਉਹਦੇ 'ਚ ਵੈਸਟਡ ਇੰਟਰਸਟ ਭਾਟ ਸਾਹਿਬ ਇੰਨੇ ਹੋ ਗਿਆ ਵੀ ਉਹ ਕੋਈ ਉਹਦੇ ਚੇਂਜ ਨਹੀਂ ਚਾਹੁੰਦੇ। ਤੇ ਜਿੰਨੀ ਦੇਰ ਉਹਦੇ ਚੇਂਜ ਨਹੀਂ ਹੋਊ ਸਿਸਟਮ ਦੇ ਵਿੱਚ, ਜਿਹਦੇ ਵਿੱਚ ਕਿਸ ਤਰ੍ਹਾਂ ਹੋਰ ਫਸਲਾਂ ਖਰੀਦੀਆਂ ਜਾਂਦੀਆਂ, ਕਿਸ ਤਰ੍ਹਾਂ ਸਬਸਿਡੀਆਂ ਟਾਰਗੇਟ ਕੀਤੀਆਂ ਗਈਆਂ ਸਾਰੀਆਂ ਕਣਕ ਝੋਨੇ ਤੇ, ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਫੰਡਾਮੈਂਟਲ ਚੇਂਜ, ਜਿਹਨੂੰ ਆਪਾਂ ਕਹਿੰਦੇ ਢਾਂਚਾਗਤ ਤਬਦੀਲੀਆਂ ਨਹੀਂ ਹੁੰਦੀਆਂ, ਉਨੀ ਦੇਰ ਇਹ ਕੁਛ ਹੋਣਾ ਨਹੀਂ। ਪਰ ਇਹ ਬਹੁਤ ਜ਼ਰੂਰੀ ਹੈ। ਇਹ ਜਿਹੜੇ ਇਹੋ ਜਿਹੀਆਂ ਚੇਂਜਸ ਹੋਰ ਕਿਸੇ ਤੋਂ ਵੀ ਜ਼ਿਆਦਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਹਨਾਂ ਦੀ। ਆਪਾਂ ਕਿਤੇ ਸੈਪਰੇਟਲੀ ਇਹਨਾਂ ਗੱਲਾਂ ਤੇ ਗੱਲ ਕਰ ਸਕਦੇ ਜੀ। ਤੇ ਡਾਕਟਰ ਸਾਹਿਬ, ਅੱਗੇ ਹੁਣ ਭਾਰਤ ਅਮਰੀਕਾ ਦੇ ਸੰਬੰਧਾਂ ਦਾ ਅਗਲਾ ਸਫ਼ਰ ਜਿਹੜਾ 70-72 ਤੋਂ ਅਗਲਾ, ਉਹ ਸ਼ੁਰੂ ਕਰਿਓ ਜੀ। ਅੱਛਾ, ਫਿਰ ਉਦੋਂ ਹਾਲਾਤ ਬਹੁਤ ਖਰਾਬ ਹੋ ਗਏ। ਉਸ ਤੋਂ ਬਾਅਦ ਕੀ ਹੋਇਆ, ਫਿਰ ਤਕਰੀਬਨ ਜਦੋਂ VP ਸਿੰਘ ਸੀਗੇ ਪ੍ਰਾਈਮ ਮਿਨਿਸਟਰ, ਉਦੋਂ ਅਮਰੀਕਾ ਨੇ ਇੱਕ ਪ੍ਰਪੋਜ਼ਲ ਭੇਜੀ ਵੀ ਆਪਾਂ ਨਾ ਇੱਕ ਜੁਆਇੰਟ ਸਟੀਅਰਿੰਗ ਕਮੇਟੀ ਬਣਾਈਏ ਡਿਫੈਂਸ ਦੀ। ਤੇ ਉਦੋਂ ਰੋਨਾਲਡ ਰੀਗਨ ਉੱਥੇ ਸੀਗੇ, ਤੇ ਉਦੋਂ ਉਹਨਾਂ ਨੇ ਉਹਨੂੰ ਮਨਜ਼ੂਰੀ ਦਿੱਤੀ ਤੇ ਇੱਕ ਸਾਡੀ ਡਿਫੈਂਸ ਲਈ ਸੰਚਾਲਕ ਕਮੇਟੀ ਬਣੀ। ਉੱਥੋਂ ਫਿਰ ਇਹ ਜਿਹੜੇ ਸੰਬੰਧ ਹੌਲੀ ਹੌਲੀ ਉੱਠਣੇ ਸ਼ੁਰੂ ਹੋਏ। ਉਸ ਤੋਂ ਬਾਅਦ 1991 ਵਿੱਚ ਜਦੋਂ ਜਾਰਜ ਬੁਸ਼ ਸੀਨੀਅਰ, ਵੱਡੇ ਬੁਸ਼ ਸਾਹਿਬ, ਉਹ ਪ੍ਰੈਜ਼ੀਡੈਂਟ ਸੀ, ਉਦੋਂ ਇਰਾਕ ਨੇ ਕੁਵੈਤ ਤੇ ਕਬਜ਼ਾ ਕਰ ਲਿਆ। ਤੇ ਜਿਹੜੀ ਖਾੜੀ ਦੀ ਪਹਿਲੀ ਯੁੱਧ ਲੱਗੀ, ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਜਿਹੜੇ ਸੰਬੰਧ ਸੀ ਇਰਾਕ ਨਾਲ ਵੀ ਬਹੁਤ ਚੰਗੇ, ਸਾਰੇ ਗਲਫ ਕੰਟਰੀਜ਼ ਨਾਲ ਬਹੁਤ ਚੰਗੇ ਸੀਗੇ। ਤੇ ਉਦੋਂ ਜਿਹੜੀ ਸਰਕਾਰ ਸੀਗੀ, ਉਦੋਂ ਪ੍ਰਾਈਮ ਮਿਨਿਸਟਰ ਸੀਗੇ ਚੰਦਰ ਸ਼ੇਖਰ, ਜਿਨ੍ਹਾਂ ਦੀ ਮਤਲਬ ਮਿਨੋਰਟੀ ਗਵਰਨਮੈਂਟ ਸੀਗੀ। ਉਦੋਂ ਉਹਨਾਂ ਨੇ ਕੀਤਾ ਵੀ ਅਮਰੀਕਾ ਨੂੰ ਅਲਾਓ ਕਰਤਾ
ਵੀ ਇੱਕ ਤਾਂ ਤੁਸੀਂ ਜਿਹੜੇ ਆਪਦੇ ਲੜਾਕੇ ਜਹਾਜ਼ ਆ ਉਹ ਹਿੰਦੁਸਤਾਨ ਦੇ ਉੱਪਰ ਦੀ ਉਡਾ ਸਕਦੇ ਆ। ਨੰਬਰ 2 ਤੇ ਤੁਸੀਂ ਇਹਨਾਂ ਨੂੰ ਇੱਥੇ ਤੇਲ ਵੀ ਪਾ ਸਕਦੇ ਆ। ਸੋ ਉਸ ਨਾਲ ਉਹ ਇੱਕ ਹੋਰ ਲੈਵਲ ਅੱਗੇ ਆ ਗਏ। ਤੇ ਉਸ ਤੋਂ ਬਾਅਦ ਫਿਰ ਨੈਕਸਟ ਕੀ ਹੋਇਆ, ਤਕਰੀਬਨ ਜਦੋਂ ਬਿਲ ਕਲਿੰਟਨ ਦੀ ਦੂਜੀ ਟਰਮ ਸੀ ਉਦੋਂ ਤੱਕ ਜਿਹੜੀਆਂ ਅਮਰੀਕਨ ਕੰਪਨੀਆਂ ਸੀ ਉਹਨਾਂ ਦਾ ਬਹੁਤ ਇੰਟਰਸਟ ਬਣਨ ਲੱਗ ਗਿਆ, ਅਮਰੀਕਾ ਦਾ ਵੀ ਇੰਟਰਸਟ ਬਣਨ ਲੱਗਿਆ ਵੀ ਹਿੰਦੁਸਤਾਨ ਨਾਲ ਰਿਲੇਸ਼ਨ ਸ਼ੁਰੂ ਕੀਤੇ ਜਾਣ। ਹਾਂ, ਇੱਕ ਪੁਆਇੰਟ ਮੈਂ ਹੋਰ ਐਡ ਕਰ ਦਿਆਂ, ਜਦੋਂ ਉਹ ਰੀਗਨ ਦੇ ਤੇ ਪ੍ਰੈਜ਼ੀਡੈਂਟ ਰੀਗਨ ਦੇ ਤੇ ਪ੍ਰਾਈਮ ਮਿਨਿਸਟਰ VP ਸਿੰਘ ਦੇ ਟਾਈਮ ਦੇ ਵਿੱਚ ਸ਼ੁਰੂ ਹੋਇਆ ਸੀ ਕੰਮ, ਉਦੋਂ ਜਿਹੜਾ ਕਿਉਂਕਿ ਇੰਡੀਆ ਦੀ ਬਹੁਤ ਡਿਪੈਂਡੈਂਸੀ ਰਸ਼ੀਆ ਤੇ USSR ਤੇ, ਉਹਨੂੰ ਯੂਨੀਅਨ ਆਫ ਸੋਵੀਅਤ, ਉਹ ਉਦੋਂ ਤਕਰੀਬਨ ਖਿੰਡਣਾ ਸ਼ੁਰੂ ਹੋ ਗਿਆ ਸੀ। ਸੋ ਇੰਡੀਆ ਦੇ ਪਾਰਟ ਤੇ ਵੀ ਰੀਅਲਾਈਜੇਸ਼ਨ ਸੀ ਵੀ ਹੁਣ ਆਪਾਂ ਥੋੜਾ ਜਿਹਾ ਹੋਰ ਪਾਸੇ ਵੀ ਹੱਥ ਮਾਰੀਏ, ਤੇ ਉਧਰ ਅਮਰੀਕਾ ਨੂੰ ਵੀ ਸੀ ਵੀ ਇੰਡੀਆ ਇਜ਼ ਆਲਸੋ ਇਮਰਜਿੰਗ ਪਾਵਰ ਇਹਦੇ ਨਾਲ। ਸੋ ਦਿਸ ਇਜ਼, ਉੱਥੋਂ ਫਿਰ ਇਹ ਸਭ ਕੁਝ ਸ਼ੁਰੂ ਹੋਇਆ। ਜਦੋਂ ਪ੍ਰੈਜ਼ੀਡੈਂਟ ਬਿਲ ਕਲਿੰਟਨ ਦੀ ਦੂਜੀ ਟਰਮ ਸੀ ਉਦੋਂ 3-4 ਚੀਜ਼ਾਂ ਹੋਈਆਂ। ਇੱਕ ਤਾਂ ਜਿਹੜੇ ਜੋ ਮਨਮੋਹਨ ਸਿੰਘ ਜੀ ਫਾਈਨਾਂਸ ਮਿਨਿਸਟਰ ਸੀ, ਜਿਹੜਾ 1991 ਦੇ ਵਿੱਚ ਇਹਨਾਂ ਨੇ ਇਕਨੋਮਿਕ ਰਿਫਾਰਮ ਲਿਆਂਦੇ, ਲਾਇਸੈਂਸ ਪਰਮਿਟ ਰਾਜ ਖਤਮ ਕੀਤਾ। ਉਹਦੇ ਨਾਲ ਅਮਰੀਕਨ ਕੰਪਨੀਆਂ ਨੂੰ ਲੱਗਿਆ ਵੀ ਹੁਣ ਉੱਥੇ ਅਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ, ਮੈਨੂਫੈਕਚਰਿੰਗ ਸ਼ੁਰੂ ਕਰ ਸਕਦੇ ਹਾਂ, ਟ੍ਰੇਡਿੰਗ ਸ਼ੁਰੂ ਕਰ ਸਕਦੇ। ਇੱਕ ਤਾਂ ਇਹ ਹੋਇਆ। ਨੰਬਰ 2 ਦੇ ਵਿੱਚ ਇਹ ਹੋਇਆ ਵੀ ਤੁਹਾਨੂੰ ਵੀ ਯਾਦ ਹੋਣਾ ਵੀ ਉਦੋਂ ਆਪਾਂ ਜਿਵੇਂ ਜੇ ਅੱਜ ਆਪਾਂ ਹੁਣ ਉਸ ਯੁੱਗ 'ਚ ਅੱਜ ਆਪਾਂ ਤਰੀਕ ਲਿਖਣੀ ਸੀਗੀ 7/9/23 ਤੇ ਉਹ ਉਦੋਂ ਐਂ ਲਿਖਦੇ ਸੀ। ਉਦੋਂ ਬੜਾ ਰੌਲਾ ਪੈ ਗਿਆ ਵੀ ਕਿਉਂਕਿ ਹੁਣ ਤਾਂ ਕੰਪਿਊਟਰ ਉਦੋਂ ਵਰਤਣ 'ਚ ਆ ਗਏ ਸੀ ਵੀ 31 ਦਸੰਬਰ 1999 ਨੂੰ ਕੀ ਹੋਊਗਾ, ਵੀ ਉਦੋਂ ਜਦੋਂ ਨਵਾਂ ਮਿਲੀਨੀਅਮ ਸ਼ੁਰੂ ਹੋਣਾ ਉਦੋਂ ਇਹ ਕੰਪਿਊਟਰ ਡੇਟਸ ਵਗੈਰਾ ਪਿਕਅਪ ਕਰਨਗੇ ਕਿ ਨਹੀਂ। ਉਦੋਂ ਜਿਹਨੂੰ ਕਹਿੰਦੇ ਸੀ Y2K ਪੱਗ, year 2000 ਦੀ ਪੱਗ, ਵੀ ਉਹਦੇ ਵਿੱਚ ਇੰਡੀਆ ਦੇ ਜਿਹੜੇ ਸੌਫਟਵੇਅਰ ਦੇ ਇੰਜੀਨੀਅਰਾਂ ਦੀ ਮਹਾਰਤ ਬਹੁਤ ਸੀ, ਸਾਰੀ ਦੁਨੀਆ ਨੇ ਯੂਜ਼ ਕੀਤਾ ਇੰਡੀਆ ਨੂੰ, ਐਂਡ ਉਹਦੇ ਵਿੱਚ ਇੰਡੀਆ ਦਾ ਇਮੇਜ ਬਹੁਤ ਵਧਿਆ। ਤੇ ਤੀਜੀ ਗੱਲ ਇਹ ਸੀਗੀ ਬਈ ਉਦੋਂ ਕਿ ਉਹ ਇੱਕ ਹੋਰ ਗਲੋਬਲ ਕਨਸੈਪਟ ਸੀ ਜਿਹੜੀ ਹੁਣ ਪਿੱਛੇ ਜਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ, ਬਈ ਜਿਹੜੀ ਚੀਜ਼ ਕਿਤੇ ਸਸਤੀ ਬਣਦੀ ਹੈ ਨਾ ਉਹਨੂੰ ਉੱਥੇ ਬਣਾਓ। ਜਿਵੇਂ ਅਮਰੀਕਾ ਨੂੰ ਸੀ ਜੇ ਕਾਰਾਂ ਬਣਾਉਣੀਆਂ ਤੇ ਅਸੀਂ ਮੈਕਸੀਕੋ 'ਚ ਬਣਾਈਏ, ਵੀ ਅਸੀਂ ਆਪ ਨਾ ਬਣਾਈਏ, ਕੋਈ ਸਾਡੀਆਂ ਲੇਬਰ ਕਾਸਟ ਜ਼ਿਆਦਾ। ਸੋ ਉਦੋਂ ਕੰਮ ਜਿੱਥੇ ਸਕਿੱਲ ਸੀ ਉੱਥੇ ਜਾਣਾ ਸ਼ੁਰੂ ਹੋ ਗਿਆ। ਉਦੋਂ ਇਹ ਹੈ ਵੀ ਆਪਣੇ ਖਾਸ ਕਰ ਇੰਡੀਆ ਦੇ ਵਿੱਚ ਆਪਾਂ ਨੂੰ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਵੀ ਆਪਣੇ ਜਿਹੜੀ ਯੂਥ ਆ ਉਹ ਅੰਗਰੇਜ਼ੀ ਬਹੁਤ ਸੋਹਣੀ ਬੋਲਦੀ ਤੇ ਉਹ ਤਨਖਾਹਾਂ ਵੀ ਘੱਟ ਸੀ। ਸੋ ਉਦੋਂ ਜਿਹੜੇ ਕਾਲ ਸੈਂਟਰ ਵਗੈਰਾ ਉਹ ਸਾਰਾ ਕੰਮ ਉਦੋਂ ਸ਼ੁਰੂ ਹੋਇਆ। ਸੋ ਇਸ ਨੇ ਬਹੁਤ ਵੱਡਾ ਬੜਾਵਾ ਦਿੱਤਾ। ਤੇ ਉਹ ਵੀ ਬਿਲਕੁਲ ਠੀਕ ਹੈ ਜਿਹੜਾ ਤੁਸੀਂ ਕਿਹਾ ਵੀ ਇੰਡੀਆ ਦੀ ਪਾਪੂਲੇਸ਼ਨ ਦੇ ਵਿੱਚ ਤਕਰੀਬਨ ਉਸ ਵੇਲੇ 30 ਕਰੋੜ ਕਹਿੰਦੇ ਸੀ ਲੋਕ, ਜਿਹੜੀ ਅਪਰ ਮਿਡਲ ਕਲਾਸ, ਜਦੋਂ ਉਹਦੀ ਤਕਰੀਬਨ 1991-92 ਤੋਂ ਲੈ ਕੇ ਉਹਨਾਂ ਦੀ ਇਨਕਮ ਬਹੁਤ ਵਧਣ ਲੱਗ ਗਈ ਕਾਫੀ, ਮਤਲਬ ਜਿਹੜਾ ਇਕਨੋਮਿਕ ਗਰੋਥ ਵਧੀਆ ਹੋਇਆ। ਤੇ ਉਹਨਾਂ ਦੀ ਫਿਰ ਇਹ ਸੀ ਵੀ ਪਹਿਲਾਂ ਇਹ ਸੀ ਵੀ ਜੇ ਤੁਹਾਡੇ ਕੋਲ ਪੈਸੇ ਹੁੰਦੇ ਵੀ ਸੀ ਨਾ ਤੁਸੀਂ ਚੀਜ਼ਾਂ ਖਰੀਦ ਨਹੀਂ ਸਕਦੇ ਸੀ। ਮਤਲਬ ਜੇ ਈਵਨ ਟੇਪ ਰਿਕਾਰਡਰ ਲੈਣਾ 1970-75 'ਚ ਤੁਹਾਨੂੰ ਨਹੀਂ ਲੈਣਾ ਮਿਲਦਾ ਸੀ, ਤੁਹਾਨੂੰ ਵੀਡੀਓ ਕੈਸਟ ਪਲੇਅਰ ਤੁਸੀਂ ਕੈਨੇਡਾ ਤੋਂ ਲੈ ਕੇ ਆਉਂਦੇ। ਉਦੋਂ ਸਾਰੀਆਂ ਚੀਜ਼ਾਂ ਇੱਥੇ ਮਿਲਣ ਲੱਗ ਗਈਆਂ, ਸਸਤੀਆਂ ਮਿਲਣ ਲੱਗ ਗਈਆਂ, ਕੁਆਲਿਟੀ ਦੀਆਂ ਮਿਲਣ ਲੱਗੀਆਂ। ਇਸ ਕਰਕੇ ਜਿਹੜੀਆਂ ਅਮਰੀਕਨ ਕੰਪਨੀਆਂ ਸੀ ਉਹਨਾਂ ਦਾ ਹੋਰ ਬਹੁਤ ਸ਼ੌਕ ਵੱਧ ਗਿਆ, ਇੰਟਰਸਟ ਵੱਧ ਗਿਆ ਵੀ ਇਸ ਤੇ ਇਨਵੈਸਟ ਕਰੀਏ। ਦੂਜੇ ਪਾਸੇ ਜਿਹੜਾ ਇੰਡੀਆ ਦਾ ਇਮੇਜ ਸੀ ਵੀ ਇੰਡੀਆ ਦੇ ਸਾਇੰਟਿਸਟ ਵੀ ਚੰਗੇ ਹੈਗੇ, ਉਹ ਚੰਗਾ ਕੰਮ ਕਰ ਸਕਦੇ, ਇੰਡੀਆ ਦੇ ਬਿਜ਼ਨਸ ਦਾ ਹੈਗਾ ਚੰਗਾ ਰੈਪੂਟੇਸ਼ਨ ਬਣਿਆ, ਉਹਨੇ ਬਹੁਤ ਰੋਲ ਕੀਤਾ। ਇਹਦੇ ਵਿੱਚ 2 ਗੱਲਾਂ ਮੈਂ ਪਹਿਲਾਂ ਕਹਿਣੀਆਂ ਭੁੱਲ ਗਿਆ। ਇਕੱਲੀ ਐਗਰੀਕਲਚਰ 'ਚ ਨਹੀਂ ਸਾਡੀ ਹੈਲਪ ਕੀਤੀ, ਜਿਹੜੇ ਸਾਡੇ ਇੰਸਟੀਚਿਊਟ ਆਫ ਟੈਕਨੋਲੋਜੀ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬਣੇ ਸੀ ਖਾਸ ਕਰ ਜਿਹੜਾ ਕਾਨਪੁਰ ਵਿੱਚ, ਉਹਦੇ ਵਿੱਚ ਅਮਰੀਕਾ ਨੇ ਜਿਹੜਾ ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਉਹ ਸੈਟਅਪ ਕਰਨ 'ਚ ਬਹੁਤ ਹੈਲਪ ਕੀਤੀ। ਇਸੇ ਤਰ੍ਹਾਂ ਹਾਰਵਰਡ ਯੂਨੀਵਰਸਿਟੀ ਜਿੱਥੇ ਬਿਜ਼ਨਸ ਸਕੂਲ ਬਿਲਕੁਲ ਟੌਪ ਦਾ, ਉਹਨੇ ਜਿਹੜਾ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਹੈਗਾ ਹੈਦਰਾਬਾਦ, ਉਹਦੀ ਕੀਤੀ। ਸੋ ਇਹ ਜਿਹੜੇ ਐਗਰੀਕਲਚਰ ਦੀ ਖੇਤੀ, ਐਗਰੀਕਲਚਰ ਦੀ ਪੜ੍ਹਾਈ, ਇੰਜੀਨੀਅਰਿੰਗ ਦੀ ਪੜ੍ਹਾਈ ਤੇ ਮੈਨੇਜਮੈਂਟ ਦੀ ਪੜ੍ਹਾਈ ਦੀ ਬਹੁਤ ਉੱਚੇ ਮਿਆਰ ਦੀ ਨੇ ਇੰਡੀਆ ਦਾ ਇਮੇਜ ਬਹੁਤ ਵਧਾਇਆ ਇੰਟਰਨੈਸ਼ਨਲੀ, ਤੇ ਸਾਡੀਆਂ ਜਿਹੜੀਆਂ ਇਕਨੋਮਿਕ ਗਰੋਥ ਦੇ ਵਿੱਚ ਬਹੁਤ ਵੱਡਾ ਰੋਲ ਪਾਇਆ। ਜੀ, ਇਹ ਡਾਕਟਰ ਸਾਹਿਬ ਇੱਕ ਚੀਜ਼ ਮੈਨੂੰ ਇੱਥੇ ਹੋਰ ਥੋੜੀ ਜਿਹੀ ਸਮਝਾਇਓ ਕਿ ਇਸ ਵੇਲੇ ਚੀਨ ਸਾਡੇ ਮੋਢਿਆਂ ਦੇ ਉੱਤੇ ਹੈ, ਕਿਉਂਕਿ ਜਦੋਂ ਭਾਰਤ ਦਾ ਨਕਸ਼ਾ ਦੇਖਦੇ ਹਾਂ ਤੇ ਇੱਕ ਪਾਸੇ ਮੋਢੇ ਤੇ ਚੀਨ ਲੱਗਦਾ, ਦੂਜੇ ਪਾਸੇ ਥੋੜਾ ਜਿਹਾ ਪਾਕਿਸਤਾਨ ਦਾ ਹਿੱਸਾ ਲੱਗਦਾ। ਜਦੋਂ ਇੰਨੇ ਵਧੀਆ ਸੰਬੰਧ ਹੋ ਗਏ ਭਾਰਤ ਤੇ ਅਮਰੀਕਾ ਦੇ, ਉਹ ਠੀਕ ਤੁਸੀਂ ਦੱਸ ਦਿੱਤਾ ਕਿ USSR ਦੇ ਟੁਕੜੇ ਹੋ ਗਏ, ਉਹ ਆਪ ਹੀ ਕਿਸੇ ਜੋਗਾ ਨਹੀਂ ਰਿਹਾ, ਤਾਂ ਫਿਰ ਭਾਰਤ ਨੂੰ ਕਿਸੇ ਹੋਰ ਦਰਵਾਜ਼ੇ ਨੂੰ ਖੜਕਾਉਣਾ ਪੈਣਾ ਸੀ। ਭਾਰਤ ਨੇ ਅਮਰੀਕਾ ਦਾ ਦਰਵਾਜ਼ਾ ਖੜਕਾ ਲਿਆ, ਸਾਡੇ ਸੰਬੰਧ ਵਧੀਆ ਹੁੰਦੇ। ਪਰ ਜਦੋਂ ਵੀ ਕਦੇ ਅਮਰੀਕਾ ਦੇ ਕਿਸੇ ਵੱਡੇ ਰਾਜਨੀਤਿਕ ਲੀਡਰ ਨੇ, ਤਾਕਤਵਰ ਲੀਡਰ ਨੇ ਭਾਰਤ ਦੇ ਵਿੱਚ ਆਉਣਾ ਹੁੰਦਾ,
ਚੀਨ ਵਾਲੇ ਦਬਕੇ ਮਾਰਦੇ ਰਹਿੰਦੇ ਆ, ਇਤਰਾਜ਼ ਪ੍ਰਗਟ ਕਰਦੇ ਰਹਿੰਦੇ ਆ, ਉਹਨਾਂ ਦੇ ਕਈ ਤਰ੍ਹਾਂ ਦੇ ਐਸੇ ਬਿਆਨ ਆਉਂਦੇ ਆ ਜਿਹਨੂੰ ਦੇਖ ਕੇ ਲੱਗਦਾ ਹੁੰਦਾ ਕਿ ਸਾਡੇ ਅਮਰੀਕਾ ਦੇ ਨਾਲ ਵੱਧ ਰਿਹਾ ਸੰਬੰਧਾਂ ਤੋਂ ਉਹ ਗੁੱਸੇ ਨੇ, ਨਾਰਾਜ਼ ਨੇ ਜਾਂ ਬਹੁਤੇ ਖੁਸ਼ ਨਹੀਂ। ਹੁਣ ਜਦੋਂ ਭਾਰਤ ਤੇ ਅਮਰੀਕਾ ਦੇ ਪ੍ਰਮੁੱਖ ਜਿਹੜੇ ਨੇ, ਮੁਖੀ ਜਿਹੜੇ ਨੇ ਦੇਸ਼ਾਂ ਦੇ, ਉਹ ਆਪਸ ਵਿੱਚ ਮਿਲ ਰਹੇ ਆ, ਸੰਬੰਧ ਸਾਡੇ ਚੰਗੇ ਹੋ ਰਹੇ, ਤਾਂ ਕੀ ਸਾਡਾ ਤਣਾਅ ਤਾਂ ਨਹੀਂ ਵਧੂਗਾ ਚੀਨ ਦੇ ਨਾਲ ਇਹਦੇ ਕਰਕੇ? ਮੈਂ ਇਹ ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਐਸਪੈਕਟ ਥੋੜਾ ਜਿਹਾ ਹੋਰ ਐਕਸਪਲੇਨ ਕਰ ਦਿਆਂ। ਅਮਰੀਕਾ ਦਾ ਜਿਹੜਾ ਹਿੰਦੁਸਤਾਨ ਦੇ ਵਿੱਚ ਇੰਟਰਸਟ ਬਹੁਤ ਵਧਿਆ ਨਾ, ਉਹਦੇ 'ਚ ਇੱਕ ਇਹ ਵੀ ਹੈ ਵੀ ਜਿਹੜੀ ਅਮਰੀਕਾ ਦੇ ਵਿੱਚ ਇੰਡੀਆ ਦੀ ਸੌਫਟ ਪਾਵਰ ਬਹੁਤ ਵਧ ਗਈ। ਮਤਲਬ ਅਮਰੀਕਾ ਦਾ ਵੀ ਬਹੁਤ ਇੰਟਰਸਟ ਬਣਿਆ ਵੀ ਹੁਣ ਮੈਂ ਹਿੰਦੁਸਤਾਨ ਨਾਲ ਸੰਬੰਧ ਬਣਾਵਾਂ। ਉਹਦੇ ਪਹਿਲਾ ਕਾਰਨ ਤਾਂ ਇਹੀ ਹੈ ਵੀ ਜਿਹੜੇ ਸਾਡੇ ਜਿਹਨੂੰ ਆਪਾਂ ਕਹਿੰਦੇ ਜੀਓ ਸਟ੍ਰੈਟੇਜਿਕ ਇੰਟਰਸਟ, ਅਮਰੀਕਾ ਦੇ ਸੰਬੰਧ ਵੀ ਚਾਈਨਾ ਨਾਲ ਚੰਗੇ ਨਹੀਂ, ਇੰਡੀਆ ਦੀ ਵੀ ਖਾਸ ਕਰ ਜਦੋਂ ਦੀ ਹਿਮਾਲਯਨ ਦੇ ਵਿੱਚ 2 ਸਾਲ ਪਹਿਲਾਂ ਹੋਈ ਹੈ ਖਿੱਚੋਤਾਣ ਹੈ, ਤੇ ਉਹਦੇ ਆਪਾਂ ਡਿਟੇਲ 'ਚ ਕਰਾਂਗੇ। ਇੱਕ ਤਾਂ ਉਹਦਾ ਕਾਰਨ ਹੈ। ਨੰਬਰ 2 ਦੇ ਉੱਪਰ ਇਹ ਕਾਰਨ ਹੈ ਬਈ ਜਿਹੜੀ ਇੰਡੀਅਨ ਜਿਹੜੇ ਅਮਰੀਕਾ 'ਚ ਰਹਿੰਦੇ ਉਹਨਾਂ ਦੀ ਜਿਹੜੀ ਪਾਵਰ ਬਹੁਤ ਵਧੀ। ਉਹ ਮਤਲਬ ਉਹ ਇਸ ਕਰਕੇ ਉਹਨਾਂ ਦੀ ਇਕਨੋਮਿਕਲੀ, ਪੋਲੀਟੀਕਲੀ, ਸਾਇੰਟੀਫਿਕਲੀ ਉਹਨਾਂ ਦਾ ਬਹੁਤ ਵੱਡਾ ਰੋਲ ਹੈਗਾ। ਤੇ ਉਹਦੇ ਕਾਰਨ ਕੀ ਹੈ? ਨੰਬਰ 1 ਤਾਂ ਇਹ ਵੀ ਅੱਜ ਪਿਛਲੇ 25 ਸਾਲਾਂ ਦੇ ਵਿੱਚ ਤਕਰੀਬਨ ਅਮਰੀਕਾ ਦੇ ਵਿੱਚ ਜਿਹੜੇ ਅੱਜ ਭਾਰਤੀ ਮੂਲ ਦੇ ਲੋਕ ਰਹਿੰਦੇ ਉਹ 27 ਲੱਖ ਉਹਨਾਂ ਦੀ ਪਾਪੂਲੇਸ਼ਨ ਹੈ। ਉਹ ਉੱਥੇ ਸਾਰਿਆਂ ਤੋਂ ਵੱਧ ਪੜ੍ਹਿਆ ਲਿਖਿਆ ਗਰੁੱਪ ਹੈ। ਹੋਰ ਕੋਈ ਵੀ ਹੋਰ ਕਿਸੇ ਵੀ ਵਿਦੇਸ਼ ਤੋਂ ਆ ਕੇ ਸੈਟਲ ਹੋਏ ਪਹਿਲੀ, ਦੂਜੀ ਜਨਰੇਸ਼ਨ, ਤੀਜੀ ਇੰਨਾ ਨਹੀਂ ਪੜ੍ਹਿਆ ਲਿਖਿਆ ਜਿੰਨਾ ਉਹ ਹੈ। ਇੱਥੇ ਨਹੀਂ, ਜਿਹੜੀ ਅਮਰੀਕਾ ਦੀ ਜਿਹੜੀ ਐਵਰੇਜ ਇਨਕਮ ਹੈ ਅਮਰੀਕਾ ਦੀ ਇੱਕ ਘਰ ਦੀ, ਉਹ ਹੈਗੀ ਤਕਰੀਬਨ $70,000। ਪਰ ਜਿਹੜਾ ਇੱਕ ਇੰਡੀਅਨ ਹਾਊਸ ਹੋਲਡ ਹੈ ਉਹਦੀ ਐਵਰੇਜ ਇਨਕਮ ਹੈਗੀ $1.5 ਲੱਖ ਦੁੱਗਣੀ। ਤੇ ਜਿਹੜਾ ਚਾਈਨੀਜ਼ ਐਵਰੇਜ ਹਾਊਸ ਹੋਲਡ ਚਾਈਨੀ ਡਿਸੈਂਟ ਦਾ, ਉਹਦੀ ਹੈਗੀ 95,000। ਸੋ ਉਹਦੇ 'ਚ ਇੰਡੀਅਨਸ ਬਹੁਤ ਅੱਗੇ ਵੱਧ ਗਏ। ਦੂਜੇ ਪਾਸੇ ਇਹ ਹੋਇਆ ਵੀ ਜਿਹੜਾ ਪੋਲੀਟੀਕਲ ਲੈਵਲ ਤੇ ਵੀ ਇੰਡੀਅਨ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਅੱਗੇ ਆਏ। ਹੁਣ ਜਿਸ ਤਰ੍ਹਾਂ ਬਾਠ ਸਾਹਿਬ ਤੁਹਾਨੂੰ ਪਤਾ ਹੀ ਹੈ ਵੀ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਕਮਲਾ ਹੈਰਿਸ, ਉਹ ਇੰਡੀਅਨ ਓਰੀਜਨ ਦੀ ਹੈਗੀ। ਜਿਹੜੀ ਹਾਊਸ ਕਾਂਗਰਸ ਹੈ, ਜਿਹੜੀ ਆਪਾਂ ਪਾਰਲੀਮੈਂਟ ਦਾ ਇਕਵੀਲੈਂਟ ਆ, ਉਹਦੇ 5 ਮੈਂਬਰ ਇੰਡੀਅਨ ਓਰੀਜਨ ਦੇ ਹੈਗੇ। ਤੇ ਪਿੱਛੇ ਜੇ ਇੱਕ ਨਿਊਯਾਰਕ ਟਾਈਮ ਦੀ ਰਿਪੋਰਟ ਸੀ ਵੀ ਜਿਹੜੀਆਂ ਸਟੇਟ ਦੀਆਂ ਅਸੈਂਬਲੀਜ਼ ਹੈਗੀਆਂ ਜਾਂ ਸਟੇਟ ਪਾਰਲੀਮੈਂਟ, ਉਹਨਾਂ 'ਚ ਤਕਰੀਬਨ 50 ਜਿਹੜੇ ਮੈਂਬਰ ਆ ਉਹ ਵੀ ਇੰਡੀਅਨ ਓਰੀਜਨ ਦੇ ਹੈਗੇ। ਸੋ ਇਹਦਾ ਇੰਡੀਅਨ ਦਾ ਉੱਥੇ ਪੋਲੀਟੀਕਲ ਕਲਾਊਡ ਵੀ ਵੱਧ ਗਿਆ ਹੈਗਾ। ਇਸੇ ਤਰ੍ਹਾਂ ਹੀ ਹੁਣ ਮਤਲਬ ਚਾਹੇ ਤਾਂ ਨੈਚੁਰਲਾਈਜ਼ਡ ਅਮਰੀਕਨ ਹੈ, ਪਰ ਸਾਰੇ ਹਿੰਦੁਸਤਾਨ ਲਈ ਤਾਂ ਮਾਣ ਵਾਲੀ ਗੱਲ ਹੈ ਨਾ ਵੀ ਅਜੇ ਬਾਂਗਾ ਹੁਣ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਬਣੇ ਹੈਗੇ। ਇਸੇ ਤਰ੍ਹਾਂ ਹੀ ਨੈਸ਼ਨਲ ਸਾਇੰਸ ਫਾਊਂਡੇਸ਼ਨ, ਬਹੁਤ ਵੱਡੀ ਆਰਗੇਨਾਈਜੇਸ਼ਨ ਜਿਹੜੀ ਰਿਸਰਚ ਲਈ ਪੈਸੇ ਦਿੰਦੀ ਹੈ, ਉਹਦੇ ਜਿਹੜੇ ਪ੍ਰਧਾਨ ਹੈ ਸੁਬਰਾਮਨਿਅਮ ਆਪਣਾ ਪੰਚਨਾਥਨ, ਉਹ ਵੀ ਇੰਡੀਅਨ ਓਰੀਜਨ ਦੇ ਹੈਗੇ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਾਇੰਟਿਸਟ ਯੂਨੀਵਰਸਿਟੀਆਂ ਦੇ ਵਿੱਚ ਹੈਗੇ ਜਿਹੜੇ ਉਹ ਇੰਡੀਅਨ ਓਰੀਜਨ ਦੇ ਹੈਗੇ। ਸੋ ਇਹਨਾਂ ਗੱਲਾਂ ਕਰਕੇ, ਇਸ ਤੋਂ ਇਲਾਵਾ ਜਿਹੜੀਆਂ ਹੁਣ ਉੱਥੇ ਜਿਹੜੀਆਂ ਵੱਡੀਆਂ ਕੰਪਨੀਆਂ ਜਿਹਨੂੰ ਆਪਾਂ ਕਹਿੰਦੇ ਫੋਰਚੂਨ 500 ਕੰਪਨੀ ਜਿਹੜੀਆਂ ਟੌਪ ਦੀਆਂ, ਉਹਨਾਂ 'ਚੋਂ ਅੱਜ 25 ਕੰਪਨੀਆਂ ਜਿਹੜੀਆਂ 25 ਕੰਪਨੀਆਂ ਦੇ ਚੀਫ ਐਗਜ਼ੀਕਿਊਟਿਵ ਅਫਸਰ ਆ, ਜਿਹੜੇ ਮੁੱਖ ਕਾਰਜਕਾਰੀ ਅਫਸਰ ਆ, ਉਹ ਇੰਡੀਅਨ ਓਰੀਜਨ ਦੇ ਹੈਗੇ। ਸੋ ਉਸ ਕਰਕੇ ਵੀ ਉਹਨਾਂ ਦਾ ਵੀ ਇੰਟਰਸਟ ਹੈਗਾ ਵੀ ਇੰਡੀਆ ਨਾਲ ਰਿਲੇਸ਼ਨ ਵਧਣ, ਤੇ ਅਮਰੀਕਾ ਦਾ ਵੀ ਇੰਟਰਸਟ ਹੈਗਾ। ਤੇ ਇਸੇ ਤਰ੍ਹਾਂ ਹੀ ਹੋਰ ਕਈ ਗੱਲਾਂ ਹੈਗੀਆਂ, ਜਿਵੇਂ ਪਹਿਲਾਂ ਇਕੱਲੇ ਕਾਲ ਸੈਂਟਰ ਹੁੰਦੇ ਸੀ ਆਪਣੇ, ਵੀ ਫੋਨ ਕੀਤਾ ਵੀ ਏਅਰਲਾਈਨ ਦੀ ਟਿਕਟ। ਹੁਣ ਉਹਨਾਂ ਦੇ ਉਹਦਾ ਲੈਵਲ ਬਹੁਤ ਵੱਧ ਗਿਆ। ਹੁਣ ਜਿਹੜੇ ਹੈ ਨਾ, ਉਹਨਾਂ ਨੂੰ ਕਹਿੰਦੇ ਗਲੋਬਲ ਕੈਪੇਬਿਲਿਟੀ ਸੈਂਟਰ। ਸਾਰੀ ਦੁਨੀਆ ਦੇ ਵਿੱਚ ਤਕਰੀਬਨ 4000 ਗਲੋਬਲ ਕੈਪੇਬਿਲਿਟੀ ਸੈਂਟਰ ਆ, ਉਹ ਬੜਾ ਹਾਈ ਐਂਡ ਕੰਮ ਕਰਦੇ ਆ। ਉਹਨਾਂ 'ਚੋਂ 40% ਜਿਹੜੇ ਹੈਗੇ ਉਹ ਹਿੰਦੁਸਤਾਨ 'ਚ ਹੈ। ਸੋ ਜਿਹੜੀ ਅਮਰੀਕਾ ਦੀ ਕੋਈ ਵੀ ਵੱਡੀ ਕੰਪਨੀ ਹੈ, ਉਹ ਜਾਂ ਤਾਂ ਉਹਦਾ ਗਲੋਬਲ ਕੈਪੇਬਿਲਿਟੀ ਸੈਂਟਰ ਹੈ, ਜਾਂ ਉਹਦੀ ਹੱਬ ਇੱਥੇ ਹੈਗੀ, ਜਾਂ ਉਹਦੀ ਹੈਗੀ ਆਪਣਾ ਬੈਕ ਆਫਿਸ ਇੱਥੇ ਹੈਗਾ। ਸੋ ਇਹਦੇ ਨਾਲ ਦੋਨਾਂ ਮੁਲਕਾਂ ਦੇ ਆਪਸ ਵਿੱਚ ਜਿਹੜੇ ਰਿਲੇਸ਼ਨਸ਼ਿਪ ਵਧਾਉਣ ਦੇ ਵਿੱਚ ਬਹੁਤ ਵੱਡਾ। ਦੂਸਰਾ, ਤੁਸੀਂ ਅੱਗੇ ਇਸ਼ਾਰਾ ਵੀ ਕੀਤਾ ਵੀ ਜਿਹੜਾ ਅਮਰੀਕਾ ਦਾ ਤੇ ਹਿੰਦੁਸਤਾਨ ਦਾ ਜਿਹੜਾ ਆਪਸੀ ਵਪਾਰ 1991 ਦੇ ਵਿੱਚ ਨਾ, ਕਿਸੇ ਨੇ ਜਿਹੜਾ ਅਮਰੀਕਾ ਦਾ ਅੰਬੈਸਡਰ ਸੀ ਉਹਦੋਂ ਪੁੱਛਿਆ ਵੀ ਜਿਹੜਾ ਅਮਰੀਕਾ ਤੇ ਹਿੰਦੁਸਤਾਨ ਦਾ ਵਪਾਰ ਹੈ ਵੀ ਕਿਵੇਂ ਚੱਲ ਰਿਹਾ। ਨਾਰਮਲੀ ਜੋ ਵੱਧ ਰਿਹਾ ਆਪਾਂ ਕਹਿੰਦੇ ਵੀ ਇਟਸ ਰਾਈਜ਼ਿੰਗ, ਤੇ ਉਹਨਾਂ ਦਾ ਇਹ ਸੀ ਵੀ ਅਮਰੀਕਾ ਇੰਡੀਆ ਟ੍ਰੇਡ ਇਹਦਾ ਆਲਮੋਸਟ ਫਲੈਟ ਲਾਈਕ ਇਹ ਚਪਾਤੀ, ਬਿਲਕੁਲ ਫਲੈਟ ਆ, ਬੜਾ ਵੱਧ ਨਹੀਂ ਰਿਹਾ। ਹੁਣ ਤਕਰੀਬਨ ਪਿਛਲੇ 10-15 ਸਾਲਾਂ 'ਚ ਇੰਨਾ ਵੱਧ ਗਿਆ ਵੀ ਹੁਣ ਤਕਰੀਬਨ ਸਾਲ 2 ਸਾਲ 'ਚ $200 ਬਿਲੀਅਨ ਟੱਚ ਕਰਨ ਵਾਲਾ। ਦੂਸਰਾ, ਜਿਹੜੀ ਇੰਡੀਆ has emerged as a, China has emerged as a manufacturing hub, India has emerged as a software hub। ਤੇ
ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਗਲੋਬਲ ਟ੍ਰੇਡ ਹੈ ਸਰਵਿਸਿਜ਼ ਦੇ ਵਿੱਚ ਉਹ 2% ਸੀਡੀਆਂ ਦਾ ਹਿੱਸਾ ਜਿਹੜਾ ਕਿ ਹੁਣ ਵੱਧ ਕੇ 4% ਹੋ ਗਿਆ। ਹੁਣ ਆਪਾਂ ਆਈਏ ਚਾਈਨਾ ਵਾਲੀ, ਇਹ ਮਸਲਾ ਬਹੁਤ ਗੰਭੀਰ ਹੈਗਾ। ਐਕਚੁਅਲੀ ਜਿਹੜੇ ਚਾਈਨਾ ਦੀ ਜਿਹੜੀ ਪਹਿਲਾਂ ਪਾਲਿਸੀ ਸੀ ਨਾ, ਉਹਨਾਂ ਦੇ ਜਿਹੜੇ ਡੈਂਗ ਜਿਆਪਾਂਗ, ਮੈਨੂੰ ਨਾਂ ਚੰਗੀ ਨੇ, ਜਿਹੜੇ 1980 ਪ੍ਰੈਜ਼ੀਡੈਂਟ ਬਣੇ ਸੀ, ਉਹਨਾਂ ਦੀ ਪਾਲਿਸੀ ਇਹ ਸੀ ਕਿ ਹੌਲੀ ਹੌਲੀ ਆਪਦਾ ਕੰਮ ਕਰੀ ਜਾਓ, ਥੱਲੇ ਰਹਿ ਕੇ ਬਾਹਲਾ ਰੌਲਾ ਨਾ ਪਾਓ। ਪਰ ਹੁਣ ਕੀ ਹੋਇਆ ਵੀ ਪਿਛਲੇ 10 ਸਾਲਾਂ ਦੇ ਵਿੱਚ ਚਾਈਨਾ ਦੀ ਜਿਹੜੀ ਫੋਰਨ ਪਾਲਿਸੀ ਹੈਜ਼ ਬਿਕਮ ਵੈਰੀ ਵਾਟ ਵੀ ਕਾਲ, ਆਪਾਂ ਕਹਿੰਦੇ ਹਾਂ ਬੜੀ, ਜਿਹਨੂੰ ਕਹਿੰਦੇ ਮਸਕੂਲਰ ਫੋਰਨ ਪਾਲਿਸੀ, ਮਸਕੂਲਰ। ਤੇ ਉਹ ਉਸ ਕਰਕੇ ਫਿਰ ਅੱਛਾ, ਜਦੋਂ ਇੰਡੀਆ ਦੇ ਨਾਲ ਉਹ ਆਪਣਾ ਹਿਮਾਚਲ ਦੇ ਵਿੱਚ ਹੋਇਆ, ਸੌਰੀ ਸਕਾਈ ਚੈਨ ਵਿੱਚ ਹੋਇਆ, ਉਦੋਂ ਆਪਸ ਵਿੱਚ ਖਿੱਚੋਤਾਣ ਵੱਧ ਗਈ, ਉਹ ਹਜੇ ਤੱਕ ਚੰਗੀ ਤਰ੍ਹਾਂ ਸੋਲਵ ਨਹੀਂ ਹੋਈ। ਦੂਸਰੇ ਇਹ ਹੋਇਆ ਵੀ ਚਾਈਨਾ ਆਪਦੇ ਡਿਫੈਂਸ ਤੇ ਬਹੁਤ ਖਰਚ ਕਰ ਰਿਹਾ, ਸੋ ਇੰਡੀਆ ਨੂੰ ਵੀ ਲੋੜ ਹੈ ਵੀ ਅਸੀਂ ਆਪਣਾ ਡਿਫੈਂਸ ਇੰਪਰੂਵ ਕਰੀਏ। ਸੋ ਇਸ ਲਈ ਇਹ ਵੀ ਜਿਵੇਂ ਹੁਣ ਖਾਸ ਕਰ 2 ਸਾਲਾਂ 'ਚ ਇਹ ਹੋਇਆ ਵੀ 18 ਮਹੀਨੇ ਹੋ ਗਏ, ਇੰਡੀਆ ਬਹੁਤ ਸਾਰੇ ਆਪਦੇ ਜਿਹੜੇ ਵੈਪਨਸ ਵਗੈਰਾ ਉਹ ਇੰਪੋਰਟ ਕਰਦਾ ਸੀ ਰਸ਼ੀਆ ਤੋਂ। ਹੁਣ ਰਸ਼ੀਆ ਇਜ਼ ਬੌਗਡ ਡਾਊਨ ਇਨ ਦੈਟ ਵਾਰ, ਉੱਥੋਂ ਵੀ। ਸੋ ਇੰਡੀਆ ਤੇ ਅਮਰੀਕਾ ਦੋਨਾਂ ਦਾ ਹੈ ਵੀ ਆਪਸ ਵਿੱਚ ਜਿਹੜੇ ਸਟ੍ਰੈਟੇਜਿਕ ਇੰਟਰਸਟ ਉਹ ਕਾਮਨ ਹੈਗੇ ਵੀ ਅਸੀਂ ਚਾਈਨਾ ਦੇ ਬਹੁਤੇ ਪਸਾਰ ਨੂੰ ਕਿਵੇਂ ਰੋਕਣਾ ਹੈਗਾ। ਆਈ ਥਿੰਕ ਉਸ ਐਂਗਲ ਤੋਂ ਦੋਨੇ ਇੱਕ ਦੂਜੇ ਨਾਲ ਚੰਗੀ ਅੰਡਰਸਟੈਂਡਿੰਗ ਹੈ, ਉਸੇ ਨਾਲ ਕੰਮ ਕਰ ਰਿਹਾ। ਇਹਦੇ ਜਦੋਂ ਕੱਲੀ ਇਸੇ 'ਚ ਸੌਰੀ ਹਾਂ ਕੁਛ ਪੁੱਛਣ ਲੱਗੇ ਸੀ। ਨਹੀਂ ਕੋਈ ਗੱਲ ਨਹੀਂ, ਤੁਸੀਂ ਜਾਰੀ ਰੱਖੋ। ਮੈਂ ਤਾਂ ਇਹ ਤੁਹਾਡੀ ਗੱਲ ਅੱਗੇ ਤੋਰਨੀ ਸੀ ਕਿ ਜਦੋਂ ਸਾਰਾ ਕੁਝ ਠੀਕ ਹੋ ਰਿਹਾ, ਡਾਕਟਰ ਸਾਹਿਬ, ਅਸੀਂ ਨਾ ਜਦੋਂ 2 ਦੇਸ਼ਾਂ ਦੇ ਮੁਖੀ ਆਪਸ ਵਿੱਚ ਮਿਲਦੇ ਹੁੰਦੇ, ਅਸੀਂ ਉਹਨਾਂ ਨੂੰ ਹੱਥ ਮਿਲਾਉਂਦੇ ਦੇਖਦੇ ਹਾਂ। ਇੱਕੋ ਹੀ ਵੀਡੀਓ ਜਾਂ ਫੋਟੋ ਉਹਨਾਂ ਦੀ ਹੁੰਦੀ, ਆਪਸ ਵਿੱਚ ਹੱਥ ਮਿਲਾਏ, ਫਾਈਲਾਂ ਦਾ ਆਦਾਨ ਪ੍ਰਦਾਨ ਕੀਤਾ, ਫਿਰ ਬਹੁਤ ਵੱਡਾ ਸਾਰਾ ਇੱਕ ਅੰਕੜਾ ਹੁੰਦਾ ਕਿ ਇਸ ਖੇਤਰ ਦੇ ਵਿੱਚ ਇੰਨੇ ਹਜ਼ਾਰ ਅਰਬ ਜਾਂ ਖਰਬ ਕਰੋੜ ਦੇ ਜਾਂ ਆਹ ਕੁਛ ਕਰਕੇ ਸਮਝੌਤੇ ਹੋ ਗਏ, ਇਸ ਖੇਤਰ ਦੇ ਵਿੱਚ ਕ੍ਰਾਂਤੀ ਹੋਊਗੀ। ਕੀ ਉਹ ਕਾਗਜ਼ਾਂ ਕੁਗਜ਼ਾਂ 'ਚ ਹੀ ਹੁੰਦਾ, ਫਾਈਲਾਂ ਜਾ ਕੇ ਰੱਖ ਦਿੱਤੀਆਂ ਜਾਂਦੀਆਂ, ਕਿ ਅਸਲ ਦੇ ਵਿੱਚ ਕੋਈ ਮਾੜਾ ਮੋਟਾ ਇੰਪਲੀਮੈਂਟ ਵੀ ਹੁੰਦਾ ਉਹਨਾਂ ਦੇ ਵਿੱਚੋਂ? ਤੁਸੀਂ ਪਰਮਵੀਰ ਜੀ ਬਹੁਤ ਸੋਹਣਾ ਸਵਾਲ ਪੁੱਛਿਆ। ਮੈਂ ਸ਼ਾਇਦ ਇਹਦਾ ਬੜਾ ਸੈਟਿਸਫੈਕਟਰੀ ਜਵਾਬ ਤਾਂ ਦੇ ਸਕਾਂ। ਇਹ ਜਿਹੜਾ ਸਮਝੌਤਾ ਹੁੰਦਾ ਨਾ ਪ੍ਰਾਈਮ ਮਿਨਿਸਟਰ ਲੈਵਲ ਤੇ, ਪ੍ਰੈਜ਼ੀਡੈਂਟ ਲੈਵਲ ਤੇ, ਉਹਦੇ ਬਾਅਦ ਬਹੁਤ ਸਾਰਾ ਕੰਮ ਕਰਨ ਵਾਲਾ ਹੁੰਦਾ। ਜੇ ਤਾਂ ਉਹ ਕਈ ਨਵੇਂ ਕਾਨੂੰਨ ਬਣਾਉਣੇ ਪੈਂਦੇ ਆ, ਕੁਛ ਉਹ ਪ੍ਰੋਸੀਜਰ ਸੈੱਟ ਕਰਨੇ ਪੈਂਦੇ ਆ ਵੀ ਉਹਨੂੰ ਕਿਵੇਂ ਕਾਨੂੰਨਾਂ ਨੂੰ ਲਾਗੂ ਕਰਨਾ। ਫਿਰ ਕਈ ਬਹੁਤ ਸਾਰਿਆਂ ਦੇ ਵਿੱਚ ਤੁਹਾਨੂੰ ਹੋਰ ਬਜਟ ਵੀ ਚਾਹੀਦਾ ਹੁੰਦਾ ਸਰਕਾਰੀ। ਜੇ ਤਾਂ ਸਾਰੀਆਂ ਚੀਜ਼ਾਂ ਹੋ ਜਾਣ ਤੇ ਠੀਕ ਤਰੀਕੇ ਨਾਲ ਹੋ ਜਾਣ ਤਾਂ ਫਿਰ ਉਹਦਾ ਫਾਇਦਾ ਬਹੁਤ ਹੁੰਦਾ। ਅਗੇਨ ਮੈਂ ਇਹਨੂੰ ਫਿਰ ਉੱਥੇ ਹੀ ਆਊਂਗਾ ਜਦੋਂ 1959 'ਚ 1955 ਤੋਂ ਸ਼ੁਰੂ ਹੋਇਆ ਖੇਤੀਬਾੜੀ ਵਾਲੀ ਕੋਆਪਰੇਸ਼ਨ। ਉਹ ਤਕਰੀਬਨ ਜੋ ਕੁਛ ਐਗਰੀ ਕੀਤਾ ਸੀ 1965 ਤੱਕ ਸਿਰੇ ਚੜ੍ਹ ਗਿਆ ਸੀ। ਐਗਰੀਕਲਚਰ ਯੂਨੀਵਰਸਿਟੀਆਂ ਵੀ ਬਣ ਗਈਆਂ, ਮੰਡੀਆਂ ਵੀ ਬਣ ਗਈਆਂ, ਪ੍ਰਾਈਸ ਕਮਿਸ਼ਨ ਵੀ ਬਣ ਗਿਆ। ਹਾਲਾਂਕਿ ਉਦੋਂ ਭਾਰਤ ਕੋਲੇ ਬਹੁਤੇ ਪੈਸੇ ਹੈ ਨਹੀਂ ਸੀ। ਜਿਹੜੇ ਵਿਦੇਸ਼ ਵਿੱਚ ਸਾਨੂੰ ਟ੍ਰੇਨਿੰਗ ਵਗੈਰਾ ਲਈ ਸੀ ਉਹ ਸਾਰੇ ਪੈਸੇ USAID ਨੇ, ਫੋਰਡ ਫਾਊਂਡੇਸ਼ਨ ਨੇ, ਰੌਕਫੈਲਰ ਨੇ। ਪਰ ਉਹ ਕਿਉਂਕਿ ਸਾਰੀ ਨੀਂਹ ਸੀ ਤੇ ਬੜੀ ਸਿੰਸੈਰਿਟੀ ਨਾਲ ਦੋਨਾਂ ਸਾਈਡਾਂ ਤੇ ਕੰਮ ਹੋਇਆ, ਉਹ ਸਿਰੇ ਚੜ੍ਹ ਗਿਆ ਤੇ ਉਹਦਾ ਫਾਇਦਾ ਹੋਇਆ ਭਾਰਤ ਨੂੰ ਵੀ ਐਂਡ ਦੁਨੀਆ ਨੂੰ ਵੀ ਫਾਇਦਾ ਹੋਇਆ ਉਹਦਾ। ਜੇ ਦੇਖੋ ਨਹੀਂ, ਜੇ ਭਾਰਤ ਨੇ ਪਿਛਲੇ ਸਾਲ 'ਚ ਇੰਨਾ ਨਾ ਕੀਤਾ, ਗਰੀਬ ਮੁਲਕਾਂ ਨੂੰ ਕਣਕ ਤੇ ਝੋਨਾ, ਖਾਸ ਕਰ ਚਾਵਲ ਨਹੀਂ ਮਿਲਣੇ ਸੀ। ਦੂਸਰੇ ਪਾਸੇ ਹੁਣ ਅੱਜ ਇਹ ਦੂਜਾ ਕੇਸ 2008 ਦੇ ਵਿੱਚ 2005 ਦੇ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਗਏ USA ਤੇ ਉਹਨਾਂ ਦੀ ਜਾਰਜ ਬੁਸ਼ ਦੇ ਨਾਲ ਬਹੁਤ ਸੋਹਣੀ ਮੀਟਿੰਗ ਹੋਈ। ਜਾਰਜ ਬੁਸ਼ ਜੂਨੀਅਰ ਉਹਨਾਂ ਦੀ ਬਹੁਤ ਰਿਸਪੈਕਟ ਵੀ ਕਰਦੇ ਸੀ। ਉਹਦਾ ਕਾਰਨ ਇਹ ਸੀ ਵੀ ਜਦੋਂ ਜਾਰਜ ਬੁਸ਼ ਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੀ ਤਿਆਰੀ ਕਰ ਰਿਹਾ ਸੀ ਨਾ ਬਿਲ ਕਲਿੰਟਨ ਤੋਂ ਬਾਅਦ, ਬਿਲ ਕਲਿੰਟਨ ਵਾਜ਼ ਡੈਮੋਕ੍ਰੈਟ, ਜਾਰਜ ਬੁਸ਼ ਵਾਜ਼ ਰਿਪਬਲਿਕਨ। ਉਹ ਅਮਰੀਕਾ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਲੋਕ ਹਨ ਉਹਨਾਂ ਨੂੰ ਬਹੁਤ ਉਹਨਾਂ ਦੀ ਸਲਾਹ ਲਈ ਜਾਂਦੀ ਵੀ ਅਸੀਂ ਆਪਣੀ ਸਟ੍ਰੈਟਜੀ ਕਿਵੇਂ ਤਿਆਰ ਕਰੀਏ। ਸੋ ਹੈਨਰੀ ਕਿਸਿੰਜਰ ਜਿਹਦੇ ਟਾਈਮ ਤੇ ਭਾਰਤ ਦੇ, ਹੈਨਰੀ ਕਿਸਿੰਜਰ ਤੇ ਨਿਕਸਨ ਦੇ ਟਾਈਮ ਤੇ ਭਾਰਤ ਦੇ ਆਪਣਾ ਅਮਰੀਕਾ ਦੇ ਸੰਬੰਧ ਖਰਾਬ ਹੋਏ ਸੀ। ਹੈਨਰੀ ਕਿਸਿੰਜਰ ਨੇ ਉਹਨੂੰ ਸੁਜੈਸਟ ਕੀਤਾ ਵੀ ਤੁਸੀਂ ਇੰਡੀਆ ਤੇ ਬਹੁਤ ਜ਼ੋਰ ਲਾਓ ਕਿਉਂਕਿ ਇੰਡੀਆ ਇਜ਼ ਅਮਰਜਿੰਗ ਸਟ੍ਰੈਟੇਜਿਕ ਪਾਵਰ। ਉਹਨਾਂ ਨੇ ਸੁਜੈਸਟ ਕੀਤਾ ਵੀ ਤੁਸੀਂ ਨਾ ਇੱਕ ਬਹੁਤ ਹੀ ਕੰਪੀਟੈਂਟ ਪ੍ਰੋਫੈਸਰ ਹੈ ਸਟੈਨਫੋਰਡ ਯੂਨੀਵਰਸਿਟੀ ਵਿੱਚ, ਕੋਂਡਾਲੀਜ਼ਾ ਰਾਈਸ, ਵੀ ਤੁਸੀਂ ਉਹਨੂੰ ਅਪਰੋਚ ਕਰੋ। ਉਹਨਾਂ ਨੇ ਉਹਨੂੰ ਅਪਰੋਚ ਕੀਤਾ। ਉਹਨਾਂ ਦੀ ਇਲੈਕਸ਼ਨ ਦੀ ਸਟ੍ਰੈਟਜੀ ਦੇ ਵਿੱਚ ਉਹ ਰਹੇ। ਬਾਅਦ ਦੇ ਵਿੱਚ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ
ਤੇ ਉਸ ਤੋਂ ਬਾਅਦ ਸੈਕਟਰੀ ਆਫ ਸਟੇਟ ਅਮਰੀਕਾ ਦੇ ਬਣੇ। ਉਹਨਾਂ ਨੇ ਬਹੁਤ ਪੁਸ਼ ਦੇ ਕੇ ਜਿਹੜੀ ਸਾਡੀ ਨਿਊਕਲੀਅਰ ਸੰਧੀ ਸੀਗੀ, ਜਿਹੜਾ 2008 ਵਿੱਚ ਉਹਨਾਂ ਦੀ ਬੈਕਿੰਗ ਸੀ ਤੇ ਮਨਮੋਹਨ ਸਿੰਘ ਦੀ ਤੇ ਪ੍ਰੈਜ਼ੀਡੈਂਟ ਬੁਸ਼ ਦੀ ਗਾਈਡੈਂਸ ਸੀ, ਉਹ ਬਣ ਗਈ। ਜਿਹੜਾ ਕਿ ਇੱਕ ਉਹ ਬਹੁਤ ਵੱਡਾ ਫੈਸਲਾ ਸੀ। ਵੱਡਾ ਫੈਸਲਾ ਇਹ ਸੀ ਬਈ ਇੰਡੀਆ ਨੇ ਪਹਿਲਾ ਨਿਊਕਲੀਅਰ ਐਕਸਪਲੋਜਨ ਕੀਤਾ 1974 'ਚ, ਦੂਜਾ ਕੀਤਾ ਮੇਰਾ 1996 ਜਾਂ 97 ਦੇ ਵਿੱਚ। ਤੇ ਪਰ ਉਹ ਸੰਧੀ ਉਹਨਾਂ ਨੇ ਸਾਈਨ ਕੀਤੀ। ਹਾਲਾਂਕਿ ਜਿਹੜੀਆਂ ਦੋ ਰਿਕੁਆਇਰਮੈਂਟਾਂ ਸੀਗੀਆਂ ਵੀ, ਇੱਕ ਤਾਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕੰਟਰੀ ਨੇ ਸਾਈਨ ਕੀਤੀ ਚਾਹੀਦੀ ਹੈ, ਨੰਬਰ 2 ਤੇ ਜਿਹੜੇ ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ ਸਾਈਨ ਕੀਤੀ ਹੋਣੀ ਚਾਹੀਦੀ ਹੈ। ਇੰਡੀਆ ਨੇ ਉਹ ਦੋਨੇ ਟ੍ਰੀਟੀਆਂ ਅੱਜ ਤੱਕ ਨਹੀਂ ਸਾਈਨ ਕੀਤੀ, ਪਰ ਫਿਰ ਵੀ ਉਹਨਾਂ ਨੇ ਸਾਈਨ ਕੀਤੇ, ਉਹਨਾਂ ਨੂੰ, ਕਿਉਂਕਿ ਇੰਡੀਆ ਤੇ ਟਰਸਟ ਸੀ। ਦੂਜੇ ਪਾਸੇ ਇੰਡੀਆ ਦਾ ਜਿਹੜਾ ਟਰੈਕ ਰਿਕਾਰਡ ਸੀਗਾ ਉਹ ਇਹ ਸੀ ਵੀ 1974 ਤੋਂ ਲੈ ਕੇ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਕਿਤੇ 500 ਗ੍ਰਾਮ ਵੀ ਰੇਡੀਓ ਐਕਟਿਵ ਮਟੀਰੀਅਲ ਹੋਇਆ ਜਿਹੜਾ ਇੰਡੀਆ ਨੇ ਪ੍ਰੋਡਿਊਸ ਕੀਤਾ ਤੁਸੀਂ ਅਕਾਊਂਟ ਫਾਰ ਨਾ ਕਰ ਸਕਦੇ। ਉਹ ਸਮਝੌਤਾ ਹੋ ਗਿਆ। ਐਂਡ ਉਹਦੇ ਵਿੱਚ ਮਨਮੋਹਨ ਸਿੰਘ ਨੇ ਆਪਦੀ ਪ੍ਰਾਈਮ ਮਿਨਿਸਟਰ ਦੀ ਨੌਕਰੀ ਵੀ ਲਾਈਨ ਤੇ ਲਾਤੀ ਸੀਗੀ, ਕਿਉਂਕਿ ਉਸ ਤੋਂ ਬਾਅਦ ਕਮਿਊਨਿਸਟਾਂ ਨੇ ਸਪੋਰਟ ਵਿਦਡਰਾ ਕਰ ਲਈ ਸੀ। ਤੇ ਅੱਗੇ ਉਹਦੇ ਹੋਰ ਪ੍ਰੋਸੀਜਰ ਬਹੁਤ ਸੀ। ਇੰਟਰਨੈਸ਼ਨਲ ਐਟੋਮਿਕ ਐਨਰਜੀ ਨੇ ਅਪਰੂਵਲ ਦਿੱਤੀ। ਉਹ ਅਖੀਰ ਤੇ ਅਕਤੂਬਰ 2008 'ਚ ਹੋ ਗਿਆ, ਸਭ ਮਤਲਬ ਸਿਰੇ ਚੜ ਗਿਆ। ਉਹ ਪਿਛਲੇ 14 ਸਾਲਾਂ ਵਿੱਚ ਉਹਦੇ ਤੇ ਬਹੁਤੀ ਪ੍ਰੋਗਰੈਸ ਨਹੀਂ। ਉਹਦਾ ਕਾਰਨ ਕੀ ਹੈ? ਉਹ ਇੰਪਲੀਮੈਂਟ ਹੋਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਹੈ ਨਾ, ਇੰਪਲੀਮੈਂਟ ਹੋਣ 'ਚ। ਉਹ 'ਚ ਕਮੀ ਮੈਂ ਤੁਹਾਨੂੰ ਦੱਸਦਾ ਕੀ ਹੋਇਆ ਬਈ। ਉਹ ਪਹਿਲਾਂ ਤਾਂ ਬੜੀ ਮੋਮੈਂਟਮ ਨਾਲ ਹੋਇਆ। ਜਦੋਂ 2009 'ਚ ਕਾਂਗਰਸ ਦੁਬਾਰਾ ਪਾਵਰ 'ਚ ਆ ਗਈ, ਉਦੋਂ ਆਈ ਥਿੰਕ ਮਨਮੋਹਨ ਸਿੰਘ ਜੀ ਜੇ ਤਾਂ ਅੜੇ ਰਹਿੰਦੇ ਵੀ ਮੈਂ ਆਹ ਬੰਦੇ ਆਪਦੀ ਮਿਨਿਸਟਰੀ 'ਚ ਲੈਣੇ ਹੈਗੇ। ਐਂਡ ਉਹ ਇਲੈਕਸ਼ਨ ਜੋ ਮਰਜ਼ੀ ਕੋ ਜਿੱਤੀ ਸੀ ਮਨਮੋਹਨ ਸਿੰਘ ਦੇ ਰੈਪੂਟੇਸ਼ਨ, ਪਰ ਉਦੋਂ ਕਿਉਂਕਿ ਉਹਨਾਂ ਦੀ ਚੱਲੀ ਨਹੀਂ। ਉਹ ਫਿਰ ਇੱਕ ਤਾਂ ਮਿਨਿਸਟਰ ਉਹਨਾਂ ਨੂੰ ਇਹੋ ਜਿਹੇ ਲੈਣੇ ਪਏ, ਨੰਬਰ 2 ਤੇ ਜਿਹੜੇ ਫਾਈਨਾਂਸ ਮਿਨਿਸਟਰ ਬਣੇ ਉਹ ਕਹਿੰਦੇ ਮੈਨੂੰ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਣਾਇਆ, ਚਲੋ ਸੁਰਗਾਂ 'ਚ ਵਾਸਾ ਹੋਵੇ ਉਹਨਾਂ ਦਾ। ਤੇ ਉਸ ਕਰਕੇ ਸਾਡੀਆਂ ਜਿਹੜੀਆਂ ਇਕਨੋਮਿਕ ਪ੍ਰੋਬਲਮ ਵਧਣ ਲੱਗ। ਤੀਜਾ ਇਹ ਹੋਇਆ ਵੀ ਉਦੋਂ ਇੰਡੀਆ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਦੇ ਕਰਪਸ਼ਨ ਦੇ ਬਹੁਤ ਐਲੀਗੇਸ਼ਨ ਲੱਗਣ। ਜਦੋਂ ਇਹੋ ਜਿਹਾ ਕੰਮ ਹੋਣ ਲੱਗ ਜਾਣਾ ਫਿਰ ਇਹ ਬਾਹਰਲੇ ਮੁਲਕਾਂ ਨੂੰ ਉਹਨਾਂ ਦਾ ਇੰਟਰਸਟ ਘੱਟ ਜਾਂਦਾ, ਆਉਂਦੇ ਨਹੀਂ। ਜੇ ਤੁਸੀਂ ਦੇਖੋ ਵੀ 2004 ਤੋਂ ਲੈ ਕੇ 2009 ਤੱਕ ਬਹੁਤ ਸਾਰੇ ਹੈਡਸ ਆਫ ਦੀ ਸਟੇਟ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਇੰਡੀਆ ਆਏ। ਮੁੜ ਕੇ 2011-12 ਤੋਂ ਲੈ ਕੇ 14 ਤੱਕ ਕੋਈ ਨਹੀਂ ਆਇਆ। ਸੋ ਉਸ ਕਰਕੇ ਉਹਨੂੰ ਬਹੁਤ ਸੈਟਬੈਕ ਲੱਗਿਆ। ਹੁਣ ਮੈਨੂੰ ਤਾਂ ਆਸ ਕਰਦਾ ਵੀ ਜਿਹੜੀ ਕੱਲ੍ਹ ਨੂੰ ਮੀਟਿੰਗ ਹੋਣੀ ਹੈ ਨਾ ਬਾਈਲੇਟਰਲ, ਉਹਦੇ ਵਿੱਚ ਜਿਹੜੀਆਂ 2-3 ਫੋਰਨ ਇਸ਼ੂਜ਼ ਹੈ। ਇੱਕ ਤਾਂ ਜਿਹੜੀਆਂ ਇੰਡੀਆ ਦਾ ਲਾ ਹੈਗਾ ਨਿਊਕਲੀਅਰ ਲਾਇਬਿਲਿਟੀ ਲਾ, ਵੀ ਜਿਹੜੇ ਨਿਊਕਲੀਅਰ ਮਟੀਰੀਅਲ ਸਪਲਾਈ ਕਰਨਾ ਵੀ ਉਹ ਰਿਸਪੌਂਸੀਬਲ ਹੈਗਾ। ਉਹ ਅਮਰੀਕਨ ਕੰਪਨੀਆਂ ਉਹ ਰਿਸਕ ਨਹੀਂ ਲੈਣਾ ਚਾਹੁੰਦੀਆਂ। ਉਹਦੇ ਤੇ ਕਾਫੀ ਸਾਰੀ ਡਿਸਕਸ਼ਨ ਹੋਈ ਹੈਗੀ। ਐਂਡ ਲੈਟਸ ਹੋਪ ਵੀ ਕੱਲ੍ਹ ਨੂੰ ਉਹਦੇ ਤੇ ਕੋਈ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਦੂਜਾ ਹੁਣ ਇਹ ਹੋ ਗਿਆ ਵੀ ਵੱਡੇ ਸਾਨੂੰ ਨਿਊਕਲੀਅਰ ਪਲਾਂਟ ਲਾਉਣ ਦੀ ਲੋੜ ਨਹੀਂ, ਅਸੀਂ ਛੋਟੇ ਨਿਊਕਲੀਅਰ ਰਿਐਕਟਰ ਬਣਾਈਏ ਜਿਨ੍ਹਾਂ ਨੂੰ ਹੈਂਡਲ ਕਰਨਾ ਸੌਖਾ ਹੈ। ਇਹਦੇ ਤੇ ਵੀ ਕਾਫੀ ਐਡਵਾਂਸ ਲੈਵਲ ਤੇ ਗੱਲ ਹੋਈ ਹੈ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡੀ ਹੈ ਨਾ, ਜਿਹਨੂੰ ਆਪਾਂ ਕਹਿੰਦੇ ਡਰਟੀ ਐਨਰਜੀ, ਜਿਹੜੀ ਹਾਈਡਰੋਕਾਰਬਨ ਪੈਟਰੋਲ ਤੋਂ ਬਣਦੀ ਹੈ ਜਾਂ ਡੀਜ਼ਲ ਤੋਂ ਜਾਂ ਬਣਦੀ ਹੈ ਕੋਲ ਤੋਂ, ਉਹ ਗਲੋਬਲ ਵਾਰਮਿੰਗ ਦਾ ਬਹੁਤ ਵੱਡਾ ਕਾਰਨ ਹੈ। ਤੇ ਇੰਡੀਆ ਦਾ ਟਾਰਗੇਟ ਹੈਗਾ 515 ਗੀਗਾਵਾਈਟ ਅਸੀਂ 2030 ਤੱਕ ਜਿਹੜੀ ਉਹਨਾਂ ਤੋਂ ਬਿਨਾਂ ਬਣਾਉਣੀ ਹੈ। ਤੇ ਉਹਦੇ ਲਈ ਨਿਊਕਲੀਅਰ ਰਿਐਕਟਰਸ ਵਗੈਰਾ ਬਹੁਤ ਰੋਲ ਪਲੇ ਕਰ ਸਕਦੇ। ਸੋ ਇਹ ਜਦੋਂ ਜਿਹੜੇ ਫਾਲੋ ਅਪ ਕੰਮ ਨਹੀਂ ਨਾ ਹੁੰਦੇ, ਫਿਰ ਉਹ ਜਿਵੇਂ ਤੁਸੀਂ ਕਿਹਾ ਕਾਗਜ਼ਾਂ ਤੇ ਰਹਿ ਜਾਣ। ਇਸੇ ਸੰਦਰਭ ਦੇ ਵਿੱਚ ਆਪਾਂ ਜੇ ਹੁਣ ਅੱਗੇ ਗੱਲ ਕਰੀਏ ਵੀ 2.5 ਮਹੀਨੇ ਹੋਇਆ ਪ੍ਰਾਈਮ ਮਿਨਿਸਟਰ ਮੋਦੀ ਜੀ ਗਏ ਸੀ ਅਮਰੀਕਾ। ਬਹੁਤ ਉਹਦੀ ਕਵਰੇਜ ਹੋਈ ਗਲੋਬਲੀ, ਇੰਡੀਆ ਵਿੱਚ ਵੀ ਅਮਰੀਕਾ ਵਿੱਚ ਵੀ। ਦੈਟ ਵਾਜ਼ ਏ ਕਾਈਂਡ ਆਫ ਏ ਲੈਂਡਮਾਰਕ ਹਾਈ ਪ੍ਰੋਫਾਈਲ ਵਿਜ਼ਿਟ। ਉਹ ਪਹਿਲੀ ਏਰੀ ਸੀ ਅਮਰੀਕਾ ਦੀ, ਤੀਜੀ ਏਰੀ ਸੀ ਅਮਰੀਕਾ ਦੀ ਹਿਸਟਰੀ 'ਚ ਵੀ ਕਿਸੇ ਹੈਡ ਆਫ ਦੀ ਸਟੇਟ ਨੇ ਜਿਹੜੀ ਉਹਨਾਂ ਜੁਆਇੰਟ ਸੈਸ਼ਨ ਆਫ ਕਾਂਗਰਸ ਹੈ ਜਿਹਦੇ 'ਚ ਬਹੁਤ ਹਾਊਸ ਆਫ ਰਿਪਰੈਜ਼ੈਂਟੇਟਿਵ ਹੁੰਦੇ ਆ ਤੇ ਸੈਨੇਟ ਹੁੰਦੇ ਆ, ਉਹਨਾਂ ਨੂੰ ਐਡਰੈਸ ਕੀਤਾ। ਉਸ ਤੋਂ ਪਹਿਲਾਂ ਸਿਰਫ ਵਿੰਸਟਨ ਚਰਚਿਲ ਤੇ ਨੈਲਸਨ ਮੰਡੇਲਾ ਨੇ ਕੀਤਾ। ਉਹਦੇ ਵਿੱਚ ਬਹੁਤ ਅਹਿਮ ਫੈਸਲੇ ਹੋਏ ਜਿਨ੍ਹਾਂ ਦੀ ਬਹੁਤ ਫਾਰ ਰੀਚਿੰਗ ਇੰਪਲੀਕੇਸ਼ਨਸ ਹੈ। ਇੱਕ ਤਾਂ ਜੇ ਉਹ ਮੋਟੇ ਉਹਨਾਂ 'ਚ ਇਹ ਹੈਗੇ ਵੀ ਇੱਕ ਤਾਂ ਜਿਵੇਂ ਇੰਡੀਆ ਨੇ ਨਾ ਬਣਾਇਆ ਹੈਗਾ ਆਪਣਾ ਤੇਜਾ ਫਾਈਟਰ ਪਲੇਨ, ਇੰਡੀਆ ਨੇ ਡਿਜ਼ਾਈਨ ਕੀਤਾ, ਪਰ ਉਹਦਾ ਇੰਜਨ ਇੰਨਾ ਬੜਾ ਸਟਰੋਂਗ ਨਹੀਂ। ਉਹ ਅਮਰੀਕਾ ਨੇ ਮੰਨ ਲਿਆ ਵੀ ਅਸੀਂ ਜਨਰਲ ਇਲੈਕਟ੍ਰਿਕ ਇੰਜਨ ਦੇਵਾਂਗੇ। ਜੇ ਉਹਦੇ 'ਚ ਇੰਜਨ ਆ ਜਾਂਦਾ ਉਹ ਮਤਲਬ ਦੈਨ ਇਟ ਬਿਕਮ ਏ ਆਸਮ ਫਾਈਟਰ ਪਲੇਨ ਜਿਹੜਾ ਕਿ ਇੰਡੀਆ ਬਹੁਤ ਐਕਸਪੋਰਟ ਵੀ ਕਰ ਸਕਦਾ। ਉਹਦੇ ਲਈ ਇਹ ਹੋਇਆ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਤੇ ਪ੍ਰਾਈਮ ਮਿਨਿਸਟਰ ਮੋਦੀ ਜੀ 2.5 ਮਹੀਨਿਆਂ ਦੇ ਵਿੱਚ ਕੱਲ੍ਹ ਨੂੰ ਮਿਲ ਰਹੇ ਆ। ਇਹਦਾ ਮਤਲਬ ਹੈ ਵੀ ਬੋਥ ਕੰਟਰੀਜ਼ ਆਰ ਵੈਰੀ ਸਿੰਸੀਅਰ ਟੂ ਗਿਵ ਇਟ ਏ ਪੁਸ਼। ਤੇ ਉਹਦੇ ਵਿੱਚ ਪਿਛਲੇ ਹਫ਼ਤੇ ਜਿਹੜੀ US ਕਾਂਗਰਸ ਆ ਉਹਨੇ ਹਰੀ ਝੰਡੀ ਦਿੱਤੀ ਪ੍ਰੈਜ਼ੀਡੈਂਟ
ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਸੀਂ ਉਹਦੇ 'ਚ ਅੱਗੇ ਜਾ ਸਕਦੇ। ਦੂਜਾ ਇਸੇ ਤਰ੍ਹਾਂ ਹੀ ਜਿਹੜੀ ਸਪੇਸ ਕੋਆਪਰੇਸ਼ਨ ਹੈ ਉਹਦੇ ਵਿੱਚ ਬਹੁਤ ਹੋਇਆ। ਹੁਣ ਉਹਦੇ 'ਚ ਕੀ ਹੋਇਆ ਵੀ ਉਦੋਂ ਤਾਂ ਨਹੀਂ ਸੀ, ਹੁਣ ਜਿਹੜਾ ਪਿਛਲੇ ਹਫ਼ਤੇ ਹਿੰਦੁਸਤਾਨ ਨੇ ਚੰਦਰਯਾਨ, ਪਿਛਲੇ ਮਹੀਨੇ ਚੰਦਰਯਾਨ ਉਤਾਰਤਾ ਉੱਥੇ ਸਕਸੈਸਫੁਲੀ, ਉਹਦੇ ਨਾਲ ਇੰਡੀਆ ਦੀ ਸਾਇੰਟੀਫਿਕ ਤਾਕਤ ਦਾ ਬਹੁਤ ਸਾਰੀ ਦੁਨੀਆ ਦੇ ਵਿੱਚ ਬਹੁਤ ਹੈ। ਅੱਗੇ ਅਸੀਂ ਸੈਟੇਲਾਈਟ ਅੱਗੇ ਵੀ ਭੇਜਦੇ ਰਹੇ ਹਾਂ, ਸਾਡੇ ਜਿਹੜੇ ਕਮਿਊਨੀਕੇਸ਼ਨ ਸੈਟੇਲਾਈਟ ਜਾਂ ਰਿਸੋਰਸ ਮੈਪਿੰਗ ਸੈਟ ਉਹ ਬਹੁਤ ਹੈਗੇ, ਪਰ ਇੱਕ ਵਹੀਕਲ ਨੂੰ ਉਤਾਰਿਆ ਵੀ ਇਹੋ ਜਿਹੇ ਥਾਂ ਤੇ ਜਿੱਥੇ ਪਹਿਲਾਂ ਕਿਸੇ ਨੇ ਨਹੀਂ ਉਤਾਰਿਆ, ਸਾਊਥ ਪੋਲ ਤੇ। ਉਹਦਾ ਕਾਰਨ ਕੀ ਹੈ ਵੀ ਉੱਥੇ ਨਾ ਸ਼ਾਇਦ ਹੋ ਸਕਦਾ ਵੀ ਜਿਹੜਾ ਫਰੋਜ਼ਨ ਪਾਣੀ ਹੋਵੇ, ਜੇ ਕਿਤੇ ਉੱਥੇ ਫਰੋਜ਼ਨ ਪਾਣੀ ਮਿਲ ਗਿਆ ਉਹਨੂੰ ਫਿਊਲ ਯੂਜ਼ ਕੀਤਾ ਜਾ ਸਕਦਾ। ਸੋ ਉਹਦੇ ਨਾਲ ਉਹਦੇ ਇੰਡੀਆ ਦਾ ਐਡਵਾਂਟੇਜ ਇਹ ਹੈ ਵੀ ਜਿਹੜਾ ਇੱਥੇ ਕੰਮ ਬਹੁਤ ਸਸਤਾ ਹੋ ਜਾਂਦਾ। ਜੇ ਉਹੀ ਕੰਮ ਅਮਰੀਕਾ ਜਾਂ ਕੈਨੇਡਾ ਦੇ ਵਿੱਚ $100 ਲਾ ਕੇ ਹੁੰਦਾ, ਇੰਡੀਆ 'ਚ ਉਹ ਤਕਰੀਬਨ $20 ਲਾ ਕੇ ਹੋ ਜਾਂਦਾ। ਸੋ ਜਿਹੜੀ ਕੋਆਪਰੇਸ਼ਨ ਹੋਵੇਗੀ ਉਹਦੇ ਨਾਲ ਇਸ ਚੀਜ਼ ਨੂੰ ਬਹੁਤ ਅੱਗੇ ਲਿਜਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਬਹੁਤ ਜ਼ੋਰ ਆ, ਉਹਦੇ ਤੇ ਬਹੁਤ ਜ਼ੋਰ ਦਿੱਤਾ ਗਿਆ ਹੈਗਾ, ਤਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਗੀ ਵੀ ਜਿਹੜੇ ਕੰਪਿਊਟਰ ਆ ਹੁਣ ਇਹ ਬੰਦਿਆਂ ਵਾਂਗੂ ਸੋਚਣ ਲੱਗ ਗਏ, ਉਹਨੂੰ ਅੱਗੇ ਕੀ ਇਸ ਤਰ੍ਹਾਂ ਇੱਕ ਬਹੁਤ ਨਵੇਂ ਕੰਪਿਊਟਰ ਬਣ ਲੱਗੇ ਜਿਹਨੂੰ ਕੁਆਂਟਮ ਕੰਪਿਊਟਿੰਗ ਕਹਿੰਦੇ ਆ। ਉਹਨਾਂ ਤੇ ਵੀ ਐਗਰੀਮੈਂਟ ਹੋਇਆ। ਸੋ ਜਿਹੜੇ ਐਗਰੀਮੈਂਟ ਹੋਇਆ ਨਾ ਉਹਨਾਂ ਨੂੰ ਆਪਾਂ ਕਹੀਏ ਵੀ ਸਮੁੰਦਰ ਦੀ ਸਤ੍ਹਾ ਤੋਂ ਲੈ ਕੇ ਤਾਰਿਆਂ ਤੱਕ ਜਾਂਦੇ ਆ, ਜਿਹੜੇ ਜੂਨ 'ਚ ਹੋਏ ਸੀ। ਹੁਣ ਚੈਲੰਜ ਦੋਨਾਂ ਮੁਲਕਾਂ ਲਈ ਇਹ ਹੈ ਵੀ ਅਸੀਂ ਉਹਨੂੰ ਅੱਗੇ ਕਿੱਥੇ ਲੈ ਕੇ ਜਾਣੇ ਹੈਗੇ। ਐਂਡ ਜੋ ਆਈ ਥਿੰਕ ਦਿਸ ਇਜ਼ ਦ ਟੈਸਟ ਆਫ ਲੀਡਰਸ਼ਿਪ ਆਫ ਬੋਥ ਦੀ ਕੰਟਰੀਜ਼। ਐਂਡ ਉਹਦੇ ਵਿੱਚ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਹੁਣੇ ਵਿਦਿਨ 2.5 ਮਹੀਨਿਆਂ ਦੇ ਵਿੱਚ ਹੀ ਇਹ ਆਪਣੀ ਦੁਬਾਰਾ ਹੋ ਰਹੀ ਹੈਗੀ ਮੀਟਿੰਗ ਬਾਈਲੇਟਰਲ, ਇਹਦੇ ਵਿੱਚ ਇਹਨੂੰ ਦੈਟ ਵਿਲ ਕਿਕ ਸਟਾਰਟ ਦਾ ਪ੍ਰੋਸੈਸ, ਜਿਹੜੇ ਅੱਗੇ ਫਾਲੋ ਅਪ ਐਕਸ਼ਨ ਹੋਣੇ ਆ ਉਹ ਹੋ ਜਾਣਗੇ। ਉਹਦਾ ਇੱਕ ਕਾਰਨ ਹੋਰ ਵੀ ਹੈ ਕਿ ਤੁਸੀਂ ਕੁਝ ਕਹਿਣ ਲੱਗੇ ਸੀ। ਨਹੀਂ, ਕੋਈ ਗੱਲ ਨਹੀਂ ਡਾਕਟਰ ਸਾਹਿਬ, ਆਪਣੇ ਕੋਲੇ 3-4 ਮਿੰਟ ਦਾ ਹੀ ਸਮਾਂ ਬਾਕੀ ਹੈ ਜੀ, ਹਾਲਾਂਕਿ ਸਬਜੈਕਟ ਬਹੁਤ ਵੱਡਾ, ਪਰ ਆਪਾਂ ਨੂੰ ਸਮ ਅਪ ਕਰਨਾ ਪਊਗਾ ਜੀ। ਹਾਂਜੀ, ਤੇ ਉਹਦੇ 'ਚ ਇੱਕ ਕਾਰਨ ਇਹ ਵੀ ਹੁਣ ਦੋਨਾਂ ਮੁਲਕਾਂ 'ਚ ਇਲੈਕਸ਼ਨ ਆ ਰਹੀਆਂ। 2024 'ਚ USA 'ਚ ਵੀ ਇਲੈਕਸ਼ਨ ਹੈ ਤੇ ਇੱਧਰ ਇੰਡੀਆ 'ਚ ਵੀ ਇਲੈਕਸ਼ਨ ਹੈ, ਤੇ ਅਮਰੀਕਾ ਦੇ ਵਿੱਚ ਵੀ ਜਿਹੜਾ ਇੰਡੀਅਨ ਡਾਇਸਪੋਰਾ ਪੋਲੀਟੀਕਲੀ ਵੈਰੀ ਐਕਟਿਵ। ਸੋ ਜੇ ਉਸ ਐਂਗਲ ਤੋਂ ਵੀ ਦੋਨਾਂ ਜਿਹੜੇ ਲੀਡਰਸ਼ਿਪ ਹੁੰਦੀ ਉਹਦਾ ਇੰਟਰਸਟ ਹੁੰਦਾ ਵੀ ਅਸੀਂ ਕਿਸ ਤਰ੍ਹਾਂ ਜੇ ਕੁਝ ਕਰਕੇ ਹਾਰਨੈਸ ਕਰ ਲਈਏ ਤਾਂ ਸਾਨੂੰ ਉਹਦਾ ਫਾਇਦਾ ਹੋਊ। ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਵੀ ਕੈਨੇਡਾ ਰਹਿੰਦੇ ਹੋ, ਤੁਹਾਡਾ ਵੀ ਸ਼ੌਕ ਹੁੰਦਾ ਵੀ ਜੇ ਪੰਜਾਬ 'ਚ ਇਲੈਕਸ਼ਨ ਹੋ ਰਹੀ ਹੈ ਉੱਥੇ ਕੌਣ ਬਣਨਾ, ਕਿਉਂਕਿ ਸਾਰੇ ਇੰਟਰਸਟ ਲੈਂਦੇ ਆਪਦੀ ਮਾਤ ਭੂਮੀ ਦੇ ਵਿੱਚ। ਸੋ ਉਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਵੀ ਆਈ ਥਿੰਕ ਪੋਲੀਟੀਕਲ ਇੱਕ ਤਰ੍ਹਾਂ ਦੀ ਸਿਨਰਜੀ ਹੈਗੀ, ਚਾਹੇ ਪਾਰਟੀ ਕੋਈ ਵੀ ਹੋਵੇ, ਕਿ ਜਿਹੜੇ ਇਹ ਸੰਬੰਧ ਹੈ ਬਹੁਤ ਅੱਗੇ ਲਿਜਾਏ ਜਾਣ। ਦੂਜੇ ਪਾਸੇ ਆਈ ਥਿੰਕ ਇੱਕ ਇੰਡੀਆ ਜਿਹੜੀ ਇਹ ਸਾਰੇ ਕੰਮ ਦੇ ਵਿੱਚ ਸਿਆਣਪ ਵਰਤ ਰਿਹਾ ਵੀ ਇਹ ਨਾ ਇੱਕ ਕਿਸੇ ਕੰਟਰੀ ਨਾਲ ਬੜਾ ਅਲਾਈਨ ਨਹੀਂ ਹੋ ਰਿਹਾ। ਪਹਿਲਾਂ ਹੁੰਦਾ ਸੀ, ਪਹਿਲਾਂ ਨਾਨ ਅਲਾਈਨਡ ਮੂਵਮੈਂਟ ਸੀ, ਹੁਣ ਵੀ USA ਨਾਲ ਸੰਬੰਧ ਚੰਗੇ, ਪਰ USA ਦੇ ਨਾਲ ਕਿਸੇ ਅਸੀਂ ਜਿਹੜਾ ਸੋਲਿਡ ਡਿਫੈਂਸ ਪੈਕਟ ਆ ਉਹਦੇ ਵਿੱਚ ਨਹੀਂ। ਸੋ ਦ ਪਾਲਿਸੀ ਵਿਚ ਇੰਡੀਆ ਇਜ਼ ਫੋਲੋਇੰਗ ਇਸ ਉਹ ਜਿਹਨੂੰ ਕਹਿੰਦੇ ਨਾ ਮਲਟੀਲੇਟਰਲਿਜ਼ਮ, ਪਹਿਲਾਂ ਸੀ ਮਤਲਬ ਨਾਨ ਅਲਾਈਨਮੈਂਟ, ਨਾਓ ਇਟਸ ਮਲਟੀ ਅਲਾਈਨਮੈਂਟ। ਤੇ ਸੋ ਆਈ ਥਿੰਕ ਉਹਦਾ ਕਾਰਨ ਇਹ ਆ ਵੀ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਦੀ ਡਾਇਰੈਕਸ਼ਨ ਹੁੰਦੀ, ਉਹਦੇ ਥੱਲੇ ਜਿਹੜਾ ਫਾਈਨਾਂਸ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਹੁੰਦਾ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜਿਹੜੇ ਸਾਡੇ ਹੁਣ ਦੇ ਐਕਸਟਰਨਲ ਅਫੇਅਰ ਮਿਨਿਸਟਰ ਹੈ, ਪਹਿਲਾਂ ਤਾਂ ਉਹ ਜਦੋਂ ਨਿਊਕਲੀਅਰ ਡੀਲ ਹੋਈ ਸੀ ਅਮਰੀਕਾ ਨਾਲ, ਉਦੋਂ ਅਮਰੀਕਾ ਦੀ ਜਿਹੜੀ ਡੈਸਕ ਆ ਉਹ ਹੈਂਡਲ ਕਰ ਰਹੇ ਸੀ, ਤੇ ਫਿਰ ਉਹ ਬਾਅਦ ਦੇ ਵਿੱਚ USA ਦੇ ਵੀ ਹਾਈ ਕਮਿਸ਼ਨਰ ਰਹੇ ਆ ਇੰਡੀਆ ਦੇ ਤੇ ਚਾਈਨਾ ਦੇ ਵੀ। ਸੋ ਉਹਨੂੰ ਸਾਰੀ ਜਿਹੜੀ ਬੜੀ ਜਿਓਸਟ੍ਰੈਟੇਜਿਕ ਜਿਹੜੀ ਡਿਵੈਲਪਮੈਂਟ ਬੜਾ ਹੈਂਡਲ ਹੈ। ਐਂਡ ਮੈਨੂੰ ਲੱਗ ਰਿਹਾ ਵੀ ਉਹ ਤਕਰੀਬਨ ਹੁਣ ਇਸ ਤਰ੍ਹਾਂ ਦਾ ਰੋਲ ਨਿਭਾ ਰਹੇ ਆ ਇੰਡੀਆ ਦੀ ਇੰਟਰਨੈਸ਼ਨਲ ਪ੍ਰੋਫਾਈਲ ਰੇਜ਼ ਕਰਨ ਲਈ, ਜਿਸ ਤਰ੍ਹਾਂ ਦਾ ਕਿ ਸੀ ਸੁਬਰਾਮਾਨੀਅਮ ਨੇ 1962 ਪਾਇਆ ਸੀ, ਟੂ ਪੁੱਟ ਇੰਡੀਆ ਔਨ ਏ ਰੋਡ ਟੂ ਫੂਡ ਸਿਕਿਉਰਿਟੀ। ਸੋ ਇਹ ਜਿਹੜੇ ਮੇਰੇ ਕਮਲੇ ਰਮਲੇ ਖਿਆਲ ਇਹੀ ਸੀਗੇ। ਡਾਕਟਰ ਸਾਹਿਬ ਦੇਖੋ, ਕਿਉਂਕਿ ਅਸੀਂ ਜਿਹੜੇ ਪੰਜਾਬੀ ਹਾਂ, ਅਸੀਂ ਬਹੁਤੇ ਕਰਕੇ ਨਾ ਫੋਰਨ ਪਾਲਿਸੀ, ਸਾਡੀ ਵਿਦੇਸ਼ ਨੀਤੀ ਕੀ ਹੈ, ਜਿਹੜੇ ਦੋ ਪੱਖੀ ਸੰਬੰਧ ਨੇ ਉਹ ਕਿੱਦਾਂ ਦੇ ਨੇ, ਵਪਾਰ ਕਿੱਧਰਲੇ ਪਾਸੇ ਨੂੰ ਐਕਸਪੋਰਟ ਵੱਧਦਾ ਹੈ ਕਿ ਇੰਪੋਰਟ ਵੱਧਦਾ ਹੈ, ਸਾਡਾ ਵਪਾਰ ਘਾਟੇ 'ਚ ਹੈ ਕਿ ਵਪਾਰ ਵਾਧੇ 'ਚ ਹੈ, ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਆਮ ਬੰਦਾ ਬਹੁਤਾ ਇੰਟਰਸਟਿਡ ਨਹੀਂ ਹੁੰਦਾ, ਪਰ ਇਹ ਸਾਡੇ ਲਈ ਜ਼ਰੂਰੀ ਬਹੁਤ ਹੈ। ਤੇ ਅੱਜ ਤੁਸੀਂ G20 ਸੰਮੇਲਨ ਤੋਂ ਲੈ ਕੇ ਭਾਰਤ ਤੇ ਅਮਰੀਕਾ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਸੰਬੰਧਾਂ ਦੇ ਬਾਰੇ, ਉਹਦੇ ਵਿੱਚ ਚੀਨ ਵਾਲਾ ਜਿਹੜਾ ਪੱਖ ਹੈ, ਉਹਦੇ ਵਿੱਚ ਰਸ਼ੀਆ ਵਾਲਾ ਜਿਹੜਾ ਪੱਖ ਹੈ, ਕਣਕ ਕਦੋਂ ਪੰਜਾਬ 'ਚ ਘੱਟ ਹੁੰਦੀ ਸੀ, ਕਦੋਂ ਅਮਰੀਕਾ ਤੋਂ ਆਉਣ ਲੱਗੀ, ਕਦੋਂ ਉਹਨਾਂ ਨੇ ਰੋਕ ਦਿੱਤੀ, ਉਹ ਕਿਉਂ ਸਾਰਾ ਕੁਝ ਹੋਇਆ ਸੀ, ਕਦੋਂ ਅਮਰੀਕਾ ਦੇ ਜਿਹੜੇ ਜੰਗੀ ਜਹਾਜ਼ ਨੇ ਉਹ ਭਾਰਤ ਦੇ ਹਵਾਈ ਅੱਡਿਆਂ ਤੋਂ ਜਾਂ ਸੈਨਿਕ ਅੱਡਿਆਂ ਤੋਂ ਚੜ੍ਹਨ ਲੱਗੇ, ਉਹ ਸਾਰੀਆਂ ਚੀਜ਼ਾਂ ਤੁਸੀਂ ਕਲੀਅਰ ਕੀਤੀਆਂ। ਤੇ
ਚੁਣੌਤੀ ਕਿੱਥੇ ਕੁ ਖਲੋਤੀ ਹੈ, ਤੁਸੀਂ ਉਹ ਵੀ ਜਿਹੜੀਆਂ ਚੀਜ਼ਾਂ ਦੱਸ ਦਿੱਤੀਆਂ। ਤੇ ਮੈਨੂੰ ਲੱਗਦਾ ਕਿ ਕਾਫੀ ਕਾਮਯਾਬ ਆਪਣਾ ਅੱਜ ਦਾ ਇਹ ਸੈਸ਼ਨ ਜਿਹੜਾ ਰਿਹਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਆਪਾਂ ਜਿਹੜੇ ਹੈ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਜੁੜਦੇ ਰਹਾਂਗੇ। ਤੁਹਾਡਾ ਬਹੁਤ ਧੰਨਵਾਦ ਜੀ, ਸ਼ੁਕਰੀਆ। ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਤੁਹਾਡੇ ਚੈਨਲ ਦੇ ਥਰੂ ਮੈਂ ਹਿੰਦੁਸਤਾਨੀਆਂ ਦੇ, ਬਾਹਰਲੇ ਮੁਲਕਾਂ ਦੇ, ਪੰਜਾਬੀਆਂ ਦੇ ਸਾਹਮਣੇ ਆਪਣੇ ਵਿਚਾਰ ਰੱਖ ਸਕਿਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸ਼ੁਕਰੀਆ ਜੀ। ਸੋ ਡਾਕਟਰ ਪਾਲ ਸਿੰਘ ਸਿੱਧੂ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ। ਮੈਂ ਜਿਵੇਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਭਾਈ ਮੁੱਖ ਤੌਰ ਦੇ ਉੱਤੇ ਭੂਮੀ ਵਿਗਿਆਨੀ ਕਹਿ ਸਕਦੇ ਆ, PhD ਆਸਟ੍ਰੇਲੀਆ ਤੋਂ, BSc MSc ਐਂਡ ਗੋਲਡ ਮੈਡਲਾਂ ਦੇ ਨਾਲ ਭਾਰਤ ਦੇ ਵਿੱਚੋਂ ਨੰਬਰ 1 ਰਹਿੰਦੇ ਆ। ਉਹਨਾਂ ਨੇ ਇਧਰਲੇ ਪਾਸਿਓਂ ਕੀਤੀ, ਯੂਨੀਵਰਸਿਟੀ ਦੇ ਡੀਨ ਤੱਕ ਦੇ ਅਹੁਦੇ ਤੇ ਰਹੇ, ਅਸਿਸਟੈਂਟ ਪ੍ਰੋਫੈਸਰ ਤੋਂ ਹੋ ਕੇ, ਤੇ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਐਕਸਪਰਟ ਦੇ ਤੌਰ ਦੇ ਉੱਤੇ ਬੁਲਾਇਆ ਜਾਂਦਾ ਰਿਹਾ। ਲੰਬਾ ਸਮਾਂ ਉਹਨਾਂ ਨੇ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿੱਚ ਜਿਹੜਾ ਉਹ ਕੰਮ ਕੀਤਾ। ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਕਿਸੇ ਦਿਨ ਉਹਨਾਂ ਦੇ ਜੀਵਨ ਦੇ ਉੱਤੇ ਵੀ ਆਪਾਂ ਗੱਲਬਾਤ ਜਿਹੜੀ ਉਹ ਕਰ ਲਾਂਗੇ। ਪਰ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਾ? ਤੁਹਾਡਾ ਕੋਈ ਸਵਾਲ ਹੋਵੇ ਇਸ ਸੰਬੰਧ ਦੇ ਵਿੱਚ, ਤੁਸੀਂ ਜ਼ਰੂਰ ਲਿਖ ਦਿਓ। ਆਪਾਂ ਉਹ ਸਵਾਲਾਂ ਦੀ ਲੜੀ ਜਿਹੜੀ ਹੈ ਉਹ ਡਾਕਟਰ ਸਾਹਿਬ ਨੂੰ ਭੇਜ ਦਿਆਂਗੇ ਤੇ ਉਹਨਾਂ ਸਵਾਲਾਂ ਦੇ ਕਿਸੇ ਦਿਨ ਜਵਾਬ ਵੀ ਲੈ ਲਾਂਗੇ। ਸੋ ਇੱਥੇ ਦਿਓ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।